शांतमई ढंग दे नाल अंदोलन चलदा रहा पर 26 जनवरी तो बाद एक वखरा रूप जिहड़ा सामने आया तो बाद एकदम साडे विचार जिहड़े बदले। साडे ना पंजाबियां दी एक प्रॉब्लम आ सानू एक चीज़ जिहड़ी एक साडे हत्थ 'च फड़ा दित्ती जावे ना असीं ओहदे पिछे अन्नेवाह तुर पैंदे हां। साडी एक गल एक होर भी बेशक किसी नूं बुरी भी लग सकदी है पर इह गल सच आ कि असीं किसी नूं सिर ते चढ़ाउण लग्गिआं भी 1 मिनट लाउने आ लग्गिआं भी 1 मिनट ही लाउने आ ते फेलियर और सक्सैस दोवें तुहाडे हुंदे आ। तुसीं ये नहीं कह सकते कि जे चंगा हो गया तो बल्ले बल्ले साडी हो जाए ते जे माड़ा हो गया तो आपां फड़ के किसी होर दे सिर मार दी। दैट इज नॉट पॉसिबल। ਜਿਹੜਾ ਤੁਹਾਡੇ ਘਰ ਦੇ ਵਿੱਚ ਥੋੜਾ ਜਿਹਾ ਅਥਰਾ ਬੱਚਾ ਹੋਊਗਾ ਨਾ ਤੁਸੀਂ ਉਹਦੀ ਉਂਗਲ ਫੜ ਕੇ ਹਮੇਸ਼ਾ ਰੱਖੋਗੇ ਵੀ ਪਤਾ ਹੈ ਕਿ ਉਹਨੇ ਸ਼ਰਾਰਤ ਕਰਨੀ ਆ। ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਕਿਸੇ ਨਾਲ ਲੱਗਦੀ ਆ ਪਰ ਉਹ ਤੁਹਾਡੇ ਘਰ ਦੇ ਸਾਹਮਣੇ ਖੜੇ ਬੜਕਾ ਮਾਰਦੇ ਪਏ ਆ ਤੁਸੀਂ ਬਕਾਇਦਾ ਉਹਨਾਂ ਨੂੰ ਰੋਕਣ ਜਾਓਗੇ ਜਾਂ ਉਹਨਾਂ ਨਾਲ ਗੱਲਬਾਤ ਕਰਨ ਜਾਓਗੇ ਜਾਂ ਤੁਸੀਂ ਸੋਚੋਗੇ ਵੀ ਪਹਿਲਾਂ ਮੇਰੇ ਘਰ ਨੂੰ ਅੱਗ ਲਾ ਲੈਣ ਦਿਓ ਫਿਰ ਮੈਂ ਆਉਂਗਾ। ਉਸ ਤੋਂ ਬਾਅਦ ਜਿਹੜਾ ਫਿਰ ਮੈਂ ਕਹੂੰਗਾ ਕਿ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਈ। ਹੁਣ ਜਿਹੜਾ ਬੰਦਾ ਪਹਿਲੀ ਵਾਰੀ ਦਿੱਲੀ ਗਿਆ ਹੈ ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਸੜਕ ਕਿੱਧਰ ਨੂੰ ਜਾਂਦੀ ਹੈ। ਸੋ ਉਹ ਜਿੱਧਰ ਨੂੰ ਕਹੀ ਗਏ ਕਿ ਇੱਧਰ ਨੂੰ ਚੱਲ ਜਾਓ ਚਲੇ ਗਏ। ਜਿਹੜੀ ਪੁਲਿਸ ਹੈ ਉਹ ਉਹਨਾਂ ਨੂੰ ਆਪਣੀ ਗੱਡੀਆਂ ਦੇ ਵਿੱਚ ਲੈ ਕੇ ਲਾਲ ਕਿਲੇ ਛੱਡ ਕੇ ਆਈ ਹੈ। ਇਹ ਸੀਗਾ ਕਿ ਜਿਹੜੀ ਗਵਰਨਮੈਂਟ ਨੇ ਇੱਕ ਟਰੈਪ ਸੈੱਟ ਕੀਤਾ ਸੀ ਉਸ ਟਰੈਪ ਦੇ ਵਿੱਚ ਸਾਰੇ ਫਸ ਗਏ। ਬਹੁਤਾ ਜਿਹੜਾ ਅਸੀਂ ਰੌਲਾ ਪਾ ਲਿਆ ਨਾ ਤਿਰੰਗਾ 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 ਨਾ ਤਾਂ ਉੱਥੇ ਤਿਰੰਗੇ ਨੂੰ ਹੱਥ ਲਾਇਆ ਗਿਆ ਉੱਥੇ ਇੱਕ ਖਾਲੀ ਪੋਲ ਦੇ ਉੱਤੇ ਇੱਕ ਨਿਸ਼ਾਨ ਸਾਹਿਬ ਜਿਹੜੇ ਉਹ ਚਲਾਏ ਗਏ ਤੇ ਨਾਲ ਹੀ ਉਹਦੇ ਕਿਸਾਨੀ ਦਾ ਝੰਡਾ ਵੀ ਚਲਾਇਆ ਗਿਆ। असलियत सामने आनी शुरू हो गई ते बयान भी बदलने शुरू हो गए इत्थों तक कि कई ਜਿਹੜੇ ਉਹਨਾਂ ਦੇ ਨਾਲ ਦੇ ਜਿਹੜੇ ਮੈਂ ਕਹੂੰਗੀ ਬਲੀ ਦਾ ਬੱਕਰਾ ਦੀਪ ਸਿੱਧੂ ਨੂੰ ਬਣਾਇਆ ਗਿਆ ਉਹਦੇ ਨਾਲ ਦੇ ਜਿਹੜੇ ਸੀਗੇ ਉਹਨਾਂ ਵੱਲੋਂ ਉਸ ਟਾਈਮ ਜਿਹੜਾ ਉਹਨੂੰ ਗਦਾਰ ਕਰਾਰ ਦਿੱਤਾ ਗਿਆ। ਡਰਪੋਕ ਲੋਕ ਆ ਅਸੀਂ ਆਪਣੇ ਉੱਤੇ ਇੱਕ ਖੱਲ ਪਾਈ ਬੈਠੇ ਆ ਕਿ ਅਸੀਂ ਬਹੁਤ ਬਹਾਦਰ ਹੁੰਦੇ ਆ ਅਸੀਂ ਗਾਣਿਆਂ ਦੇ ਵਿੱਚ ਆਹ ਕਰ ਦਾਂਗੇ ਉਹ ਕਰ ਦਾਂਗੇ ਅਸਲ ਦੇ ਵਿੱਚ ਅਸੀਂ ਖੋਖਲੇ ਲੋਕ ਆ। ਨਾ ਸਾਡੇ ਚੋਂ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਇੰਡੀਅਨ ਫਲੈਗ ਕੋਡ ਆ ਉਹ ਕਹਿੰਦਾ ਕੀ ਆ। ਤਿਰੰਗੇ ਦੀ ਉੱਥੇ ਕੋਈ ਬੇਅਦਬੀ ਨਹੀਂ ਹੋਈ। ਲਾਲ ਕਿਲਾ ਨੈਸ਼ਨਲ ਹੈਰੀਟੇਜ ਆ ਉਹ ਮੋਦੀ ਹੁਣਾਂ ਦੇ ਆਪਣੇ ਘਰ ਦਾ ਨਹੀਂ ਹੈ ਔਰ ਹੁਣ ਜਿਹੜੇ ਸਕੇਪ ਗੋਟ ਆ ਨਾ ਉਹ ਦੋ ਮੁੰਡੇ ਬਣ ਗਏ ਇੱਕ ਲੱਖਾ ਤੇ ਇੱਕ ਦੀਪ। ਉਸ ਨੌਜਵਾਨ ਨੇ ਉਹ ਗੱਲਾਂ ਸਾਹਮਣੇ ਰੱਖੀਆਂ ਜਿਹੜੀਆਂ ਕਿ ਸ਼ਾਇਦ ਸਾਡੇ ਜਥੇਬੰਦੀਆਂ ਦੇ ਆਗੂ ਜਿਹੜੇ ਕਿ ਸਾਲਾਂ ਤੋਂ ਜਿਹੜਾ ਪ੍ਰਬੰਧ ਸੰਭਾਲ ਰਹੇ ਨੇ ਉਹਨਾਂ 'ਚ ਵੀ ਹਿੰਮਤ ਉਹ ਗੱਲਾਂ ਸਾਹਮਣੇ ਲਿਆ ਕੇ ਰੱਖਣ ਦੀ ਨਹੀਂ ਜਿਹੜੀ ਉਸ ਨੌਜਵਾਨ ਨੇ ਲਿਆਂਦੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਸਕਾਈ 771 ਤੇ ਮੈਂ ਤੁਹਾਡੀ ਆਪਣੀ ਇੰਦਰਜੀਤ ਕੌਰ। ਬਿਲਕੁਲ ਜੀ ਜੇ ਆਪਾਂ ਗੱਲ ਕਰੀਏ ਲਗਾਤਾਰ ਕਿਸਾਨੀ ਸੰਘਰਸ਼ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਨਵੰਬਰ ਮਹੀਨੇ ਤੋਂ ਕਿਸਾਨੀ ਸੰਘਰਸ਼ ਜਿਹੜਾ ਆ ਕਿਸਾਨੀ ਅੰਦੋਲਨ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ ਵੱਲ ਜਿਹੜਾ ਰਵਾਨਾ ਹੋਇਆ। ਉਸ ਤੋਂ ਬਾਅਦ ਜੀ ਆਪਾਂ ਗੱਲ ਕਰੀਏ ਕਾਫੀ ਉਤਾਰ ਚੜਾਇਆ ਜਿਹੜੇ ਅੰਦੋਲਨ ਨੂੰ ਲੈ ਕੇ ਆਏ। 26 ਜਨਵਰੀ ਤੋਂ ਬਾਅਦ ਜਿਹੜਾ ਵਿਚਾਰਾਂ ਦੇ ਵਿੱਚ ਕਾਫੀ ਵਿਵਾਦ ਜਿਹੜੇ ਆ ਉਹ ਸ਼ੁਰੂ ਹੋ ਗਏ ਜਿਹੜੇ ਕਿ ਮੈਂ ਇਹੀ ਗੱਲ ਕਰੂੰਗੀ ਕਿ ਨਹੀਂ ਹੋਣੇ ਚਾਹੀਦੇ ਸੀ ਕਿਉਂਕਿ ਆਪਣਾ ਮੁੱਦਾ ਜਿਹੜਾ ਸੀਗਾ ਉਹ ਕਿਸਾਨੀ ਸੰਘਰਸ਼ ਨੂੰ ਲੈ ਕੇ ਸੀਗਾ 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ। ਪਰ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਸਾਡੇ ਵਿੱਚ ਆਪਣੇ ਵਿੱਚ ਵੀ ਕਮੀਆਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਨੌਜਵਾਨਾਂ ਵੱਲੋਂ ਵੀ ਪੂਰੇ ਜੋਸ਼ ਤੇ ਹੋਸ਼ ਦੇ ਨਾਲ ਜਿਹੜਾ ਹੈਗਾ ਸੰਘਰਸ਼ ਜਿਹੜਾ ਉਹ ਵਿੰਡਿਆ ਗਿਆ ਤੇ ਉਸ ਤੋਂ ਬਾਅਦ ਜਾਂ ਆਪਾਂ ਗੱਲ ਕਰੀਏ ਸਮੇਂ ਦੀ ਸਰਕਾਰ ਵੱਲੋਂ ਚਾਲਾਂ ਖੇਡੀਆਂ ਗਈਆਂ ਜਾਂ ਕਹਿ ਲਓ ਕਿ ਜੋ ਵੀ ਹੋਇਆ ਉਹਦੇ ਵਿੱਚ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਵੀ ਕਹਿ ਸਕਦੇ ਹਾਂ ਕਿਉਂਕਿ ਸਾਡੀ ਇੱਕ ਆਦਤ ਹੁੰਦੀ ਆ ਕਿ ਅਸੀਂ ਸੋਚਦੇ ਨਹੀਂ ਸਮਝਦੇ ਨਹੀਂ ਬਸ ਆਪਣੀ ਬਿਆਨਬਾਜ਼ੀ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੰਦੇ ਆ। ਆਪਣੇ ਜਿਹੜੇ ਮੈਂ ਕਹੂੰਗੀ ਕਿ ਇੱਕਦਮ ਜਿਹੜਾ ਕੋਈ ਵੀ ਸਾਡੇ ਸਾਹਮਣੇ ਕੋਈ ਵੀਡੀਓ ਆਉਂਦੀ ਆ ਸੋਸ਼ਲ ਮੀਡੀਆ ਦੇ ਉੱਤੇ ਜੇ ਆਪਾਂ ਖਾਸ ਕਰਕੇ ਕਰ ਲਈਏ ਕੁਝ ਵੀ ਸਾਡੇ ਸਾਹਮਣੇ ਆਉਂਦਾ ਤਾਂ ਇੱਕਦਮ ਅਸੀਂ ਜਿਹੜੇ ਆ ਉਹਦੇ ਉੱਤੇ ਆਪਣੀ ਆਲੋਚਨਾ ਕਰਨੀ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਆ। ਇਹ ਨਹੀਂ ਦੇਖਦੇ ਕਿ ਉਸ ਆਲੋਚਨਾ ਦੇ ਨਾਲ ਜਿਹੜਾ ਇਹਦਾ ਨਤੀਜਾ ਕੀ ਨਿਕਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਦਾ ਨਤੀਜਾ ਨਿਕਲਣਾ ਆ। ਸੋ ਬਿਲਕੁਲ ਜੀ ਆਪਾਂ ਗੱਲ ਕਰਾਂਗੇ ਅੱਜ ਕਿਸਾਨੀ ਅੰਦੋਲਨ ਨੂੰ ਲੈ ਕੇ ਕੁਝ ਖਾਸ ਜਿਹੜੀਆਂ ਵਿਚਾਰਾਂ ਸਾਂਝੀਆਂ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਅੱਜ ਮੇਰਾ ਸਾਥ ਦੇਣ ਲਈ ਕਿਰਨ ਭੈਣ ਜੀ ਵੀ ਪਹੁੰਚੇ ਹੋਏ ਨੇ। ਉਹਨਾਂ ਦਾ ਸਵਾਗਤ ਕਰਦੀ ਹਾਂ ਜਿਹੜੇ ਕਿ ਬਹੁਤ ਵਧੀਆ ਰਾਈਟਰ ਵੀ ਨੇ ਤੇ ਇਤਿਹਾਸਕਾਰ ਵੀ ਨੇ। ਜੇ ਆਪਾਂ ਗੱਲ ਕਰੀਏ ਕਾਫੀ ਖੋਜ ਜਿਹੜੀ ਆ ਸਿੱਖੀ ਸਿਧਾਂਤਾਂ ਨੂੰ ਲੈ ਕੇ ਹਮੇਸ਼ਾ ਗੱਲਬਾਤ ਜਿਹੜੀ ਆ ਬਹੁਤ ਹੀ ਵਧੀਆ ਤੁਹਾਡੇ ਸਾਹਮਣੇ ਰੱਖਦੇ ਨੇ। ਉਹਨਾਂ ਦਾ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੀ ਹਾਂ ਜੀ ਪ੍ਰੋਗਰਾਮ ਦੇ ਵਿੱਚ। ਜੇ ਆਪਾਂ ਗੱਲ ਕਰੀਏ ਨਵੰਬਰ ਮਹੀਨੇ ਤੋਂ ਕਿਸਾਨੀ ਅੰਦੋਲਨ ਜਿਹੜਾ ਇਹ ਜ਼ਿਆਦਾ ਜਿਹੜਾ ਆਪਾਂ ਗੱਲ ਕਰੀਏ ਨਵੰਬਰ ਮਹੀਨੇ ਤੋਂ ਜਿਹੜਾ ਆ ਜ਼ਿਆਦਾ ਭਖਿਆ ਕਿਉਂਕਿ ਦਿੱਲੀ ਦੀਆਂ ਬਰੂਹਾਂ ਵੱਲ ਨੂੰ ਜਿਹੜਾ ਕੂਚ ਕੀਤਾ। ਉਸ ਤੋਂ ਬਾਅਦ ਚਲੋ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਚੱਲਦਾ ਰਿਹਾ ਪਰ 26 ਜਨਵਰੀ ਤੋਂ ਬਾਅਦ ਇੱਕ ਵੱਖਰਾ ਰੂਪ ਜਿਹੜਾ ਸਾਹਮਣੇ ਆਇਆ ਜਿਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਆਮ ਲੋਕ ਜਿਹੜੇ ਉਹ ਵੀ ਜ਼ਿੰਮੇਵਾਰ ਨੇ ਕਿਉਂਕਿ ਸਾਡੇ ਵਿੱਚ ਜਿੱਦਾਂ ਮੈਂ ਆਲੋਚਨਾ ਦੀ ਗੱਲ ਕੀਤੀ ਕਿਉਂਕਿ ਇਹਨੂੰ ਲੈ ਕੇ ਆਪਾਂ 26 ਜਨਵਰੀ ਤੋਂ ਬਾਅਦ ਇੱਕਦਮ ਸਾਡੇ ਵਿਚਾਰ ਜਿਹੜੇ ਬਦਲੇ
ਸਾਡੀ ਸੋਚ ਬਦਲੀ ਤੇ ਅਸੀਂ ਇੱਕਦਮ ਇੱਕ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਅਸੀਂ ਉਹਦੇ ਉੱਤੇ ਗਦਾਰ ਦੀਆਂ ਤੋਮਤਾਂ ਪਤਾ ਨਹੀਂ ਕੀ ਜਿਹੜੀਆਂ ਕਰਦੀਆਂ। ਵੈਸੇ ਮੈਂ ਕਈ ਵਾਰੀ ਸੋਚਦੀ ਹੁੰਦੀ ਜਦੋਂ ਰੋਜ਼ ਇੱਥੇ ਸ਼ੋਅ ਕਰਕੇ ਮੈਂ ਵਾਪਸ ਜਾ ਕੇ ਬੈਠਦੀ ਆ ਨਾ ਕਿਰਨ ਜੀ ਤੇ ਕਾਫੀ ਕਾਲਸ ਇਦਾਂ ਦੀਆਂ ਆਉਂਦੀਆਂ ਨੇ, ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਇੱਕ ਪੱਖ ਦੀ ਗੱਲ ਕਰਦੇ ਆ, ਪਰ ਮੈਂ ਹਮੇਸ਼ਾ ਗੱਲ ਕਰਦੀ ਮੈਂ ਆਗੂਆਂ ਨੂੰ ਵੀ ਮੰਨਦੀ ਆ ਕਿ ਉਹਨਾਂ ਨੇ ਵੀ ਚਲੋ ਬੜੀ ਸਮਝਦਾਰੀ ਨਾਲ ਕੰਮ ਕੀਤਾ, ਪਰ ਕਿਤੇ ਨਾ ਕਿਤੇ ਅਸਫਲ ਰਹੇ ਨੇ। ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਜੀ? ਭੈਣ ਜੀ, ਸਭ ਤੋਂ ਪਹਿਲਾਂ ਤੇ ਜਿਹੜੀ ਤੁਹਾਡੀ ਇਹ ਗੱਲ ਹੈਗੀ ਆ ਨਾ ਕਿ ਅਸੀਂ ਇੱਕ ਤਰ੍ਹਾਂ ਦੀ ਜਿਹੜਾ ਨੈਰੇਟਿਵ ਆ ਉਹਦੇ ਵੱਲ ਝੁਕ ਜਾਂਦੇ ਆ, ਉਹ ਸੱਚ ਆ, ਕਿਉਂਕਿ ਸਾਡੇ ਨਾ ਪੰਜਾਬੀਆਂ ਦੀ ਇੱਕ ਪ੍ਰੋਬਲਮ ਆ ਜੀ, ਔਰ ਪ੍ਰੋਬਲਮ ਕਿਉਂ ਆ ਉਹ ਵੀ ਮੈਂ ਦੱਸੂਗੀ ਜੀ। ਅਸੀਂ ਪੜ੍ਹਦੇ ਨਹੀਂ, ਅਸੀਂ ਆਪ ਕਦੀ ਕੋਈ ਧਿਆਨ ਨਹੀਂ ਦਿੰਦੇ ਕਿ ਕੋਈ ਹੋਰ ਖੋਜ ਵੀ ਕਰ ਲਈ ਜਾਵੇ ਜਾਂ ਦੇਖ ਲਿਆ ਜਾਵੇ ਕਿ ਇਹਦੇ ਪਿੱਛੇ ਕੀ ਹੋਊਗਾ। ਸਾਨੂੰ ਇੱਕ ਚੀਜ਼ ਜਿਹੜੀ ਇੱਕ ਸਾਡੇ ਹੱਥ 'ਚ ਫੜਾ ਦਿੱਤੀ ਜਾਵੇ ਨਾ, ਅਸੀਂ ਉਹਦੇ ਪਿੱਛੇ ਅੰਨ੍ਹੇਵਾਹ ਤੁਰ ਪੈਂਦੇ ਆ ਜੀ ਜੀ। ਜੇ ਔਰ ਸਾਡੀ ਇੱਕ ਗੱਲ ਇੱਕ ਹੋਰ ਵੀ ਬੇਸ਼ੱਕ ਕਿਸੇ ਨੂੰ ਬੁਰੀ ਵੀ ਲੱਗ ਸਕਦੀ ਆ, ਪਰ ਇਹ ਗੱਲ ਸੱਚ ਆ ਕਿ ਅਸੀਂ ਕਿਸੇ ਨੂੰ ਸਿਰ ਤੇ ਚੜਾਉਣ ਲੱਗਿਆਂ ਵੀ 1 ਮਿੰਟ ਲਾਉਨੇ ਆ ਤੇ ਸਿੱਟਣ ਲੱਗਿਆ ਵੀ 1 ਮਿੰਟ ਹੀ ਲਾਉਨੇ ਆ, ਔਰ ਇਹ ਦੋਵੇਂ ਚੀਜ਼ਾਂ ਗਲਤ ਆ, ਖਤਰਨਾਕ ਆ ਕਿਸੇ ਵੀ ਕੌਮ ਲਈ, ਕਿਸੇ ਵੀ ਖਿੱਤੇ ਲਈ। ਇਹ ਬਹੁਤ ਖਤਰਨਾਕ ਗੱਲਾਂ ਹੈ ਕਿ ਜਦੋਂ ਤੁਸੀਂ ਆਪਣੇ ਲੀਡਰਸ ਚੁਣਨ ਲੱਗਿਆਂ ਜਿਹੜਾ ਹੈਗਾ ਤੁਸੀਂ ਇਮੋਸ਼ਨਸ ਦਾ ਇਸਤੇਮਾਲ ਕਰਦੇ ਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਸੁੱਟਣ ਲੱਗਿਆਂ ਵੀ ਇਮੋਸ਼ਨ ਦਾ ਇਸਤੇਮਾਲ ਕਰਦੇ ਆ। ਇਹਦੇ ਨਾਲ ਖਤਰਾ ਕੀ ਪੈਦਾ ਹੁੰਦਾ ਜੀ? ਇੱਕ ਤਾਂ ਕੋਈ ਵੀ ਜਿਹੜਾ ਸਿਆਣਾ ਬੰਦਾ ਹੈ ਨਾ, ਉਹ ਥੋੜਾ ਜਿਹਾ ਤੁਹਾਡੇ ਤੋਂ ਦੂਰ ਰਹੂਗਾ ਕਿ ਇਹਨਾਂ ਦਾ ਕੀ ਆ, ਇਹਨਾਂ ਨੇ ਅੱਜ ਇਹਨਾਂ ਨੂੰ ਮੈਂ ਠੀਕ ਲੱਗ ਰਿਹਾ ਹੈ, ਕੱਲ ਨੂੰ ਹੋ ਸਕਦਾ ਹੈ ਮੇਰੇ ਪਿੱਛੇ ਪੈ ਜਾਣ ਜੀ, ਹੈ ਨਾ, ਕਿਉਂਕਿ ਨੈਰੇਟਿਵ ਕੰਸਟਰਕਟ ਕਰਨ ਦੀ ਗੱਲ ਹੁੰਦੀ ਆ। ਇੱਥੇ ਆਪਾਂ ਆ ਕੇ ਮਾਤ ਖਾ ਜਾਂਦੇ ਆ। ਹਾਂਜੀ, ਤੁਹਾਡਾ ਸਵਾਲ ਸੀਗਾ ਮੈਨੂੰ ਕਿ ਮੈਂ ਇਹਦੇ ਬਾਰੇ ਹਾਂਜੀ ਅਸਫਲ ਰਹੇ ਕਿ ਨਹੀਂ। ਹਾਂਜੀ, ਜਿਹੜੇ ਆਪਣੇ ਆਗੂ ਹੈ, ਮੇਰੀਆਂ ਗੱਲਾਂ ਥੋੜੀਆਂ ਜਿਹੀਆਂ ਸਿੱਧੀਆਂ ਹੁੰਦੀਆਂ, ਖਰੀਆਂ ਹੁੰਦੀਆਂ ਜੀ, ਬੁਰੀਆਂ ਵੀ ਲੱਗ ਸਕਦੀਆਂ। ਸੱਚ ਕੌੜਾ ਹੁੰਦਾ ਜੀ, ਹਮੇਸ਼ਾ ਚੁੱਭਦਾ ਹੀ ਚੁੱਭਦਾ। ਮੈਂ ਇਸ ਦੇ ਵਿੱਚ 99% ਆਗੂਆਂ ਦੀ ਜਿਹੜੀ ਆ ਉਹ ਨਾ ਸਮਝੀ ਮੰਨੂਗੀ ਜੀ, ਮੰਨਦੀ ਆ। ਉਹ ਕਿਉਂ ਮੰਨਦੀ ਆ? ਮੈਂ ਕਿਤੇ ਹੋਰ ਵੀ ਇਹ ਗੱਲ ਕਹਿ ਚੁੱਕੀ ਹਾਂ ਆਲਰੇਡੀ ਕਿ ਜਿਸ ਤਰੀਕੇ ਦਾ ਤੁਸੀਂ ਇੱਕ ਸੰਘਰਸ਼ ਵਿੱਢ ਲੈਂਦੇ ਆ ਨਾ, ਤੁਹਾਨੂੰ ਇਹ ਦੇਖਣਾ ਪੈਂਦਾ ਪੈਰ ਦੇ ਉੱਤੇ। ਜਦੋਂ ਤੁਸੀਂ ਏਡੇ ਵੱਡੇ ਸੰਘਰਸ਼ ਦੇ ਅੱਗੇ ਆਗੂ ਹੁੰਨੇ ਆ ਨਾ, ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਇੱਕ ਪ੍ਰੋਗਰਾਮ ਦੇ ਕੇ ਉਹਨੂੰ ਕੈਨਸਲ ਨਹੀਂ ਕਰ ਸਕਦੇ। ਛੋਟੀ ਜਿਹੀ ਐਗਜ਼ਾਮਪਲ ਲੈ ਲਈਏ, ਅਸੀਂ ਆਪਣੇ ਘਰ ਦੇ ਵਿੱਚ ਇੱਕ ਵਿਆਹ ਰੱਖ ਦਈਏ ਨਾ, ਤੇ ਜੇ ਉਹਦੇ ਵਿੱਚ ਹੀ ਸਾਡੇ ਜਿਹੜੇ ਵੱਡੇ ਬਜ਼ੁਰਗ ਆ ਤੇ ਬਾਰ-ਬਾਰ ਉਹਨਾਂ ਨੂੰ ਇਸੇ ਲਈ ਪੁੱਛਿਆ ਜਾਂਦਾ ਵੀ ਬੀਬੀ ਆਹ ਕੰਮ ਠੀਕ ਆ, ਪਾਪਾ ਜੀ ਆਹ ਕੰਮ ਠੀਕ ਆ, ਸਲਾਹ ਲਈ ਜਾਂਦੀ ਹੈ ਨਾ ਕਰ ਲਈਏ। ਉਸ ਤੋਂ ਬਾਅਦ ਅਸੀਂ ਅਗਲਿਆਂ ਨੂੰ ਆਪਣਾ ਨੇਂਦਾ ਦਿੰਨੇ ਆ ਜਾਂ ਉਹਨਾਂ ਨੂੰ ਕਹਿੰਦੇ ਆ ਕਿ ਆ ਜੀ ਤੁਹਾਡੇ ਵੱਲ ਸਾਡੀ ਸਾਈ ਚਿੱਠੀ ਆ ਗਈ। ਹੁਣ ਤੁਸੀਂ ਇਹ ਸੋਚੋ ਕਿ ਜੇ ਆਪਾਂ ਸਾਈ ਚਿੱਠੀ ਭੇਜ ਦਈਏ ਤੇ ਉਸ ਤੋਂ ਬਾਅਦ ਕਹੀਏ ਨਹੀਂ ਇਹ ਕੰਮ ਗਲਤ ਹੋ ਗਿਆ, ਇੱਕ ਦਿਨ ਪਹਿਲਾਂ ਬਦਲ ਦਈਏ ਕਿ ਇਦਾਂ ਨਹੀਂ ਕਰਨਾ, ਨਹੀਂ ਹੋਣਾ, ਇਦਾਂ ਹੋ ਜੇ, ਤਾਂ ਉਹਦੇ ਵਾਸਤੇ ਫਿਰ ਜਿਹੜੇ ਪਿੱਛੇ ਲੱਗਣੇ ਜਿਨ੍ਹਾਂ ਨੇ ਬਰਾਤ, ਉਹਨਾਂ ਨੂੰ ਕਿਸੇ ਨੇ ਨਹੀਂ ਕਹਿਣਾ, ਉਸ ਬਜ਼ੁਰਗ ਨੂੰ ਹੀ ਫੜਨਾ ਜਿਨੇ ਸਭ ਤੋਂ ਪਹਿਲਾਂ ਕਿਹਾ ਸੀ ਇਹ ਦਿਨ ਵਧੀਆ ਆ। ਠੀਕ ਹੈ ਨਾ? ਇਸ ਕਰਕੇ ਜਦੋਂ ਤੁਸੀਂ ਇੱਕ ਲੀਡਰ ਹੁੰਨੇ ਆ ਨਾ, ਤੇ ਫੇਲਿਅਰ ਔਰ ਸਕਸੈਸ ਦੋਵੇਂ ਤੁਹਾਡੇ ਹੁੰਦੇ ਆ ਜੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਚੰਗਾ ਹੋ ਗਿਆ ਤੇ ਬੱਲੇ ਬੱਲੇ ਸਾਡੀ ਹੋ ਜੇ, ਤੇ ਜੇ ਮਾੜਾ ਹੋ ਗਿਆ ਤੇ ਆਪਾਂ ਫੜ ਕੇ ਕਿਸੇ ਹੋਰ ਦੇ ਸਿਰ ਮਾਰ ਦਈਏ। ਦੈਟ ਇਜ਼ ਨਾਟ ਪੋਸੀਬਲ, ਐਥੀਕਲੀ ਵੀ ਠੀਕ ਨਹੀਂ ਆ। ਤਾਂ ਇਹ ਲੀਡਰਾਂ ਦੀ ਹੀ ਜ਼ਿੰਮੇਵਾਰੀ ਬਣਦੀ ਸੀ। ਬਕਾਇਦਾ ਜਿਸ ਦਿਨ 25 ਤਰੀਕ ਨੂੰ ਉਹ ਮੁੰਡਿਆਂ ਨੇ ਆ ਕੇ, ਜਿਹਨੂੰ ਇਹ ਕਹਿੰਦੇ ਆ ਕਿ ਉਹਨਾਂ ਨੇ ਪੂਰਾ ਹਾਈਜੈਕ ਕਰ ਲਿਆ, ਉਹ ਹਾਈਜੈਕ ਨਹੀਂ ਕੀਤਾ ਸੀ ਉਹਨਾਂ ਨੇ, ਉਹ ਬਕਾਇਦਾ ਉੱਥੇ ਅਗਰ ਉਹ ਸਟੇਜ ਤੇ ਚੜੇ ਆ ਤੇ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਸੀਗਾ। ਰਾਤ 12 ਵਜੇ ਤੋਂ ਲੈ ਕੇ ਸਵੇਰੇ 8-10 ਵਜੇ ਤੱਕ ਦਾ ਟਾਈਮ ਸਾਡੇ ਲੀਡਰਸ ਕੋਲ ਸੀਗਾ। 8 ਘੰਟੇ ਥੋੜੇ ਨਹੀਂ ਹੁੰਦੇ, ਤੇ ਜਿੱਥੇ ਰਹਿ ਰਹੇ ਉਹ ਬਹੁਤ ਦੂਰ ਨਹੀਂ ਸੀਗਾ। ਇਹਨਾਂ ਨੂੰ ਬਕਾਇਦਾ ਚਾਹੀਦਾ ਸੀਗਾ ਉੱਥੇ ਜਾ ਕੇ ਉਹਨਾਂ ਮੁੰਡਿਆਂ ਨਾਲ ਗੱਲ ਕਰਨੀ। ਜੇ ਉਹ ਨਾ ਮੰਨਦੇ ਫਿਰ ਅਸੀਂ ਕਹਿੰਦੇ ਕਿ ਉਹ ਗਲਤ ਆ, ਫਿਰ ਕਹਿ ਸਕਦੇ ਸੀ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਬਹੁਤ ਵਧੀਆ ਉਦਾਹਰਨ ਜਿਹੜੀ ਦਿੱਤੀ ਹੈ। ਵੈਸੇ ਪਰਿਵਾਰ ਦੇ ਵਿੱਚ ਵੀ ਸੋਚਿਓ, ਜੇ ਤੁਹਾਡੇ 2 ਬੱਚੇ ਆ ਜਾਂ 3 ਬੱਚੇ ਆ, ਜਿਹੜਾ ਤੁਹਾਡੇ ਘਰ ਦੇ ਵਿੱਚ ਥੋੜਾ ਜਿਹਾ ਅਥਰਾ ਬੱਚਾ ਹੋਊਗਾ ਨਾ, ਤੁਸੀਂ ਉਹਦੀ ਉਂਗਲ ਫੜ ਕੇ ਹਮੇਸ਼ਾ ਰੱਖੋਗੇ, ਵੀ ਪਤਾ ਹੈ ਕਿ ਉਹਨੇ ਸ਼ਰਾਰਤ ਕਰਨੀ ਆ। ਸੋ ਇਹ ਚੀਜ਼ ਜਿਹੜੀ ਤੁਸੀਂ ਆਪਣੇ ਪਰਿਵਾਰ 'ਚ ਵੀ ਦੇਖਿਓ, ਕਿਉਂਕਿ ਬਾਕੀ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਸ਼ਾਂਤ ਬੱਚਾ ਹੋਊਗਾ ਨਾ, ਉਹਦੇ ਵੱਲ ਤੁਸੀਂ ਘੱਟ ਧਿਆਨ ਦਵੋਗੇ। ਜਿਹੜਾ ਥੋੜਾ ਜਿਹਾ ਅਥਰਾ, ਜਿਹੜਾ ਸ਼ਰਾਰਤੀ ਹੈ ਨਾ, ਉਹਦੇ ਵੱਲ ਧਿਆਨ ਤੁਸੀਂ ਜਦੋਂ ਕਿਸੇ ਦੇ ਘਰ ਵੀ ਜਾਂਦੇ ਹੋ ਜਾਂ ਕਿਤੇ ਬਾਹਰ ਕਿਤੇ ਫੰਕਸ਼ਨ ਤੇ ਜਾਂਦੇ ਹੋ, ਉਹਦੇ ਵੱਲ ਤੁਹਾਡਾ ਧਿਆਨ ਜ਼ਿਆਦਾ ਹੁੰਦਾ, ਪਤਾ ਕਿ ਉਹਨੇ ਕੁਝ ਨਾ ਕੁਝ ਸ਼ਰਾਰਤ ਜਿਹੜੀ ਉਹ ਕਰਨੀ ਆ। ਤੇ ਇੱਥੇ ਕਿਤੇ ਨਾ ਕਿਤੇ ਆਗੂ ਜਿਹੜੇ ਤੁਸੀਂ ਗੱਲ ਕੀਤੀ ਆ, ਬਿਲਕੁਲ ਆਗੂ ਥੋੜੇ ਜਿਹੇ ਉਹਨਾਂ ਨੇ ਧਿਆਨ ਸ਼ਾਇਦ ਨਹੀਂ ਦਿੱਤਾ, ਜਦ ਕਿ ਉਹਨਾਂ ਨੂੰ ਪਤਾ ਵੀ ਸੀ ਵੀ ਕੁਝ, ਕਿਉਂਕਿ ਪਹਿਲਾਂ ਤੋਂ ਹੀ ਬਿਆਨਬਾਜ਼ੀ ਹੋ ਰਹੀ ਸੀ ਕਿ ਇਹ ਹੋਣਾ। ਥੋੜੇ ਜਿਹੇ ਨਹੀਂ, ਮੈਂ ਤਾਂ ਤੁਹਾਨੂੰ ਕਿਹਾ ਕਿ 99%, 1% ਜਿਹੜਾ ਮੈਂ ਬੈਨੀਫਿਟ ਆਫ ਡਾਊਟ ਦਿੰਨੀ ਹੁੰਨੀ ਆ ਚਲੋ ਕਿਸੇ ਨੂੰ ਵੀ। ਬਟ ਜਦੋਂ ਤੁਸੀਂ ਇੱਕ ਪਾਸੇ ਤਾਂ ਤੁਸੀਂ ਇੱਕ ਬੰਦੇ ਨੂੰ ਕਹਿ ਰਹੇ ਆ ਕਿ
ਔਰ ਸ਼ੁਰੂ ਤੋਂ ਹੀ ਕਹਿ ਰਹੇ ਆ, ਇਹ ਨਹੀਂ ਕਿ ਤੁਹਾਨੂੰ ਕੋਈ ਨਵਾਂ ਐਨਲਾਈਟਨਮੈਂਟ ਨਹੀਂ ਸੀ ਹੋਈ ਕਿ ਤੁਹਾਨੂੰ ਉਦੋਂ ਹੀ ਪਤਾ ਲੱਗਾ ਕਿ ਆ ਬੰਦੇ ਗੱਦਾਰ ਆ। ਤੁਸੀਂ ਉਹਨਾਂ ਨੂੰ ਗੱਦਾਰ ਦਾ ਸਰਟੀਫਿਕੇਟ ਡੇ 1 ਤੋਂ ਦਿੰਦੇ ਆ ਰਹੇ ਆ। ਜੀ ਜੀ ਜੀ। ਹੁਣ ਤੁਸੀਂ ਇਹ ਮੈਨੂੰ ਸੋਚ ਕੇ ਦੱਸਿਓ, ਜੇ ਸਾਡੇ ਸਾਰੇ ਜਿੰਨੇ ਵੀ ਸਰੋਤੇ ਆ ਸੋਚ ਕੇ ਦੱਸਿਓ ਜੀ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਕਿਸੇ ਨਾਲ ਲੱਗਦੀ ਆ, ਹਾਂਜੀ, ਔਰ ਉਹ ਤੁਹਾਡੇ ਘਰ ਦੇ ਸਾਹਮਣੇ ਖੜੇ ਬੜਕਾ ਮਾਰਦੇ ਪਏ ਆ, ਜੀ, ਤੇ ਤੁਸੀਂ ਕੀ ਕਰੋਗੇ? ਤੁਸੀਂ ਬਕਾਇਦਾ ਉਹਨਾਂ ਨੂੰ ਰੋਕਣ ਜਾਓਗੇ ਜਾਂ ਉਹਨਾਂ ਨਾਲ ਗੱਲਬਾਤ ਕਰਨ ਜਾਓਗੇ, ਜਾਂ ਤੁਸੀਂ ਸੋਚੋਗੇ ਵੀ ਪਹਿਲਾਂ ਮੇਰੇ ਘਰ ਨੂੰ ਅੱਗ ਲਾ ਲੈਣ ਦਿਓ ਫਿਰ ਮੈਂ ਆਉਂਗਾ, ਉਸ ਤੋਂ ਬਾਅਦ ਜਿਹੜਾ ਫਿਰ ਮੈਂ ਕਹੂੰਗਾ ਕਿ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਈ? ਇੰਜ ਨਹੀਂ ਹੁੰਦਾ। ਸਾਨੂੰ ਥੋੜਾ ਜਿਹਾ ਆਪਣੀ ਜਿਹੜੀ ਕ੍ਰਿਟੀਕਲ ਥਿੰਕਿੰਗ ਆ ਨਾ, ਉਹਨੂੰ ਸੰਭਾਲ ਕੇ, ਉਹਨੂੰ ਸੰਜੋ ਕੇ ਰੱਖਣਾ ਪਊਗਾ। ਸਾਨੂੰ ਸੋਚਣਾ ਪਊਗਾ ਕਿ ਕਿੱਥੇ ਕੀ ਗਲਤ ਹੋਇਆ। ਪਰ ਇੱਕ ਚੀਜ਼ ਮੈਂ ਇੱਥੇ ਕਿਰਨ ਜੀ ਜ਼ਰੂਰ ਗੱਲ ਕਰਨਾ ਚਾਹੂੰਗੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਹੋਣ ਤੋਂ ਬਾਅਦ ਜਦੋਂ 26 ਜਨਵਰੀ ਤੋਂ ਬਾਅਦ ਜੇ ਸਟੇਜਾਂ ਤੋਂ ਸਾਡੇ ਆਗੂ ਜਿਹੜੇ ਆ, ਚਲੋ ਮੈਂ ਮੰਨ ਵੀ ਲੈਂਦੀ ਆ ਇਹ ਚੀਜ਼ ਕਿ ਜਿਹੜਾ ਗਲਤ ਨੌਜਵਾਨਾਂ ਵੱਲੋਂ ਫੈਸਲਾ ਜਿਹੜਾ ਲਿਆ ਗਿਆ, ਤੇ ਜੇ 27 ਜਨਵਰੀ ਨੂੰ ਜੇ ਸਟੇਜ ਦੇ ਉੱਤੋਂ ਪੋਜ਼ਿਟਿਵਿਟੀ ਵਾਲੇ ਬਿਆਨ ਆ ਜਾਂਦੇ, ਸਹੀ ਬਿਆਨ ਜਿਹੜੇ ਕਿ ਚਾਹੇ ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਦੇ ਹੱਕ ਦੇ ਵਿੱਚ, ਪਰ ਕੁਝ ਇਦਾਂ ਦੇ ਨਾ ਹੁੰਦੇ ਜਿਹਦੇ ਵਿੱਚ ਕਿ ਗਦਾਰ ਜਾਂ ਇਦਾਂ ਜ਼ਹਿਰ ਉਗਲਣ ਵਾਲੇ ਨਾ ਹੁੰਦੇ, ਤਾਂ ਸ਼ਾਇਦ ਜਿਹੜੀ ਜੋ ਨੈਗੇਟਿਵਿਟੀ ਫੈਲੀ, ਜੋ ਪੂਰੀ ਦੁਨੀਆ ਦੇ, ਮੈਂ ਗੱਲ ਕਰੂੰਗੀ ਪੂਰੀ ਦੁਨੀਆ ਤੇ ਜੋ ਵਿਚਾਰਾਂ ਦਾ ਵਿਵਾਦ ਹੋਇਆ, ਸ਼ਾਇਦ ਇਹ ਨਾ ਹੁੰਦਾ। ਬਿਲਕੁਲ ਉਹ ਨਹੀਂ ਹੋਣਾ ਸੀਗਾ। ਉਸ ਤੋਂ ਵੀ ਪਹਿਲਾਂ ਜਿਹੜਾ 26 ਜਨਵਰੀ ਨੂੰ ਵੀ ਜੋ ਹੋਇਆ ਨਾ ਜੀ, ਜੇ ਆਪਾਂ ਉਹਨੂੰ ਵੀ ਧਿਆਨ ਨਾਲ ਸਮਝੀਏ ਤਾਂ 26 ਜਨਵਰੀ ਨੂੰ ਉਹਨਾਂ ਮੁੰਡਿਆਂ ਨੇ ਕਿਸੇ ਨੇ ਕੁਝ ਨਹੀਂ ਕੀਤਾ ਜੀ। ਤੁਸੀਂ ਇਹ ਦੇਖੋ ਕਿ ਜਿਹੜੇ ਉਹਨਾਂ ਨੂੰ ਰੂਟ ਦਿੱਤੇ ਗਏ ਸੀਗੇ, ਔਰ ਬਕਾਇਦਾ ਜਿਹੜੀਆਂ ਜਥੇਬੰਦੀਆਂ ਆਪ ਦੱਸਦੀਆਂ ਪਈਆਂ ਕਿ ਜਿਹੜੇ ਰੂਟ ਸੀਗੇ ਜਿੱਥੋਂ ਉਹਨਾਂ ਨੇ ਯੂ ਟਰਨ, ਕਿਉਂਕਿ 3 ਰੂਟ ਸੀਗੇ ਹੈਨਾ ਅਲੱਗ-ਅਲੱਗ ਜਗ੍ਹਾ ਦੇ ਉੱਤੇ, ਜਿੱਥੋਂ ਉਹਨਾਂ ਨੇ ਯੂ ਟਰਨ ਕਰਨਾ ਸੀਗਾ, ਵਾਪਸ ਆਉਣਾ ਸੀ, ਉੱਥੇ ਬਕਾਇਦਾ ਪੁਲਿਸ ਖੜੀ ਸੀ, ਉੱਥੇ ਬਕਾਇਦਾ ਫੋਰਸਿਸ ਲੱਗੀਆਂ ਹੋਈਆਂ ਸੀਗੀਆਂ। ਔਰ ਇਹਨਾਂ ਦੇ ਆਪਣੇ ਬਿਆਨ ਨੇ ਜਥੇਬੰਦੀਆਂ ਦੇ ਕਿ ਉਹਨਾਂ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕਿਹਾ ਕਿ ਅੱਗੇ ਸਿੱਧੇ ਚਲੇ ਜਾਓ। ਹੁਣ ਜਿਹੜਾ ਬੰਦਾ ਪਹਿਲੀ ਵਾਰੀ ਦਿੱਲੀ ਗਿਆ ਆ, ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਸੜਕ ਕਿੱਧਰ ਨੂੰ ਜਾਂਦੀ ਹੈ? ਸੋ ਉਹ ਜਿੱਧਰ ਨੂੰ ਕਹੀ ਗਏ ਕਿ ਇੱਧਰ ਨੂੰ ਚੱਲ ਜਾਓ, ਚਲੇ ਗਏ ਬਕਾਇਦਾ। ਔਰ ਇਹ ਵੀ ਹੁਣ ਸਾਹਮਣੇ ਆ ਗਿਆ ਕਿ ਜਿਹੜੀ ਪੁਲਿਸ ਹੈ ਉਹ ਉਹਨਾਂ ਨੂੰ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਲਾਲ ਕਿਲੇ ਛੱਡ ਕੇ ਆਈ ਹੈ, ਔਰ ਜਿਹੜਾ ਨਵਾਂ ਬੰਦਾ ਗਿਆ ਉਹਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਕਿੱਥੇ ਚੱਲਿਆ, ਕੀ ਹੋ ਰਿਹਾ। ਸੋ ਬੇਸਿਕਲੀ ਜਿਹੜੀ ਉੱਥੇ ਭੀੜ ਇਕੱਠੀ ਹੋਈ ਨਾ, ਉਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ। ਇਹ ਸੀਗਾ ਕਿ ਜਿਹੜੀ ਗਵਰਨਮੈਂਟ ਨੇ ਇੱਕ ਟ੍ਰੈਪ ਸੈੱਟ ਕੀਤਾ ਸੀ, ਉਸ ਟ੍ਰੈਪ ਦੇ ਵਿੱਚ ਸਾਰੇ ਫਸ ਗਏ, ਜਿਸ 'ਚ ਜਥੇਬੰਦੀਆਂ ਵੀ ਆਉਂਦੀਆਂ, ਜਿਹਦੇ ਵਿੱਚ ਜਿਹੜੇ ਭਾਵੇਂ ਉਹਨਾਂ ਦੇ ਆਪੋਜ਼ਿਟ ਆ ਉਹ ਵੀ ਆਉਂਦੇ ਆ, ਜਿਸ 'ਚ ਯੂਥ ਵੀ ਆਉਂਦਾ ਜੀ। ਸੋ ਇਹ ਗਲਤ ਫੈਸਲਾ ਕਿਸੇ ਦਾ ਨਹੀਂ ਸੀ। ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ, ਬਹੁਤਾ ਜਿਹੜਾ ਅਸੀਂ ਰੌਲਾ ਪਾ ਲਿਆ ਨਾ ਤਿਰੰਗਾ ਤਿਰੰਗਾ ਤਿਰੰਗਾ, ਨਾ ਤਾਂ ਉੱਥੇ ਤਿਰੰਗੇ ਨੂੰ ਹੱਥ ਲਾਇਆ ਗਿਆ ਜੀ, ਉੱਥੇ ਇੱਕ ਖਾਲੀ ਪੋਲ ਦੇ ਉੱਤੇ ਇੱਕ ਨਿਸ਼ਾਨ ਸਾਹਿਬ ਜਿਹੜੇ ਉਹ ਚਲਾਏ ਗਏ, ਤੇ ਨਾਲ ਹੀ ਉਹਦੇ ਕਿਸਾਨੀ ਦਾ ਝੰਡਾ ਵੀ ਚਲਾਇਆ ਗਿਆ, ਰਾਈਟ। ਮੈਨੂੰ ਇੰਜ ਲੱਗਦਾ ਹੈ ਕਿ ਇਹ ਨਿਸ਼ਾਨ ਸਾਹਿਬ ਦੀ ਤੋਹੀਨ ਆ, ਕਿਉਂਕਿ ਨਿਸ਼ਾਨ ਸਾਹਿਬ ਜਿਹੜੇ ਆ ਉਹ ਸਭ ਤੋਂ ਉੱਤੇ ਹੋਣੇ ਚਾਹੀਦੇ। ਬਿਲਕੁਲ ਮੈਂ ਉਹਨੂੰ ਕਿਸੇ ਨੈਸ਼ਨਲ ਫਲੈਗ ਦੀ ਜਾਂ ਕਿਸੇ ਕਿਸਾਨੀ ਦੇ ਫਲੈਗ ਦੀ, ਸਗੋਂ ਕਿਸਾਨੀ ਦਾ ਫਲੈਗ, ਨੈਸ਼ਨਲ ਫਲੈਗ, ਉਹਨਾਂ ਦੀ ਤੇ ਇੱਜ਼ਤ ਵੱਧ ਗਈ ਨਿਸ਼ਾਨ ਸਾਹਿਬ ਦੇ ਬਰਾਬਰ ਆ ਕੇ। ਨਹੀਂ ਸਿਰ ਝੁਕਾਉਂਦੇ ਆ। ਜੇ ਆਪਾਂ ਗੱਲ ਕਰੀਏ, ਅਸੀਂ ਸਾਰੀ ਜੇ ਆਪਾਂ ਗੱਲ ਕਰੀਏ ਪੂਰੀ ਵਰਲਡ, ਪੂਰੀ ਦੁਨੀਆ ਦੇ ਜਿਹੜੇ ਮਾਲਕ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਅਸੀਂ ਜਦੋਂ ਗੱਲ ਕਰਦੇ ਆ ਤੇ ਨਿਸ਼ਾਨ ਸਾਹਿਬ ਦੀ ਗੱਲ, ਸਿਰ ਝੁਕਦਾ ਹਰ ਇੱਕ ਦਾ, ਕਿਸੇ ਵੀ ਧਰਮ ਦਾ ਕੋਈ ਹੈ। ਜੇ ਆਪਾਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਆ, ਚਾਰੋਂ ਦਰਵਾਜ਼ੇ ਖੁੱਲੇ ਹੋਏ ਨੇ, ਸੋ ਸਾਰੇ ਧਰਮਾਂ ਦਾ ਸਿਰ ਝੁਕਦਾ ਆ ਬਿਲਕੁਲ ਗੁਰੂ ਮਹਾਰਾਜ ਦੇ ਅੱਗੇ। ਤੇ ਫਿਰ ਇੱਥੇ ਆ ਕੇ ਕੀ ਇਦਾਂ ਦਾ ਹੋ ਗਿਆ ਜਿਹੜਾ ਕਿ ਇੰਨੇ ਵਿਵਾਦਾਂ ਦੇ ਵਿੱਚ ਇਸ ਫਸ ਗਏ? ਚਲੋ ਉਹ ਵੀ ਹੋ ਗਿਆ, ਚਲੋ ਮੈਂ ਮੰਨਦੀ ਆ, ਪਰ ਮੈਨੂੰ ਲੋਕਾਂ ਦੀ ਜਿਹੜੀ ਆ ਉਹ ਨਹੀਂ ਸਮਝ ਲੱਗੀ ਕਿ ਲੋਕਾਂ ਨੇ, ਹੁਣ ਤੁਸੀਂ ਬਿਆਨ ਦੇਖਿਓ, ਇਸ ਹਫਤੇ ਦੇ ਵਿੱਚ ਜਿਹੜੇ ਬਿਆਨ ਆ ਉਹ ਬਦਲਣੇ ਸ਼ੁਰੂ ਹੋ ਗਏ, ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਤੇ ਬਿਆਨ ਵੀ ਬਦਲਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਕਈ ਜਿਹੜੇ ਉਹਨਾਂ ਦੇ ਨਾਲ ਦੇ, ਜਿਹੜੇ ਮੈਂ ਕਹੂੰਗੀ ਬਲੀ ਦਾ ਬੱਕਰਾ ਦੀਪ ਸਿੱਧੂ ਨੂੰ ਬਣਾਇਆ ਗਿਆ, ਉਹਦੇ ਨਾਲ ਦੇ ਜਿਹੜੇ ਸੀਗੇ ਉਹਨਾਂ ਵੱਲੋਂ ਉਸ ਟਾਈਮ ਜਿਹੜਾ ਉਹਨੂੰ ਗਦਾਰ ਕਰਾਰ ਦਿੱਤਾ ਗਿਆ, ਬਿਆਨ ਆ ਗਏ, ਤੇ ਹੁਣ ਹਫਤੇ ਥੋੜੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਵੀ ਬਿਆਨ ਜਿਹੜੇ ਉਹ ਬਦਲਣੇ ਸ਼ੁਰੂ ਹੋ ਗਏ। ਅਸੀਂ ਡਰਪੋਕ ਲੋਕ ਆ ਜੀ, ਸਾਨੂੰ ਇੰਜ ਲੱਗਦਾ ਹੈ ਬੜੀ ਸਟ੍ਰੇਟ ਫਾਰਵਰਡ ਔਰ ਕੌੜੀ ਗੱਲ, ਅਸੀਂ ਡਰਪੋਕ ਲੋਕ ਆ। ਅਸੀਂ ਆਪਣੇ ਉੱਤੇ ਇੱਕ ਖੱਲ ਪਾਈ ਬੈਠੇ ਆ ਕਿ ਅਸੀਂ ਬਹੁਤ ਬਹਾਦਰ ਹੁੰਨੇ ਆ, ਅਸੀਂ ਗਾਣਿਆਂ ਦੇ ਵਿੱਚ ਆਹ ਕਰ ਦਾਂਗੇ ਉਹ ਕਰ ਦਾਂਗੇ, ਅਸਲ ਦੇ ਵਿੱਚ ਅਸੀਂ ਖੋਖਲੇ ਲੋਕ ਆ। ਜਦੋਂ ਉਹਨਾਂ ਨੂੰ ਲੱਗਾ, ਸਾਰਿਆਂ ਨੂੰ, ਕਿਸੇ ਨੂੰ ਵੀ, ਚਾਹੇ ਉਹ ਜਥੇਬੰਦੀਆਂ ਹੋਣ, ਚਾਹੇ ਉਹ ਸਿੰਗਰ ਹੋਣ, ਚਾਹੇ ਜਿਹਨੂੰ ਵੀ, ਹਰ ਬੰਦੇ ਨੂੰ ਇਹ ਲੱਗਾ ਕਿ ਜੇ ਹੁਣ ਇਹਦਾ ਸਾਥ ਦਿੱਤਾ ਗਿਆ ਨਾ, ਜਾਂ ਉਹਦਾ ਜਾਂ ਕਿਸੇ ਦਾ ਵੀ, ਤਾਂ ਇਹ ਗੱਲ ਸਾਡੇ ਗਲ ਪੈ ਜਾਣੀ ਆ। ਇਸ ਕਰਕੇ ਉਹਨਾਂ ਨੇ ਹੌਲੇ ਜਿਹਾ ਆਪਣਾ ਕੰਨੀ ਕੱਟ ਲਈ ਵੀ ਅਸੀਂ ਤਾਂ ਜੀ ਚੰਗੇ ਬੀਬੇ ਬੱਚੇ ਸੀਗੇ, ਅਸੀਂ ਕੁਝ ਨਹੀਂ ਕੀਤਾ, ਜਦ ਕਿ ਗੱਲ ਏਦਾਂ ਨਹੀਂ ਸੀ। ਹਮੇਸ਼ਾ ਤੋਂ ਡੇ 1 ਤੋਂ ਜੋ ਕੁਝ ਵੀ ਹੋ ਰਿਹਾ ਸਾਰੇ ਇਕੱਠੇ ਸੀਗੇ। ਬਿਲਕੁਲ ਮੈਂ ਫਿਰ ਉਸੇ ਗੱਲ ਤੇ ਆਉਣੀ ਆ ਜਿਹੜਾ ਇਹ ਰੌਲਾ ਪਿਆ। ਅਸੀਂ ਇੰਨੀ ਛੇਤੀ ਆਪਣੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਨਾ ਕਿ ਨਾ ਤਾਂ ਅਸੀਂ, ਨਾ ਸਾਡੇ ਚੋਂ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਇੰਡੀਅਨ ਫਲੈਗ ਕੋਡ ਆ ਉਹ ਕਹਿੰਦਾ ਕੀ ਆ ਜੀ। ਤਿਰੰਗੇ ਦੀ ਉੱਥੇ ਕੋਈ ਬੇਅਦਬੀ ਨਹੀਂ ਹੋਈ।
ਹੁਣ ਇੱਕ ਨਵਾਂ ਜਿਹੜਾ ਨਵੀਂ ਵੀਡੀਓ ਇੱਕ ਮੈਂ ਦੇਖੀ ਸੀਗੀ, ਉਹ ਚਾਹੇ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ, ਤੁਸੀਂ ਚਲਾ ਵੀ ਸਕਦੇ ਆ ਇਸ ਤੋਂ ਬਾਅਦ ਜੀ। ਉਹਦੇ ਵਿੱਚ ਉਸੇ ਗੁੰਬਦ ਦੇ ਉੱਤੇ ਜਿੱਥੇ ਨਿਸ਼ਾਨ ਸਾਹਿਬ ਲੱਗੇ ਹੋਏ ਆ, ਗੁੰਬਦ ਦੇ ਉੱਪਰ ਵੀ ਲਾਏ ਸੀ ਨਾ, ਉੱਥੇ ਉਹੀ ਮੁੰਡੇ ਤਿਰੰਗਾ ਵੀ ਚੜਾ ਰਹੇ ਆ, ਬਿਲਕੁਲ ਹੈ ਨਾ। ਉਹ ਵੀ ਇੱਕ ਵੀਡੀਓ ਸਾਹਮਣੇ ਆਈ ਆ। ਤਾਂ ਉਹਨਾਂ ਦੇ ਦਿਲ ਦੇ ਵਿੱਚ ਕਿਸੇ ਦਾ ਕੋਈ ਅਪਮਾਨ ਕਰਨ ਵਾਲੀ ਕੋਈ ਗੱਲ ਨਹੀਂ ਸੀ। ਸਾਨੂੰ ਚਾਹੀਦਾ ਸੀਗਾ ਥੋੜਾ ਜਿਹਾ ਸਹਿਜ, ਥੋੜਾ ਜਿਹਾ ਠਰਮਾ, ਤਾਂ ਕਿ ਅਸੀਂ ਦੇਖ ਲੈਂਦੇ। ਔਰ ਜਥੇਬੰਦੀਆਂ ਨੂੰ ਬੜੇ ਪਿਆਰ ਨਾਲ ਐਲਾਨ ਕਰ ਦੇਣਾ ਚਾਹੀਦਾ ਸੀਗਾ ਕਿ ਚਲੋ ਕੋਈ ਗੱਲ ਨਹੀਂ, ਜੋ ਕੁਝ ਵੀ ਹੋਇਆ, ਲਾਲ ਕਿਲਾ ਨੈਸ਼ਨਲ ਹੈਰੀਟੇਜ ਆ ਜੀ, ਉੱਥੇ ਕੋਈ ਵੀ ਜਾ ਸਕਦਾ। ਉਹ ਮੋਦੀ ਹੁਣਾਂ ਦੇ ਆਪਣੇ ਘਰ ਦਾ ਨਹੀਂ ਹੈ, ਹੈ ਨਾ, ਜਾਂ ਕਿਸੇ ਦੇ ਵੀ ਘਰ ਦਾ ਨਹੀਂ, ਕੋਈ ਵੀ ਜਾ ਸਕਦਾ। ਤਾਂ ਐਡੀ ਵੱਡੀ ਕੀ ਗੱਲ ਹੋ ਗਈ? ਕੋਈ ਗੱਲ ਨਹੀਂ ਜੀ, ਅਸੀਂ ਅਸੀਂ ਦੇਖ ਕੇ ਫਿਰ ਆਪਣਾ ਫੈਸਲਾ ਦਵਾਂਗੇ। ਨਾ ਕਿ ਉਹ ਇੱਕਦਮ ਇੱਕ ਵੇਗ ਚ ਆ ਕੇ, ਔਰ ਕਿਉਂਕਿ ਸਾਰੇ ਬੋਲਦੇ ਪਏ ਆਪਾਂ ਵੀ ਬੋਲ ਦਈਏ, ਇਹਦੇ ਨਾਲ ਜਿਹੜੀ ਉਹ ਨੈਗੇਟਿਵਿਟੀ ਜ਼ਿਆਦਾ ਫੈਲੀ ਆ। ਔਰ ਹੁਣ ਜਿਹੜੇ ਸਕੇਪ ਗੋਟ ਆ ਨਾ, ਉਹ ਦੋ ਮੁੰਡੇ ਬਣ ਗਏ, ਇੱਕ ਲੱਖਾ ਤੇ ਇੱਕ ਦੀਪ ਸਿੱਧੂ। ਬਿਲਕੁਲ, ਮੇਰੇ ਖਿਆਲ ਸੁਖਪ੍ਰੀਤ ਸਿੰਘ ਉਦੋਂ ਕੇ ਵੀ ਉਹਨਾਂ ਨੂੰ ਨਾਲ ਜਿਹੜਾ ਘੜੀਸ ਰਹੇ ਆ, ਉਹਨਾਂ ਨੂੰ ਨਾਲ ਨਾਮ ਨਹੀਂ ਰੱਖੇ ਗਏ ਹਜੇ। ਜੀ ਨਹੀਂ, ਵੈਸੇ ਦੇਖਿਆ ਜਾਏ ਇੰਨੇ ਮੈਂ ਕਹੂੰਗੀ ਕਿ ਵਧੀਆ ਜਿਹੜੇ ਹੈਗੇ ਆ ਕਿ ਸਾਹਿਤਕਾਰ ਨੇ, ਵਧੀਆ ਜਿਹੜਾ ਉਹਨਾਂ ਦੇ ਵਿਚਾਰਾਂ ਤੁਸੀਂ ਸੁਣ ਕੇ ਦੇਖਿਓ। ਕਈ ਵਾਰੀ ਹੁੰਦਾ ਕਿ ਸ਼ਾਇਦ ਸਾਨੂੰ ਆਪਾਂ ਉਹਨਾਂ ਦੇ ਲਾਗੇ ਜ਼ੀਰੋ ਲੱਗਦੇ, ਉਹਨਾਂ ਨੂੰ ਇੰਨਾ ਗਿਆਨ ਆ, ਪਰ ਮੈਨੂੰ ਕਈ ਵਾਰੀ ਸਮਝ ਨਹੀਂ ਲੱਗਦੀ ਕਿ ਤੁਸੀਂ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਆ ਕਰ ਰਹੇ ਹੋ, ਕਿ ਉਹ ਵੀ ਨਾਲ ਹੀ ਰਲੇ ਹੋਏ ਸਨ। ਜਿਹੜੀ ਸਾਡੀ ਮਾਨਸਿਕਤਾ ਆ, ਮੈਂ ਸੋਚਦੀ ਹੁੰਦੀ ਕਈ ਵਾਰੀ ਸੋਚ ਕੇ, ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਕਮੈਂਟ ਵੀ ਪੜ੍ਹਦੇ ਹੋ ਜਾਂ ਸਾਰੇ, ਕਿ ਇੰਨੀ ਮਾਨਸਿਕਤਾ ਸਾਡੀ ਕਿ ਸਾਨੂੰ ਸਮਝ ਨਹੀਂ ਲੱਗਦੀ ਕਿ ਕੌਣ ਕਹੀ ਸਹੀ ਹੈ ਤੇ ਕੌਣ ਗਲਤ ਹੈ। ਉਹਦੇ ਵਾਸਤੇ ਸਾਨੂੰ ਦੇਖਣਾ ਪਊਗਾ ਕਿ ਕਿਹੜੀਆਂ ਵਿਚਾਰਧਾਰਾਵਾਂ ਕੰਮ ਕਰ ਰਹੀਆਂ ਜੀ, ਇਹ ਦੇਖਣਾ ਪਊਗਾ। ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਆਹ ਜਿਹੜਾ ਉਹਨਾਂ ਟਰਾਲੀ ਟਾਈਮਸ ਜਦੋਂ ਸ਼ੁਰੂ ਹੋਇਆ ਸੀ ਕਿ ਤੁਸੀਂ ਵੀ ਜੀ ਆਪਣਾ ਕੁਝ ਲਿਖ ਕੇ ਭੇਜੋ, ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੇ ਕੋਲੋਂ ਨਹੀਂ ਹੋਣਾ। ਉਹਦਾ ਕਾਰਨ ਇਹ ਆ ਕਿ ਸੁਖਪ੍ਰੀਤ ਸਿੰਘ ਉਦੋਕੇ ਵਰਗੇ ਬੰਦੇ ਨੂੰ ਤੁਸੀਂ ਬਾਹਰ ਕੱਢਤਾ ਜੀ, ਹੈ ਨਾ, ਤੇ ਹੁਣ ਮੈਂ ਉਹਦੇ ਵਿੱਚ ਜਾ ਕੇ ਕੁਝ ਲਿਖਣਾ ਸ਼ੁਰੂ ਕਰਾਂ ਤਾਂ ਇਹ ਪੋਸੀਬਲ ਨਹੀਂ ਹੈਗਾ, ਕਿਉਂਕਿ ਮੇਰੀ ਉਹ ਕਹਿੰਦੇ ਜੀ ਨਹੀਂ, ਉਹ ਇਸ ਕਰਕੇ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਕਿਉਂਕਿ ਉਹ ਸਿੱਖੀ ਦੀ ਗੱਲ ਕਰਦੇ ਆ। ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਵਿੱਚੋਂ ਤੇ ਫਿਰ ਤੁਸੀਂ ਸਿੱਖੀ ਮਾਈਨਸ ਕਰ ਹੀ ਨਹੀਂ ਸਕਦੇ, ਉਹ ਪੋਸੀਬਲ ਹੀ ਨਹੀਂ ਆ। ਮੈਂ ਤਾਂ ਜੋ ਵੀ ਲਿਖੂੰਗੀ ਉਹ ਸਿੱਖੀ ਤੋਂ ਸ਼ੁਰੂ ਹੋਊਗਾ, ਸਿੱਖੀ ਤੇ ਖਤਮ ਹੋਊਗਾ, ਕਿਉਂਕਿ ਮੇਰੇ ਵਿੱਚ ਮੈਨੂੰ ਜੋ ਦਿੱਤਾ ਉਹ ਮੇਰੇ ਗੁਰੂ ਪਾਤਸ਼ਾਹ ਨੇ ਦਿੱਤਾ ਆ। ਮੈਂ ਹੋਰ ਕਿਸੇ ਵਿਚਾਰਧਾਰਾ ਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਬਾਅਦ ਦੀ ਗੱਲ ਆ। ਇਸ ਕਰਕੇ ਸਾਨੂੰ ਇਹ ਦੇਖਣਾ, ਇਹ ਸਾਰੇ ਪੰਜਾਬ ਵਾਸੀਆਂ ਵਾਸਤੇ, ਪੰਜਾਬ ਤੋਂ ਬਾਹਰ ਬੈਠਿਆਂ ਵਾਸਤੇ ਵੀ ਇੱਕ ਗੱਲ ਆ, ਜਦੋਂ ਵੀ ਤੁਸੀਂ ਕਿਸੇ ਦੇ ਨਾਲ ਲੱਗਦੇ ਆ ਨਾ, ਇਹ ਜ਼ਰੂਰ ਦੇਖੋ ਕਿ ਉਸ ਬੰਦੇ ਦਾ ਕੰਟੈਕਸਟ ਕੀ ਆ, ਉਹ ਕਾਹਦੇ ਵਿੱਚ ਗੱਲ ਕਰ ਰਿਹਾ। ਅਗਰ ਉਹ ਕਿਸੇ ਚੀਜ਼ ਬਾਰੇ, ਜਿਸ ਦਿਨ ਰਾਜੇਵਾਲ ਸਾਹਿਬ ਨੇ ਕਿਹਾ ਸੀਗਾ ਨਾ, ਨਿਸ਼ਾਨ ਸਾਹਿਬ ਦੇ ਉੱਤੇ ਗੱਲ ਆਈ ਸੀ, ਨਿਹੰਗ ਸਿੰਘਾਂ ਦੇ ਉੱਤੇ, ਇਮੀਡੀਏਟ ਰਿਐਕਸ਼ਨ ਸਾਡਾ ਇਹ ਸੀਗਾ ਕਿ ਇਹਨੂੰ ਸਟੇਜ ਤੋਂ ਬਾਹਰ ਕੱਢ ਦਿਓ। ਇਹ ਨਹੀਂ ਸੀ ਹੋਣਾ ਚਾਹੀਦਾ। ਸਾਨੂੰ ਚਾਹੀਦਾ ਸੀਗਾ ਇਹ ਸਮਝਣਾ ਕਿ ਉਹ ਕਿਹੜੀ ਵਿਚਾਰਧਾਰਾ ਚੋਂ ਆ ਰਿਹਾ ਹੈ, ਕਿਉਂ ਕਹਿ ਰਹੇ ਆ ਉਹ, ਕਿਹੜੀ ਕਿਹੜੀ ਵਿਚਾਰਧਾਰਾ ਦੇ ਵਿੱਚੋਂ ਨਿਕਲ ਕੇ ਆ ਰਹੇ ਹੈ ਨਾ। ਇਸੇ ਤਰੀਕੇ ਨਾਲ ਜਿੱਦਾਂ ਸੁਖਪ੍ਰੀਤ ਸਿੰਘ ਉਦੋਕੇ ਨੂੰ ਟਰਾਲੀ ਟਾਈਮਸ ਚੋਂ ਬਾਹਰ ਕੱਢਿਆ ਗਿਆ ਸੀਗਾ, ਦੇਖਣਾ ਚਾਹੀਦਾ ਸੀਗਾ ਕਿ ਸੁਖਪ੍ਰੀਤ ਸਿੰਘ ਉਦੋਕੇ ਦਾ ਕਨਫਲਿਕਟ ਕਿੱਥੇ ਆ, ਹੈ ਨਾ। ਫਿਰ ਤੁਹਾਨੂੰ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਅੱਛਾ ਆਹ ਵਾਲੀ ਵਿਚਾਰਧਾਰਾ ਕੰਮ ਕਰਦੀ ਪਈ ਆ, ਇੱਕ ਆਹ ਆ, ਇੱਕ ਆ। ਹੁਣ ਉੱਥੇ ਜਿਹੜੀਆਂ ਨਾ 3 ਮੇਨ ਵਿਚਾਰਧਾਰਾ ਕੰਮ ਕਰਦੀਆਂ ਪਈਆਂ, ਇੱਕ ਸਿੱਖੀ ਪ੍ਰਤੀ ਜਿਨ੍ਹਾਂ ਦੇ ਦਿਲ 'ਚ ਜਜ਼ਬਾ ਆ, ਦੂਸਰਾ ਜਿਹੜੀ ਕਾਮਰੇਡ ਵਿਚਾਰਧਾਰਾ ਆ, ਤੀਸਰੀ ਗਾਂਧੀਵਾਦੀ ਵਿਚਾਰਧਾਰਾ। ਜੀ ਸੋ 3 ਜਿਹੜੇ ਵਿਚਾਰਧਾਰਾਵਾਂ ਹੋ ਗਈਆਂ ਜੀ, ਜਿਹਦੇ ਵਿੱਚ ਯੋਗਿੰਦਰ ਯਾਦਵ ਹੋਣੀ ਹੈਗੇ, ਜਿਨ੍ਹਾਂ ਨੇ ਤੁਹਾਡੇ ਹੱਥ ਵਿੱਚ ਤਿਰੰਗੇ ਫੜਾਏ, ਤੁਹਾਨੂੰ ਭੁੱਖ ਹੜਤਾਲਾਂ ਕਰਨ ਦੇ ਉੱਤੇ ਵੀ ਉਹਨਾਂ ਨੇ ਤੁਹਾਨੂੰ ਲਾ ਦਿੱਤਾ, ਉਹ ਵਾਲੇ ਵੀ ਹੈਗੇ ਆ। ਹੁਣ ਪ੍ਰੋਬਲਮ ਕਿੱਥੇ ਆਉਂਦੀ ਆ ਨਾ, ਕਿ ਜਦੋਂ ਵੀ ਕੋਈ ਬੋਲਦਾ ਆ ਕਿ ਬਈ ਆਹ ਵਾਲੀ ਵਿਚਾਰਧਾਰਾ ਥੋੜੀ ਗੜਬੜ ਕਰਦੀ ਪਈ ਆ, ਅਗਲੇ ਉਸੇ ਵੇਲੇ ਕਹਿੰਦੇ ਤੁਸੀਂ ਚੁੱਪ ਕਰੋ, ਢਾਹ ਨਾ ਲਾਓ। ਹੁਣ ਮੇਰੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਇਥੋਂ ਇਹ ਅਪੀਲ ਆ ਕਿ ਜੇ ਮੋਦੀ ਦੇ ਖਿਲਾਫ ਆਪਾਂ ਬੋਲਦੇ ਆ ਜਾਂ ਆਪਾਂ ਮੋਦੀ ਗਵਰਨਮੈਂਟ ਦੇ ਖਿਲਾਫ ਬੋਲਦੇ ਆ ਕਿ ਉਹ ਗਲਤ ਕਰ ਰਹੇ, ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਦੇਸ਼ ਤੋੜਨ ਦੀ ਗੱਲ ਕਰਦੇ ਆ। ਜੀ ਤੇ ਇਹੀ ਗੱਲ ਆਪਾਂ ਜਦੋਂ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਕਹਿੰਦੇ ਤੁਸੀਂ ਗਲਤ ਕਰ ਰਹੇ ਆ, ਤਾਂ ਅੱਗੋਂ ਇਹ ਆਉਂਦੀ ਆ ਕਿ ਤੁਸੀਂ ਅੰਦੋਲਨ ਤੋੜਨ ਦੀ ਗੱਲ ਕਰ। ਫਿਰ ਦੋਵਾਂ ਵਿੱਚ ਫਰਕ ਕੀ ਆ? ਦੋਵੇਂ ਇੱਕੋ ਹੀ ਲੈਵਲ ਦੇ ਉੱਤੇ ਹੈਗੇ ਆ। ਸਾਨੂੰ ਆਜ਼ਾਦੀ ਨਹੀਂ ਆ ਆਪਣੇ ਵਿਚਾਰ ਰੱਖਣ ਦੀ, ਅਸੀਂ ਇੱਕ ਚੀਜ਼ ਨਾਲ ਜੜ ਹੋ ਜਾਂਦੇ ਆ। ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਆਹ ਗੱਲ ਸੱਚ ਆ ਨਾ, ਬਸ ਹੁਣ ਇਹੀ ਸੱਚ ਰਹਿਣੀ ਚਾਹੀਦੀ ਹੈ। ਇੰਜ ਕਦੀ ਨਹੀਂ ਹੁੰਦਾ। ਸਾਨੂੰ ਸਾਰਿਆਂ ਨੂੰ ਆਪ ਸਮਝਣਾ ਪੈਣਾ ਆ ਕਿ ਕਿਹੜੀ ਚੀਜ਼, ਕਿਹੜੀ ਵਿਚਾਰਧਾਰਾ ਕਿੱਥੋਂ ਆ ਰਹੀ ਆ, ਫਿਰ ਅਸੀਂ ਉਸ ਦੀ ਗੱਲ ਦੇ ਅੱਗੇ ਗੱਲ ਲੈ ਕੇ ਚੱਲ ਸਕਦੇ ਹਾਂ। ਜੀ ਤੇ ਬਿਲਕੁਲ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ, ਕਿਉਂਕਿ ਜਿੱਦਾਂ ਤੁਸੀਂ ਦੇਖਿਆ ਹੈਗਾ ਕਿ ਲੋਹੇ ਦੀਆਂ ਜਿਹੜੀਆਂ ਸਲਾਖਾਂ ਲਗਾ ਦਿੱਤੀਆਂ ਗਈਆਂ ਹੋਈਆਂ ਨੇ, ਤੇ ਨਾਲ ਮੈਂ ਕਹੂੰਗੀ ਪੱਥਰ ਲਗਾ ਦਿੱਤੇ, ਪੱਕਾ ਸੀਮੈਂਟ ਦਾ ਪੂਰੀ ਜਿਹੜੀ ਪੱਕੀ ਦੀਵਾਰ ਜਿਹੜੀ ਉਹ ਬਣਾ ਦਿੱਤੀ ਗਈ ਆ। ਤੇ ਉਧਰ ਜੇ ਅਸੀਂ ਸਾਡੇ ਅੰਦਰ ਆਪਾਂ ਸਟੇਜਾਂ ਦੀ ਗੱਲ ਕਰੀਏ ਤੇ 2 ਸਟੇਜਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਜੇ ਸਾਡੇ ਕਿਸਾਨ ਆਗੂ ਨੇ ਉਹ 2 ਧੜਿਆਂ ਦੇ ਵਿੱਚ ਵੰਡ ਕੇ ਜੋ ਜਿਹੜਾ ਆਪਣੇ ਪੂਰੇ ਮੈਂ ਕਹੂੰਗੀ ਆਵਾਮ ਨੂੰ
ਜਿਹੜਾ ਇਕੱਠੇ ਕਰਕੇ ਉਹਨਾਂ ਨੂੰ ਜੋ ਅੱਗੇ ਫੈਸਲਾ ਲੈਣਾ ਆ ਕਿ ਉਹ ਸਾਰਿਆਂ ਨੂੰ ਸਮਝਾ ਸਕਦੇ ਨੇ, ਉਹਨਾਂ ਤੱਕ ਪਹੁੰਚਾ ਸਕਦੇ ਨੇ ਜੇ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਹੋਣਗੇ ਤਾਂ? ਦੇਖੋ ਇਹ ਤਾਂ ਬੜੀ ਕਲੀਅਰ ਜੀ ਗੱਲ ਆ ਕਿ ਦੋ ਧੜਿਆਂ ਦੇ ਵਿੱਚ ਹੋ ਕੇ ਤੇ ਫਿਰ ਆਟੋਮੈਟਿਕਲੀ ਵਿਵਾਦ ਹੋਣੇ ਹੋਣਾ। ਕਦੀ ਵੀ ਜਿਹੜੀ ਆਵਾਮ ਤੱਕ ਗੱਲ ਸਹੀ ਨਹੀਂ ਪਹੁੰਚਾ ਸਕੋਗੇ। ਉਹਦਾ ਇੱਕ ਉਦਾਹਰਣ ਵੀ ਦੇਖਣ ਨੂੰ ਮਿਲਿਆ। ਹੁਣ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਸ ਤੋਂ ਬਾਅਦ ਕਿੰਨੇ ਫੋਨ ਆਉਣਗੇ ਇਸ ਪ੍ਰੋਗਰਾਮ ਤੋਂ ਬਾਅਦ ਕਿ ਇਹ ਤੂੰ ਕਿਹਨੂੰ ਬਿਠਾਇਆ ਸੀਗਾ ਇੱਥੇ, ਬਟ ਜਿਸ ਦਿਨ ਉੱਥੇ ਅਟੈਕ ਹੋਇਆ ਜੀ ਆਰਐਸਐਸ ਤੇ 200 ਬੰਦਾ 300 ਬੰਦਾ ਆਇਆ ਹੋਣਾ ਹੈ ਨਾ ਜੀ, ਉਹ ਆ ਕੇ ਨਾ ਸਿਰਫ ਸਾਡੇ ਮੁੰਡੇ ਨੂੰ ਕੁੱਟ ਕੇ ਬਕਾਇਦਾ ਉਹਦੀ ਦਾੜੀ ਦੇ ਉੱਤੇ ਵੀ ਉਹਨਾਂ ਨੇ ਰੱਖ ਕੇ ਪੈਰ ਖਲੋਤੇ ਆ ਜੀ ਜੀ। ਔਰ ਇੰਦਰਜੀਤ ਤੁਸੀਂ ਅਗਰ ਧਿਆਨ ਨਾਲ ਦੇਖੋ ਤੇ ਉਧਰ ਉਹ ਬੀਬੀਆਂ ਵਾਲੇ ਪਾਸੇ ਚੱਲੇ ਸੀ ਜੀ, ਜਿੱਥੇ ਉਹ ਮੁੰਡਾ ਉਹ ਯੋਧਾ ਉਹ ਕੱਲਾ ਖੜਾ ਹੋ ਗਿਆ ਉਹਨਾਂ ਦੇ ਵਿੱਚ ਜਾ ਕੇ। ਉਹਨੇ ਆਪਣਾ ਇੱਕ ਹਿਸਾਬ ਨਾਲ ਕਹੀਏ ਕਿ ਬਲੀਦਾਨ ਹੀ ਦਿਵਾਇਆ ਇਹੋ ਜਿਹੇ ਲੋਕਾਂ ਦੇ ਵਿੱਚ, ਬੁੱਚੜਾਂ ਦੇ ਹੱਥ ਦੇ ਵਿੱਚ ਜਾ ਕੇ ਆਪ ਪੈ ਗਿਆ ਉਹ, ਸਹੀ ਗੱਲ ਹੈ ਜੀ, ਸਿਰਫ ਬੀਬੀਆਂ ਨੂੰ ਬਚਾਉਣ ਲਈ। ਉਹਦੇ ਆਪੋਜ਼ਿਟ ਰਾਜੇਵਾਲ ਸਾਹਿਬ ਦਾ ਬਿਆਨ ਆਉਂਦਾ ਕਿ ਨਹੀਂ ਜੀ ਉਹਨਾਂ ਦੀ ਸਟੇਜ ਵੱਖਰੀ ਆ, ਉਹ ਆਪਣਾ ਕੰਮ ਕਰਨ। ਉਸ ਦਿਨ ਮੈਂ ਸ਼ਾਇਦ ਮੈਨੂੰ ਗੁੱਸਾ ਨਹੀਂ ਆਉਂਦਾ ਹੁੰਦਾ, ਮੈਨੂੰ ਗੁੱਸਾ ਕਦੀ ਨਹੀਂ ਆਉਂਦਾ ਹੁੰਦਾ ਐਜ਼ ਇਟ ਇਜ਼। ਇਹ ਬਿਲਕੁਲ ਸਾਡੇ ਸਤਿਕਾਰਯੋਗ ਨੇ ਕਿਉਂਕਿ ਆਪਾਂ ਜੇ ਕਰਾਂਗੇ ਅੰਦੋਲਨ ਰਾਹੀਂ ਸਤਿਕਾਰ ਦੇ ਪਰ ਸਤਿਕਾਰਯੋਗ ਆਪਾਂ ਦੇਖੋ ਮੇਰਾ ਬੜਾ ਕਲੀਅਰ ਫੰਡਾ ਆ, ਸਤਿਕਾਰਯੋਗ ਤੁਹਾਡੇ ਕੰਮ ਹੁੰਦੇ ਆ, ਉਮਰ ਕਦੀ ਨਹੀਂ ਹੁੰਦੀ। ਜੇ ਉਹ ਮੇਰੇ ਫਾਦਰ ਵੀ ਹੁੰਦੇ ਨਾ ਤੇ ਮੈਂ ਉਹਨਾਂ ਨੂੰ ਵੀ ਇਹੀ ਕਹਿੰਦੀ ਹਾਊ ਡੇਅਰ ਯੂ, ਤੁਹਾਡੀ ਜੁਰਤ ਕਿੱਦਾਂ ਪਈ, ਸਾਡੀਆਂ ਬੀਬੀਆਂ ਭੈਣਾਂ ਉਧਰ ਸੀਗੀਆਂ ਹੈਨਾ, ਜੇ ਉਹ ਸਾਡੀ ਇੱਕ ਚੁੰਨੀ ਵੀ ਚੁੱਕ ਕੇ ਲੈ ਜਾਂਦੇ ਨਾ ਤੇ ਅਸੀਂ ਉਹ ਰਾਜੇਵਾਲ ਸਾਹਿਬ ਦੇ ਵਿੱਚੋਂ ਕੱਢਣੀ ਸੀ। ਪਰ ਇਹ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵੀ ਸੁਣੂਗਾ ਇਹ ਗੱਲ ਸੱਚ ਆ ਕਿ ਉਸ ਦਿਨ ਅਗਰ ਕੋਈ ਵੀ ਨੁਕਸਾਨ ਹੁੰਦਾ ਤਾਂ ਅਸੀਂ ਹੁਣ ਉਹ ਮੁੰਡਾ ਲੈ ਗਏ ਆ, ਉਹ ਵੀ ਨੁਕਸਾਨ ਹੀ ਆ ਸਾਡਾ। ਬਿਲਕੁਲ ਬਿਲਕੁਲ, ਉਹਨਾਂ ਦੇ ਮਾਂ-ਬਾਪ ਨੂੰ ਪੁੱਛ ਕੇ ਦੇਖੋ, ਸਹੀ ਗੱਲ ਆ। ਘੱਟੋ ਘੱਟ ਸਾਡੀ ਚਲੋ ਇੱਜ਼ਤ ਬਚੀ ਹੋਈ ਆ। ਜੇ ਉਹ ਸਾਡੀਆਂ ਬੀਬੀਆਂ ਵਾਲੇ ਪਾਸੇ ਪੈ ਜਾਂਦੇ, ਕਿਆ ਅਸੀਂ 84 ਨਹੀਂ ਚਾਹੁੰਦੇ? ਉਹਨਾਂ ਨੇ ਕੀ ਨਹੀਂ ਕੀਤਾ? ਗੋਦਰਾ ਕਾਂਡ ਬਾਰੇ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਨਹੀਂ ਕੀਤਾ? ਉਹਨਾਂ ਦੀ ਮਾਨਸਿਕਤਾ ਹੀ ਇਹੋ ਜੀ ਆ। ਔਰ ਉਹਨਾਂ ਇਹੋ ਜੀ ਮਾਨਸਿਕਤਾ ਵਾਲੇ ਲੋਕਾਂ ਦੇ ਵਿੱਚ ਤੁਸੀਂ ਕਿਹਨੂੰ ਜਾ ਕੇ ਬਿਠਾ ਦਿੰਦੇ ਹੋ? ਆਪਣੀਆਂ ਬੱਚੀਆਂ ਨੂੰ ਤੁਸੀਂ ਉਹਨਾਂ ਦੇ ਅੱਗੇ ਪਰੋਸ ਦਿੱਤਾ ਕਿ ਲਓ ਜੀ ਇਹ ਸਾਡੇ ਨਾਲ ਸਾਂਝੇ ਨਹੀਂ ਹੈਗੇ। ਜਦੋਂ ਅਸੀਂ ਦੋ ਸਟੇਜਾਂ ਦੇ ਕਰਕੇ ਇੰਨੀ ਬੁਰੀ ਤਰ੍ਹਾਂ ਪਾਟੇ ਹੋਏ ਆ ਤੇ ਤੁਹਾਨੂੰ ਕੀ ਲੱਗਦਾ ਕਿ ਅਸੀਂ ਕੋਈ ਇੱਕ ਸਾਂਝਾ ਮੁੱਦਾ ਆਪਣੇ ਆਵਾਮ ਨੂੰ ਦੇ ਸਕਾਂਗੇ? ਕਦੀ ਵੀ ਬਿਲਕੁਲ ਜੀ। ਇੱਥੇ ਕਿਰਨ ਜੀ ਬਹੁਤ ਵਧੀਆ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਕਿ ਰਾਜੇਵਾਲ ਸਾਹਿਬ ਨੇ ਉਹਨਾਂ ਧੀਆਂ ਭੈਣਾਂ ਨੂੰ ਜਿੱਧਰ ਅਟੈਕ ਹੋਇਆ ਸੀ ਕਿ ਉਹ ਧੀਆਂ ਭੈਣਾਂ ਉਹਨਾਂ ਦੀਆਂ ਧੀਆਂ ਭੈਣਾਂ ਨਹੀਂ ਸੀਗੀਆਂ। ਸਟੇਜ ਤੋਂ ਮੈਂ ਮੰਨ ਲੈਂਦੀ ਹਾਂ ਕਿ ਵਿਚਾਰਾਂ ਦਾ ਵਿਵਾਦ ਜਿਹੜਾ ਹੋ ਸਕਦਾ, ਪਰ ਜੇ ਆਪਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕਰੀਏ, ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਤੇ ਇਕੱਠੇ ਹੋ ਕੇ ਉੱਥੇ ਤੁਰੇ ਨੇ। ਤੇ ਜੇ ਰਾਜੇਵਾਲ ਸਾਹਿਬ ਹੁਣਾਂ ਦਾ ਇਹ ਜਿਹੜਾ ਬਿਆਨ ਆਉਂਦਾ ਆ ਕਿ ਨਹੀਂ ਤੁਸੀਂ ਜਿਹੜੇ ਉਹਨਾਂ ਦੀ ਮਦਦ ਲਈ ਉਧਰਲੀ ਸਟੇਜ ਤੇ ਤੁਸੀਂ ਨਹੀਂ ਜਾ ਸਕਦੇ, ਸੋ ਇੱਕ ਆਪਣੀ ਸੋਚ ਵਿਚਾਰ ਕੇ ਦੇਖਿਓ ਕਿ ਅੰਦਰਗਤੀ ਇਹ ਕੋਈ ਰਾਜਨੀਤੀ ਕਿਤੇ ਨਾ ਕਿਤੇ ਮੈਨੂੰ ਕਿਰਨ ਜੀ ਲੱਗਦਾ ਹੁੰਦਾ ਕਿ ਕਿਤੇ ਇਹ ਕੋਈ ਅੰਦਰ ਰਾਜਨੀਤੀ ਤਾਂ ਨਹੀਂ ਖੇਡੀ ਜਾ ਰਹੀ ਹੈਗੀ। ਜੇ ਆਪਾਂ ਗੱਲ ਕਰੀਏ ਬਲੀ ਦੇ ਬੱਕਰੇ ਇਹਨਾਂ ਨੌਜਵਾਨਾਂ ਨੂੰ ਬਣਾਇਆ ਗਿਆ, ਆਰੰਭਤਾ ਦੇ ਵਿੱਚ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਮੈਂ ਕਈ ਵਾਰੀ ਇੱਥੇ ਬੈਠ ਕੇ ਨਾ ਸ਼ੋਅ ਦੇ ਵਿੱਚ ਕਾਫੀ ਵਾਰ ਮੈਂ ਇਹ ਗੱਲ ਕੀਤੀ ਕਿ ਉਸ ਨੌਜਵਾਨ ਨੇ ਉਹ ਗੱਲਾਂ ਸਾਹਮਣੇ ਰੱਖੀਆਂ ਜਿਹੜੀਆਂ ਕਿ ਸ਼ਾਇਦ ਸਾਡੇ ਜਥੇਬੰਦੀਆਂ ਦੇ ਆਗੂ ਜਿਹੜੇ ਕਿ ਸਾਲਾਂ ਤੋਂ ਜਿਹੜਾ ਪ੍ਰਬੰਧ ਸੰਭਾਲ ਰਹੇ ਨੇ ਉਹਨਾਂ 'ਚ ਵੀ ਹਿੰਮਤ ਉਹ ਗੱਲਾਂ ਸਾਹਮਣੇ ਲਿਆ ਕੇ ਰੱਖਣ ਦੀ ਨਹੀਂ ਜਿਹੜੀ ਉਸ ਨੌਜਵਾਨ ਨੇ ਲਿਆਂਦੀ। ਅੱਜ ਮੈਂ ਉਹਨੂੰ ਗਦਾਰ ਕਿੱਦਾਂ ਕਹਿ ਦੇਵਾਂ? ਬਿਲਕੁਲ ਜੀ, ਬਿਲਕੁਲ। ਜਿਹੜੀ ਰਾਜਨੀਤੀ ਦੀ ਗੱਲ ਹੈ ਨਾ, ਰਾਜਨੀਤੀ ਦੀ ਬੋ ਤਾਂ ਆਉਂਦੀ ਆ। ਔਰ ਜਿੱਥੋਂ ਮੈਂ ਦੇਖ ਰਹੀ ਹਾਂ, ਮੈਂ ਅੱਜ ਤੋਂ ਮੈਨੂੰ ਲੱਗਦਾ ਕਿ ਕਾਫੀ ਸਮਾਂ ਪਹਿਲਾਂ ਜਦੋਂ ਇਹ ਹਜੇ ਸ਼ੁਰੂ ਹੀ ਹੋਇਆ ਸੀ ਨਾ ਜੀ, ਮੈਂ ਉਦੋਂ ਇੱਕ ਗੱਲ ਕਿਸੇ ਨਾਲ ਸਾਂਝੀ ਕੀਤੀ ਸੀਗੀ ਔਰ ਮੈਂ ਰੌਲਾ ਪਾਇਆ ਸੀਗਾ ਕਿ ਉੱਥੇ ਜਿਹੜੀ ਸਟੇਜ ਆ ਨਾ ਉਹ ਇੱਕ ਖਾਸ ਵਿਚਾਰਧਾਰਾ ਦੇ ਲੋਕਾਂ ਦੇ ਹੱਥ 'ਚ ਚਲੇਗੀ ਆ। ਉਹਨਾਂ ਨੂੰ ਉੱਥੋਂ ਸਾਈਡ ਤੇ ਕਰੋ ਕਿਉਂਕਿ ਉਹ ਖਤਰਨਾਕ ਜੋ ਕਿ ਨਹੀਂ ਹੋਣਾ ਚਾਹੀਦਾ। ਹਮੇਸ਼ਾ ਤੋਂ ਹੀ ਪੰਜਾਬ ਵਾਸਤੇ ਖਤਰਨਾਕ ਲੋਕ ਰਹੇ ਆ ਉਹ ਉਸ ਵਿਚਾਰਧਾਰਾ ਦੇ ਲੋਕ। ਖੈਰ ਜਦੋਂ ਆਪਾਂ ਇਹਨੂੰ ਦੇਖੋ ਇਹਨਾਂ ਦੀ ਨਾ ਤੁਸੀਂ ਸੀਕੁਐਂਸ ਆਫ ਇਵੈਂਟਸ ਦੇਖੋ। ਪਹਿਲਾਂ ਪੂਰੇ 2 ਮਹੀਨੇ ਰੌਲਾ ਪਾਇਆ ਜਾਂਦਾ ਹੈ ਕਿ 26 ਤਰੀਕ ਨੂੰ ਆਓ, 26 ਤਰੀਕ ਨੂੰ ਆਓ, 26 ਤਰੀਕ ਨੂੰ ਆਓ, ਇੰਜ ਕਰ ਦਿਆਂਗੇ, ਉਂਝ ਕਰ ਦਿਆਂਗੇ। ਔਰ ਬਕਾਇਦਾ ਜਿਹੜੇ ਜਥੇਬੰਦੀਆਂ ਦੇ ਲੀਡਰਸ ਆ ਉਹਨਾਂ ਦੀਆਂ ਵੀਡੀਓਜ਼ ਆ ਇਹ ਕਹਿੰਦੇ ਨੇ ਕਿ ਅਸੀਂ ਦਿੱਲੀ ਦੇ ਹਿੱਕ ਤੇ ਚੜਾਵਾਂਗੇ, ਸਭ ਕੁਝ ਹੈ ਨਾ। ਬਿਲਕੁਲ। ਉਸ ਤੋਂ ਬਾਅਦ ਤੁਸੀਂ 25 ਤਰੀਕ ਤੱਕ ਦੇਖੋ, ਅਗਲੇ ਦਿਨ ਤੁਸੀਂ ਜੰਜ ਚੜ੍ਹਨੀ ਆ ਤੇ 25 ਤਰੀਕ ਤੱਕ ਤੁਹਾਡਾ ਵੈਨਿਊ ਕਲੀਅਰ ਨਹੀਂ ਹੈਗਾ, ਬਟ ਤੁਸੀਂ 25 ਤਰੀਕ ਨੂੰ ਬਸ ਇੱਕ ਵੈਨਿਊ ਦਿੰਨੇ ਆ ਕਿ ਆ ਜੀ ਸਾਡੇ ਰੂਟ ਆ, है ना, और रूट दे के तुसी साइड हो जाने तुहानू पता है कि जेड़े पंजाब तो आए आ उन्हां दे विच रोस होना ही होना है। तुसी 60 सालां दियां तुहाडीआं इस इहो जे संघर्षां दे विच तुहाडा एक्सपीरियंस आ, आई एम श्योर कि तुहानू लगदा होगा, पता होगा कि इहो जिहा काम होना ही होना है। तुसी उस तो बाद चल जाने आ, नौजवान स्टेज ते चढ़दे आ,
5 ਮੈਂਬਰੀ ਕਮੇਟੀ ਬਣਦੀ ਆ ਔਰ ਬੜੇ ਸਿਆਣੇ ਬੰਦਿਆਂ ਦੀ, ਜਿਨ੍ਹਾਂ ਵਿੱਚ ਉਦੋਂ ਕੇ ਸਾਹਿਬ ਇੱਕ ਸੀਗੇ, ਬੀਰ ਸਿੰਘ ਇੱਕ ਸੀਗੇ, ਉਹਨਾਂ ਦੀ ਇੱਕ ਕਮੇਟੀ ਬਣਦੀ ਆ ਨੌਜਵਾਨਾਂ ਵੱਲੋਂ ਕਿ ਤੁਸੀਂ ਜਾ ਕੇ ਗੱਲ ਕਰੋ ਜੀ। ਫਿਰ ਤੁਸੀਂ ਉਹਨਾਂ ਨੂੰ ਲੱਭਦੇ ਹੀ ਨਹੀਂ ਆ, ਉਹ ਤੁਹਾਨੂੰ ਲੱਭਣ ਲਈ ਕਦੀ ਤੁਹਾਡੇ ਹੋਟਲ ਜਾਂਦੇ ਆ, ਕਦੀ ਕਿਤੇ ਜਾਂਦੇ ਆ, ਕਦੀ ਕਿਤੇ ਜਾਂਦੇ ਆ। ਸੁਖਪ੍ਰੀਤ ਸਿੰਘ ਉਦੋਕੇ ਹੋਣਾ ਨੇ ਆਪਣਾ ਬਿਆਨ ਬਕਾਇਦਾ ਲਿਖ ਕੇ ਦਿੱਤਾ ਹੈ ਹੈ ਨਾ, ਹਾਂਜੀ, ਉਹ ਕਿਤੇ ਕਿਤੇ ਜਾਂਦੇ ਆ, ਇਹਨਾਂ ਨੂੰ ਲੱਭਦੇ ਹੀ ਨਹੀਂ ਆ। 8-10 ਘੰਟੇ ਸਾਡੇ ਜਿਹੜੇ ਜਥੇਬੰਦੀਆਂ ਉਹ ਸਾਹਮਣੇ ਨਹੀਂ ਆਉਂਦੀਆਂ। ਐਨੀ ਹਾਓ ਅਗਲੇ ਦਿਨ ਇਹ ਨਿਕਲਦੇ ਆ। ਹੁਣ ਗੱਲ ਇਹ ਬਣਦੀ ਆ ਜੋ ਸਾਨੂੰ ਸਾਹਮਣੇ ਆਇਆ ਕਿ ਅੱਗੇ ਪਾਇਲਟ ਜਿਪਸੀ ਜਿਹੜੀ ਸੀਗੀ ਉਹਦੇ ਵਿੱਚ ਸਾਰੇ ਜਥੇਬੰਦੀਆਂ ਦੇ ਜਿਹੜੇ ਰਾਜੇਵਾਲ ਸਾਹਿਬ ਵੀ ਸੀਗੇ ਉਹ ਬੈਠੇ ਹੋਏ ਸੀ ਸਾਰੇ, ਔਰ ਪਿੱਛੇ ਪਿੱਛੇ ਇਹਨਾਂ ਦੇ ਟਰੈਕਟਰ ਜਾ ਰਹੇ ਸੀ। ਹੁਣ ਤੁਸੀਂ ਇੱਕ ਗੱਲ ਦੱਸਿਓ ਕਿ ਜਦੋਂ ਤੁਸੀਂ ਅੱਗੇ ਅੱਗੇ ਚੱਲ ਰਹੇ ਆ, ਬਾਕੀ ਤੁਹਾਡੇ ਪਿੱਛੇ ਆ ਰਹੇ ਆ, ਯੂ ਟਰਨ ਤੱਕ ਪਹੁੰਚਣਾ ਜਾਂ ਕਿਸੇ ਵੀ ਇੱਕ ਪੁਆਇੰਟ ਤੱਕ ਤੁਸੀਂ ਪਹਿਲਾਂ ਪਹੁੰਚੋਗੇ ਕਿ ਬਾਕੀ ਪਹੁੰਚਣਗੇ? ਜਿਹੜਾ ਅੱਗੇ ਚੱਲ ਰਿਹਾ ਉਹੀ ਪਹੁੰਚੂਗਾ, ਤੇ ਜਦੋਂ ਉਹ ਅੱਗੇ ਪਹੁੰਚੂਗਾ ਦਾ ਮਤਲਬ ਸਭ ਤੋਂ ਪਹਿਲਾਂ ਉਹਨੂੰ ਪਤਾ ਲੱਗੂਗਾ ਕਿ ਅੱਗੇ ਕੋਈ ਪ੍ਰੋਬਲਮ ਆ। ਪਰ ਤੁਸੀਂ ਤਾਂ ਪਿੱਛੇ ਆ, ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਾ, ਤੁਸੀਂ ਅੱਗੇ ਤੁਰੇ ਸੀ ਪਰ ਬਾਅਦ ਤੁਹਾਨੂੰ ਪਤਾ ਨਹੀਂ ਲੱਗਾ, ਔਰ ਆਪਣੇ ਆਪ ਜਿਹੜੇ ਨੌਜਵਾਨ ਕਿਸੇ ਹੋਰ ਬੰਨੇ ਚਲੇ ਗਏ। ਐਨੀ ਹਾਓ ਉਸੇ ਟਾਈਮ ਤੁਸੀਂ ਅੱਧ ਦੇ ਵਿਚਕਾਰੋਂ ਹੀ ਸਾਰੇ ਟਰੈਕਟਰ ਟਰਾਲੀਆਂ ਵਾਪਸ ਮੋੜ ਲੈਣੇ ਆ ਜੀ। ਐਂਡ ਦੈਨ ਇੱਕ ਨੈਰੇਟਿਵ ਕੰਸਟਰਕਟ ਹੁੰਦਾ, ਉਸ ਨੈਰੇਟਿਵ ਦੇ ਵਿੱਚ ਤੁਸੀਂ ਵੀ ਪਤਾ ਨਹੀਂ ਕੀ ਕੁਝ ਬੋਲ ਦਿੰਨੇ ਆ। ਬਕਾਇਦਾ ਤੁਹਾਡੀ ਸਟੇਜ ਦੇ ਉੱਤੋਂ ਇੱਕ ਉਹ ਮੈਨੂੰ ਤਾਂ ਉਹਦਾ ਨਾਮ ਵੀ ਨਹੀਂ ਲੱਗਦਾ ਵਧੀਆ ਕਿ ਔਰ ਰਜਿੰਦਰਦੀਪ ਸਿੰਘ ਬਾਵਲਾ ਜਿਹੜਾ ਹੈ ਨਾ, ਉਹ ਬੋਲਦਾ ਹੈ ਕਿ ਇਹ ਸਰਦਾਰ ਨਹੀਂ, ਗੱਦਾਰ ਨਹੀਂ, ਇਹੋ ਜਿਹੇ ਘਟੀਆ ਕਿਸਮ ਦੀ, ਔਰ ਉਸ ਬੰਦੇ ਨੇ ਸਟੇਜ ਦੇ ਉੱਤੋਂ ਦੱਲੇ ਵਰਗਾ ਵਰਡ ਯੂਜ਼ ਕੀਤਾ ਹੈ ਨਾ। ਹੁਣ ਉਹਨਾਂ ਨੂੰ ਕੋਈ ਪੁੱਛੇ ਕਿ ਭਾਈ ਸਾਹਿਬ ਤੁਸੀਂ ਦਾ ਮਤਲਬ ਦੱਸੋ ਪਹਿਲਾਂ, ਹੈ ਨਾ, ਤੇ ਫਿਰ ਤੁਸੀਂ ਇਹ ਦੱਸੋ ਕਿ ਤੁਹਾਡੀ ਪੜ੍ਹਾਈ ਕਿੰਨੀ ਆ, ਤੇ ਫਿਰ ਤੁਸੀਂ ਦੱਸੋ ਕਿ ਤੁਹਾਡੀ ਪੜ੍ਹਾਈ ਦੇ ਨਾਲ ਇਹ ਵਰਡ ਮੈਚ ਕਰਦੇ ਆ। ਜੇ ਤੁਹਾਡੀ ਇਹੀ ਲੈਂਗੁਏਜ ਆ ਤੇ ਆਪਣੀਆਂ ਡਿਗਰੀਆਂ ਸਾੜ ਦਿਓ ਫਿਰ, ਹੈ ਨਾ। ਪਰ ਉਹ ਇੱਕ ਤਰ੍ਹਾਂ ਨਾਲ ਉਤੇਜਨਾ ਭਰੀ ਜਾਂਦੀ ਹੈ ਲੋਕਾਂ ਦੇ ਵਿੱਚ। ਨਹੀਂ ਬਿਲਕੁਲ, ਜਿੱਦਾਂ ਤੁਸੀਂ ਇਹ ਗੱਲ ਕੀਤੀ ਬਹੁਤ ਵਧੀਆ ਕਿਰਨ ਜੀ। ਜੇ ਗੱਲ ਕਹਿੰਦੇ ਆ ਕਿ ਇਹਨਾਂ ਨੇ ਗੱਲ ਕੀਤੀ ਕਿ ਭੜਕਾਇਆ ਨੌਜਵਾਨਾਂ ਨੂੰ, ਤੇ ਜਿਹੜੇ ਇਹ ਬਿਆਨ ਨੇ ਆਫਟਰ ਜਿਹੜੇ ਨੇ ਕਿ ਇਹ ਭੜਕਾਉਣ ਵਾਲੇ ਨਹੀਂ ਸੀ, ਉਸ ਤੋਂ ਬਾਅਦ ਜਿਹੜੀਆਂ ਇਹ ਤਾਂ ਭੜਕਾਉਣ ਵਾਲੇ ਸੀਗੇ ਹੀ। ਬਕਾਇਦਾ ਇੱਕ ਨੈਰੇਟਿਵ ਤੁਹਾਡੇ 'ਚ ਸਿੱਟਿਆ ਗਿਆ ਕਿ ਤੁਸੀਂ ਲੁੱਟੇ ਗਏ, ਪੁੱਟੇ ਗਏ, ਤੁਹਾਡਾ ਤੇ ਸਾਰਾ ਖਤਮ ਹੋ ਗਿਆ, ਔਰ ਉਹਦੇ ਨਾਲ ਇੱਕ ਨਿਰਾਸ਼ਤਾ ਆਈ। ਕੁਝ ਲੋਕ ਵਾਪਸ ਗਏ, ਕੁਝ ਨਹੀਂ ਵੀ ਗਏ। ਪਰ ਉਸ ਤੋਂ ਅਗਲੀ ਜਿਹੜੀ ਗੱਲ ਹੈ ਨਾ, ਉਹ ਤੁਸੀਂ ਇਹ ਦੇਖੋ ਕਿ ਟਕੈਤ ਸਾਹਿਬ ਹੁਣੀ ਜਿਹੜੇ ਉਹ ਆਪਣਾ ਇੱਕ ਸਟੈਂਡ ਲੈ ਜਾਂਦੇ। ਬਿਲਕੁਲ ਬਿਲਕੁਲ। ਹੁਣ ਮੈਂ ਉਹ ਕਿਉਂਕਿ ਉਹਨਾਂ ਦੇ ਨਾ ਚਿਹਰੇ ਦੇ ਉੱਤੇ ਇੱਕ ਮਾਸੂਮੀਅਤ ਆ, ਮੈਂ ਇਸ ਕਰਕੇ ਉਹਨਾਂ ਦੇ ਉੱਤੇ ਕੋਈ ਡਾਊਟ ਕਰਨਾ ਨਹੀਂ ਚਾਹੁੰਦੀ। ਪਰ ਹੁੰਦਾ ਕੀ ਆ ਕਿ ਉਹ ਸਟੈਂਡ ਲੈ ਜਾਂਦੇ ਆ, ਅਚਾਨਕ ਜਿਹੜਾ ਹੀਰੋ ਪੰਜਾਬ ਬਣਿਆ ਹੋਇਆ ਸੀ ਨਾ, ਉਹ ਟਕੈਤ ਸਾਹਿਬ ਬਣ ਜਾਂਦੇ ਆ। ਜੀ ਲੱਖਾ ਤੇ ਜਿਹੜਾ ਦੀਪ ਸਿੱਧੂ ਆ, ਜਿਹੜੇ ਬਿਲਕੁਲ ਜ਼ੀਰੋ ਕਰਕੇ ਰੱਖ ਦਿੱਤਾ, ਜਿਹੜੇ ਸ਼ੁਰੂ ਤੋਂ ਸੁਖਬੀਰ ਬਾਦਲ ਹੋਣਾ ਦੇ ਅਗੇਂਸਟ ਸੀ ਔਰ ਉਹਨਾਂ ਦੇ ਸਾਹਮਣੇ ਉਹ ਸਟੇਜ ਤੇ ਆ ਨਹੀਂ ਸੀ ਸਕਦਾ, ਉਹ ਪਾਸੇ ਹੋ ਜਾਂਦੇ ਆ। ਤੇ ਅਗਲੇ ਦਿਨ ਸੁਖਬੀਰ ਬਾਦਲ ਜਿਹੜੇ ਟਕੈਤ ਸਾਹਿਬ ਕੋਲ ਪਹੁੰਚ ਜਾਂਦੇ ਆ, ਉਹ ਐਂਟਰੀ ਹੋ ਜਾਂਦੀ ਹੈ। ਇਹ ਮੈਨੂੰ ਕਿਤੇ ਨਾ ਕਿਤੇ ਇੱਕ ਗੇਮ ਪਲਾਨ ਲੱਗਦਾ। ਔਰ ਰਾਜੇਵਾਲ ਸਾਹਿਬ ਜਿਹੜੇ ਉਹ ਸੁਖਬੀਰ ਬਾਦਲ ਹੋਣਾ ਦੇ ਬੜੇ ਸਕੇ ਆ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ। ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇੱਕ ਪੋਲੀਟੀਕਲ ਬੋਤ ਆ ਪੱਕੀ ਆਉਂਦੀ ਹੈ, ਇਹਦੇ ਵਿੱਚ ਦੇयर इज नो डाउट, ਹੈ ਨਾ। ਪਰ ਹੁਣ ਅੱਗੇ ਅਗਲੀ ਗੱਲ ਆ ਕਿ ਕਿਆ ਆਪਾਂ ਇਹਨੂੰ ਕਲੀਅਰ ਕਰ ਸਕਦੇ ਆ? ਤਾਂ ਕਿਉਂਕਿ ਸਾਡੇ ਕੋਲ ਕੋਈ ਪ੍ਰੂਫਸ ਨਹੀਂ ਹੈਗੇ, ਸਿਰਫ 2+2 4 ਕਰਨ ਦੀ ਗੱਲ ਕੋਸ਼ਿਸ਼ ਹੀ ਕਰ ਰਹੇ ਕਿ ਆਪਾਂ ਇਹਨੂੰ ਸੱਚ ਜਾਂ ਕਿਸੇ ਧੜੱਲੇ ਨਾਲ ਨਹੀਂ, ਕਿਉਂਕਿ ਅਸੀਂ ਰਜਿੰਦਰਦੀਪ ਸਿੰਘ ਵਾਲਾ ਨਹੀਂ ਹੈਗੇ ਕਿ ਬਿਨਾਂ ਕਿਸੇ ਪ੍ਰੂਫ ਦੇ ਕਿਸੇ ਉੱਤੇ ਕੋਈ ਇਲਜ਼ਾਮ ਲਾ ਦਈਏ। ਜੀ ਬਿਲਕੁਲ ਜੀ। ਸੋ ਜਿਹੜੀ ਆਪਾਂ ਗੱਲ ਕਿਰਨ ਜੀ ਨੇ ਕੀਤੀ ਵਿਚਾਰਧਾਰਾਵਾਂ ਦੀ, ਕਿ 3 ਵਿਚਾਰਧਾਰਾ ਜਿਹੜੀਆਂ ਉਹ ਇਸ ਟਾਈਮ ਕੰਮ ਕਰ ਰਹੀਆਂ, ਸਾਨੂੰ ਇਹ ਦੇਖਣਾ ਪੈਣਾ ਕਿ ਜਿਹੜੀ ਇਸ ਟਾਈਮ ਸਟੇਜ ਦੇ ਉੱਤੇ ਵਿਚਾਰਧਾਰਾ ਜਿਹੜੀ ਕੰਮ ਕਰ ਰਹੀ ਆ ਉਹ ਸਾਡੇ ਲਈ ਹਾਨੀਕਾਰਕ ਆ ਜਾਂ ਅੱਗੇ ਅਗਾਂਹ ਵਧੂ ਆ, ਜਾਂ ਕਿਹੜੀ ਸੋਚ ਲੈ ਕੇ ਜਿਹੜੀ ਉਹ ਅੱਗੇ ਚੱਲੀ ਆ। ਤੇ ਨਾਲ ਦੇ ਨਾਲ ਕਿਰਨ ਜੀ ਇੱਥੇ ਮੈਂ ਗੱਲ ਜ਼ਰੂਰ ਕਰਨਾ ਚਾਹੂੰਗੀ UN ਦੀ, ਕਿਉਂਕਿ ਅਸੀਂ ਵਿਦੇਸ਼ਾਂ 'ਚ ਜਿਹੜੇ ਵਸਦੇ ਆ ਮੋਸਟਲੀ, ਜੇ ਆਪਾਂ ਗੱਲ ਕਰੀਏ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਆ, ਕਾਫੀ ਪਟੀਸ਼ਨ ਜਿਹੜੀਆਂ ਉਹ ਪਾਈਆਂ ਜਾ ਰਹੀਆਂ। ਇਸ ਟਾਈਮ ਜੇ ਆਪਾਂ ਗੱਲ ਕਰੀਏ ਕੈਨੇਡਾ ਦੀ ਸੰਸਦ ਦੇ ਵਿੱਚ ਕਾਫੀ ਇਹ ਮੁੱਦਾ ਜਿਹੜਾ ਉਹ ਚੱਕਿਆ ਜਾ ਰਿਹਾ, ਇੱਥੋਂ ਤੱਕ ਕਿ ਹਾਲੀਵੁੱਡ ਜਿਹੜਾ ਉਹ ਵੀ, ਬਾਲੀਵੁੱਡ ਦਾ ਤਾਂ ਮੈਂ ਕਹੂੰਗੀ ਕਿ ਉਹਨਾਂ ਨੂੰ ਤਾਂ ਰਹਿਣ ਹੀ ਦਿਓ, ਤੇ ਹਾਲੀਵੁੱਡ ਜਿਹੜਾ ਆ ਉਹ ਵੀ ਇਸ ਟਾਈਮ ਜਿਹੜਾ ਇਸ ਅੰਦੋਲਨ ਨੂੰ ਲੈ ਕੇ ਕਾਫੀ ਟਵੀਟ ਜਿਹੜੀਆਂ ਆ ਰਹੀਆਂ। ਜੇ ਆਪਾਂ ਗੱਲ ਕਰੀਏ ਪੌਪ ਸਟਾਰ ਰਿਹਾਨਾ ਦੀ ਕਾਫੀ ਟਵੀਟ, ਜਿਹਨੂੰ ਉਹਨੂੰ ਵੀ ਖਾਲਿਸਤਾਨ ਦਾ ਵੈਸੇ ਜਿਹੜਾ ਦੇ ਦਿੱਤਾ ਗਿਆ ਕਿ ਉਹਦਾ ਵੀ ਖਾਲਿਸਤਾਨ ਦੇ ਨਾਲ ਲਿੰਕ, ਸ਼ਾਇਦ ਉਹਨੂੰ ਪਤਾ ਵੀ ਨਹੀਂ ਹੋਣਾ ਕਿ ਖਾਲਿਸਤਾਨ ਹੁੰਦਾ ਕੀ ਆ। ਜੀ ਉਹਨੂੰ ਤਾਂ ਪਾਕਿਸਤਾਨੀ ਵੀ ਬਣਾਤਾ, ਉਹਨਾਂ ਨੂੰ ਉਹਦੇ ਤੇ ਪਤਾ ਨਹੀਂ ਪੇਰੈਂਟਸ ਦਾ ਨਾਮ ਵੀ ਕੱਢ ਕੇ ਲੈ ਕੇ ਆ ਗਏ, ਪਤਾ ਨਹੀਂ ਕਿਹੜਾ ਆਪੇ ਹੀ। ਅੱਛਾ ਜੀ, ਹੈ ਨਾ। ਸੋ ਉਹ ਤਾਂ ਉਹਨਾਂ ਦਾ, ਉਹ ਤਾਂ ਪੇਡ ਮੀਡੀਆ ਹੈ ਜਿਹੜਾ ਇਹਨਾਂ ਦਾ ਨਾ, ਕਿਉਂਕਿ ਬੀਜੇਪੀ ਖਾਸ ਤੌਰ ਤੇ ਜਿਹੜੀ RSS ਆ ਉਹ ਬੜੀ ਆਰਗੇਨਾਈਜ਼ਡ ਆ। ਮੈਂ ਹਰ ਜਗ੍ਹਾ ਤੇ ਗੱਲ ਬੋਲਦੀ ਆ, ਆਪਣਾ ਜਿਹੜਾ ਦੁਸ਼ਮਣ ਹੈ ਇਹਨਾਂ ਨੂੰ ਪਹਿਚਾਣ ਲਓ ਤੇ ਇਹ ਪਹਿਚਾਣ ਲਓ ਕੰਮ ਕਿੱਦਾਂ ਕਰਦਾ ਜੇ ਜਿੱਤਣਾ ਤੇ ਜੇ ਨਹੀਂ, ਜੇ ਰੜੇ ਮੈਦਾਨ ਭੱਜੇ ਫਿਰਨਾ ਤੇ ਫਿਰ ਪੋਸੀਬਲ ਨਹੀਂ ਹੋਣਾ। ਉਹ ਬੜੇ ਆਰਗੇਨਾਈਜ਼ਡ ਤਰੀਕੇ ਨਾਲ ਕੰਮ ਕਰਦੇ ਆ। ਉਹਨਾਂ ਨੇ ਕੁਝ ਕੁ ਲੋਕ ਰੱਖੇ ਆ ਜਿਨ੍ਹਾਂ ਨੇ ਸਿਰਫ ਆਹੀ ਕੰਮ ਕਰਨੇ ਆ। ਉਹਨਾਂ ਨੇ ਜੇ ਕਿਸੇ ਨੇ ਮਾੜਾ
ਜੇ ਉਹਨਾਂ ਨੂੰ ਮੇਰੇ ਤੋਂ ਕੋਈ ਖਤਰਾ ਲੱਗਾ ਨਾ ਜੀ। ਉਹਨਾਂ ਮੇਰੀ ਪੂਰੀ ਕੁੰਡਲੀ ਕੱਢ ਲੈਣੀ ਆ ਜੀ, ਜੀ, ਕਿ ਜੀ। ਮੈਂ ਕਿੱਥੋਂ ਆਈ, ਕੀ ਆ, ਕਿੱਦਾਂ ਆ, ਐਵਰੀਥਿੰਗ, ਔਰ ਉਹਦੇ ਵਿੱਚ ਉਹਨਾਂ ਲੂਪ ਹੋਲ ਲੱਭਣੇ ਆ, ਹੈਨਾ। ਉਹਨਾਂ ਦੇ ਔਰ ਇੱਕ ਉਹਨਾਂ ਦਾ ਐਸਾ ਥਿੰਕ ਟੈਂਕ ਆ ਜਿਹੜਾ ਸਿਰਫ ਲੋਕਾਂ ਨੂੰ ਕਿੱਦਾਂ ਵਰਗਲਾਇਆ ਜਾ ਸਕਦਾ ਆ। ਜੀ। ਤੁਸੀਂ ਇੱਕ ਗੱਲ ਕਦੀ ਧਿਆਨ ਦਿਓ, ਜਿਹੜੇ ਇਹਨਾਂ ਦੇ ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਇਹਨਾਂ ਦਾ ਮੀਡੀਆ ਨਾ, ਉਹਨਾਂ ਨੇ ਇੱਕ ਟਵੀਟ ਪਾਈ ਹੁੰਦੀ ਆ ਔਰ ਉਹ ਸਾਰਿਆਂ ਨੇ ਸੇਮ ਪਾਈ ਹੁੰਦੀ ਆ, ਕੋਈ ਇੱਕ ਅੱਖਰ ਵੀ ਚੇਂਜ ਨਹੀਂ ਕੀਤਾ ਹੁੰਦਾ, ਹੈਨਾ। ਉਹ ਬੇਸਿਕਲੀ ਉਹਨਾਂ ਦੀ ਟਵੀਟ ਨਹੀਂ ਹੁੰਦੀ, ਉਹ ਜਿਹੜਾ ਉਹ ਪੇਡ ਉਹਨਾਂ ਦੇ ਲੋਕ ਆ ਨਾ, ਜਿਹੜਾ ਥਿੰਕ ਟੈਂਕ ਆ ਉਹਨਾਂ ਦਾ, ਉਹ ਉਹਨਾਂ ਨੂੰ ਬਕਾਇਦਾ ਟਾਈਪ ਕਰਕੇ ਦਿੰਦੇ ਕਿ ਆਹ ਚੀਜ਼ ਤੁਸੀਂ ਅੱਜ ਪਾਉਣੀ ਆ, ਔਰ ਉਹੀ ਪਾਉਂਦੇ ਆ। ਸੋ ਉਹ ਇੱਕ ਬੜੇ ਆਰਗੇਨਾਈਜ਼ਡ ਤਰੀਕੇ ਨਾਲ ਕੰਮ ਕਰਦੇ ਆ। ਬਾਕੀ ਰਹੀ ਗੱਲ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਮਿਲਣ ਵਾਲੀ ਸਪੋਰਟ ਦੀ, ਦੇਖੋ ਜਿਹੜਾ ਵੀ ਬੰਦਾ ਹਿਊਮਨ ਰਾਈਟਸ ਨੂੰ ਪਸੰਦ ਕਰਦਾ ਹੋਊਗਾ, ਪਿਆਰ ਕਰਦਾ ਹੋਊਗਾ ਨਾ, ਉਹ 110% ਇਸ ਮੂਵਮੈਂਟ ਦੇ ਨਾਲ ਲੱਗੂਗਾ ਹੀ ਲੱਗੂਗਾ। ਬਿਲਕੁਲ। ਜਿਹੜਾ ਹੁਣ ਇਹਨਾਂ ਦੇ ਅਗੇਂਸਟ ਕੌਣ ਹੋ ਸਕਦੇ ਆ, ਫਾਰਮਰ ਪ੍ਰੋਟੈਸਟ ਦੇ ਅਗੇਂਸਟ ਕੌਣ ਹੋ ਸਕਦੇ ਆ, ਜਿਹੜੇ ਪੇਡ ਹੋਣਗੇ, ਦੈਟ ਇਜ਼ ਇਟ, ਜਾਂ ਜਿਨ੍ਹਾਂ ਦਾ ਬੀਜੇਪੀ ਦੇ ਨਾਲ ਕੋਈ ਇੱਕ ਅੰਦਰੂਨੀ ਕੋਈ ਰਿਸ਼ਤਾ ਹੋਊਗਾ, ਸਿਰਫ ਉਹੀ ਉਹਨਾਂ ਦੇ ਵੱਲ, ਜਿੱਦਾਂ ਆਪਣੇ ਹਰਜੀਤ, ਉਹ ਜਿਹੜੇ ਗਰੇਵਾਲ ਸਾਹਿਬ ਨੇ, ਉਹ ਹੋ ਗਏ, ਜਾਣੀ ਹੋ ਗਏ, ਹੈਨਾ, ਉਹ ਸਾਰੇ ਕਿਉਂਕਿ ਉਹ ਬੀਜੇਪੀ ਦੇ ਨਾਲ ਲੱਗੇ ਹੋਏ ਨੇ, ਤੇ ਕਾਰਪੋਰੇਟ ਘਰਾਣਾ ਵੀ ਆਪਾਂ ਕਹਾਂਗੇ ਨਾਲ ਹੀ ਆ। ਹਾਂਜੀ, ਕਿਉਂਕਿ ਜਿਨ੍ਹਾਂ ਨੂੰ ਉਹਨਾਂ ਤੋਂ ਫਾਇਦਾ ਹੈ ਨਾ, ਸਿਰਫ ਉਹੀ ਇਹਦੇ ਅਗੇਂਸਟ ਹੋ ਸਕਦੇ ਆ। ਕੋਈ ਵੀ ਮਾਨਵਤਾ ਨੂੰ ਮੰਨਣ ਵਾਲਾ ਬੰਦਾ ਬੀਜੇਪੀ ਦੇ ਨਾਲ ਨਹੀਂ ਹੋ ਸਕਦਾ ਇਸ ਟਾਈਮ ਦੇ ਉੱਤੇ, ਹੈਨਾ। ਤੇ ਇਸ ਕਰਕੇ ਵਿਦੇਸ਼ਾਂ ਵਿੱਚ ਉਹਨਾਂ ਨੂੰ ਜਿਹੜਾ ਮਿਲ ਰਿਹਾ ਉਹ ਠੀਕ ਮਿਲ ਰਿਹਾ, ਮਿਲਣਾ ਹੀ ਆ, ਪੋਸੀਬਿਲਿਟੀ ਨਹੀਂ ਹੈ ਕਿ ਨਹੀਂ ਮਿਲੂਗਾ। ਬਾਕੀ ਰਹੀ ਗੱਲ ਬਾਲੀਵੁੱਡ ਦੀ, ਬਾਲੀਵੁੱਡ ਦੇ ਵਿੱਚ ਇੰਨੀਆਂ ਕੁ ਪ੍ਰੋਬਲਮਸ ਉਹਨਾਂ ਦੀਆਂ ਆਪਣੀਆਂ, ਉਹਨਾਂ ਨੂੰ ਆਪਣੇ ਟੈਕਸ ਵੀ ਬਚਾਉਣੇ ਆ, ਉਹਨਾਂ ਨੂੰ ਆਪਣਾ ਉਹਨਾਂ ਦੀ ਜ਼ੁਬਾਨ ਦੇ ਉੱਤੇ ਤਾਲਾ ਲੱਗਾ ਹੋਇਆ, ਉਹਨਾਂ ਨੂੰ ਲੱਗਣਾ, ਔਰ ਉਹਨਾਂ ਨੂੰ ਜੋ ਕਿਹਾ ਜਾਊਗਾ ਉਹਨਾਂ ਨੇ ਉਹੀ ਕਰਨਾ ਆ, ਕਿਉਂਕਿ ਉਹਨਾਂ ਨੇ ਆਪਣੀਆਂ ਫਿਲਮਾਂ ਵੀ ਬਣਾਉਣੀਆਂ ਆ, ਉਹਨਾਂ ਨੇ ਹੋਰ ਕਈ ਅੰਦਰ ਖਾਤੇ ਉਹ ਕੰਮ ਕਰਦੇ ਰਹਿੰਦੇ ਆ, ਜਿਹੜਾ ਕਿ ਸਮੇਂ-ਸਮੇਂ ਬਾਅਦ ਪਤਾ ਲੱਗਦਾ ਰਹਿੰਦਾ ਹੈ, ਤੇ ਉਹਨਾਂ ਨੇ ਉਹ ਸਾਰੇ ਕੰਮ ਕਰਨੇ ਆ। ਜੇ ਉਹ ਹੁਣ ਅੱਗੇ ਆ ਗਏ ਜਾਂ ਉਹਨਾਂ ਨੇ ਕਹਿਤਾ ਕਿ ਅਸੀਂ ਤਾਂ ਇਹਨਾਂ ਦੇ ਨਾਲ ਆ, ਤਾਂ ਫਿਰ ਉਹਨਾਂ ਨੂੰ ਬਾਈਕਾਟ ਕਰ ਦੇਣਗੇ। ਜੀ। ਸੋ ਬਿਲਕੁਲ, ਜਿਹੜੀ ਆਪਾਂ ਯੂਐਨਓ ਦੀ ਗੱਲ ਕਰ ਰਹੇ ਸੀਗੇ, ਇਹਦੀ ਜੇ ਯੂਐਨਓ ਦੀ ਸਪੋਰਟ ਹੁੰਦੀ ਆ ਜਾਂ ਕਿੱਥੋਂ ਤੱਕ ਜਿਹੜਾ ਹੈਗਾ ਆ ਕਿ ਜੇ ਸਰਕਾਰ ਦਾ ਜਿਹੜੇ ਫੈਸਲੇ ਲਏ ਗਏ ਹੈਗੇ, ਇਹਨਾਂ ਦੇ ਉੱਤੇ ਕੁਝ ਪ੍ਰਭਾਵ ਪੈ ਸਕਦਾ ਯੂਐਨਓ ਜੇ ਚਾਹੇ ਤਾਂ? ਯੂਐਨਓ ਦੀ ਗੱਲ ਕਰਨ ਦੇ ਲੱਗੇ ਲਈ ਨਾ ਤੁਹਾਨੂੰ ਪਹਿਲਾਂ ਇਹ ਸਮਝਣਾ ਪਊਗਾ ਕਿ ਇਹ ਸਰਕਾਰ ਜਿਹੜੀ ਆ ਉਹ ਇਹਨਾਂ ਨੂੰ ਹਟਾ ਕਿਉਂ ਨਹੀਂ ਰਹੀ, ਰਿਪੀਲ ਕਿਉਂ ਨਹੀਂ ਕਰ ਰਹੀ, ਇਹ ਸਮਝਣਾ ਪਊਗਾ। ਦੇਖੋ, ਜਿਹੜਾ ਮੋਦੀ ਗਵਰਨਮੈਂਟ ਆ ਨਾ, ਉਹਦੇ ਗਲੇ 'ਚ ਹੱਡੀ ਅੜੀ ਹੋਈ ਆ। ਉਹਦਾ ਕਾਰਨ ਕੀ ਆ? ਜੀ, ਜਦੋਂ WTO ਬਣਿਆ ਸੀ ਨਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਸੀ, ਉਹ ਇੰਡੀਆ ਫਾਊਂਡਿੰਗ ਮੈਂਬਰ ਸੀਗਾ ਤੇ ਸਿਗਨੇਟਰੀ ਆ ਉੱਥੇ। ਇਹਨਾਂ ਨੇ ਬਕਾਇਦਾ ਸਾਈਨ ਕੀਤੇ ਆ ਉਹਦੇ ਵਿੱਚ ਸਾਰੇ। ਬਹੁਤ ਛੇਤੀ ਇਹਨਾਂ ਨੂੰ ਪਤਾ ਲੱਗ ਗਿਆ ਸੀ, ਇੰਡੀਅਨ ਗਵਰਨਮੈਂਟ ਨੂੰ, ਬੀਜੇਪੀ ਗਵਰਨਮੈਂਟ ਨੂੰ ਨਹੀਂ, ਇੰਡੀਅਨ ਗਵਰਨਮੈਂਟ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜਾ WTO ਦਾ ਖਾਸ ਤੌਰ ਤੇ ਜਿਹੜਾ ਐਗਰੀਕਲਚਰ ਐਗਰੀਮੈਂਟ ਆ ਨਾ, ਉਹ ਇੰਡੀਆ ਵਾਸਤੇ ਠੀਕ ਨਹੀਂ ਹੈਗਾ। ਉਹਦੇ ਵਿੱਚ ਬਲਰਾਮ ਜਾਖੜ ਹੋਣਾ ਦੀ ਵੀ ਉਦੋਂ ਦੀ ਗੱਲ ਸੀਗੀ, ਉਹਨਾਂ ਦਾ ਮੇਰੇ ਕੋਲੇ ਲਿਖਿਆ ਹੋਇਆ ਬਕਾਇਦਾ ਪਿਆ, ਜਿਹੜਾ ਉਹਨਾਂ ਨੇ ਉਦੋਂ ਬਿਆਨ ਦਿੱਤਾ ਸੀ। ਪਹਿਲਾਂ ਉਹ ਇਹਦੇ ਹੱਕ 'ਚ ਸੀਗੇ, ਬਟ 5 ਸਾਲਾਂ ਬਾਅਦ ਇਹਨਾਂ ਨੂੰ ਸਮਝ ਆ ਗਈ ਸੀਗੀ ਕਿ ਨਹੀਂ, ਇਹ ਠੀਕ ਨਹੀਂ ਆ, ਔਰ ਉਹਨਾਂ ਨੇ ਕਿਹਾ ਸੀਗਾ, ਇਟ ਇਜ਼ ਨਾਓ ਕਲੀਅਰ ਟੂ ਮੀ that we are fast heading towards economic recolonization, ਕਿ ਅਸੀਂ economically ਜਿਹੜੀਆਂ ਡਿਵੈਲਪਡ ਕੰਟਰੀਆਂ ਉਹਨਾਂ ਦੇ ਅੰਡਰ ਆ ਜਾਾਂਗੇ। ਇਸ ਕਰਕੇ ਨਾ ਇਹਨਾਂ ਦੇ ਨਾਲ ਕਾਫੀ ਇੱਕ ਜਦੋਜਹਿਦ ਚੱਲਦੀ ਆ ਰਹੀ ਆ। ਜਿਹੜੇ ਇਹ ਲਾਅ ਬਣੇ ਆ, ਇਹ WTO ਦੇ ਹੱਕ 'ਚ ਜਾਂਦੇ ਆ, ਔਰ ਬਕਾਇਦਾ ਮੋਦੀ ਜੀ ਨੇ, ਕਿਉਂਕਿ ਮੋਦੀ ਗਵਰਨਮੈਂਟ ਦੇ ਉੱਤੇ 2019 ਦੇ ਵਿੱਚ ਹੀ ਇਹ ਗੱਲ ਹੋਈ ਸੀਗੀ ਕਿ ਇਹਨਾਂ ਨੂੰ ਅਮਰੀਕਾ ਨੇ, ਟਰੰਪ ਦੀ ਉਦੋਂ ਗਵਰਨਮੈਂਟ ਜਿਹੜੀ ਸੀਗੀ, ਉਹਨਾਂ ਨੇ ਇਹਨਾਂ ਉੱਤੇ ਬਕਾਇਦਾ ਕੇਸ ਕੀਤਾ ਸੀਗਾ ਕਿ ਤੁਸੀਂ ਇਹ ਗਲਤ ਕੰਮ ਕਰ ਰਹੇ ਆ, ਤੁਸੀਂ ਸਬਸਿਡੀਜ਼ ਜ਼ਿਆਦਾ ਦੇ ਰਹੇ ਆ, ਕਿਉਂਕਿ ਜਿਹੜੇ ਉਹ ਟ੍ਰੇਡ ਆਰਗੇਨਾਈਜੇਸ਼ਨਸ ਦੇ ਅੰਡਰ ਨਾ ਤੁਸੀਂ ਇੱਕ ਪਾਰਟਿਕੂਲਰ ਲੈਵਲ ਤੱਕ ਹੀ ਸਬਸਿਡੀਜ਼ ਦੇ ਸਕਦੇ ਆ। ਉਹਦੇ ਵਿੱਚ ਉਹਨਾਂ ਨੇ ਟੈਲੀਕਾਮ, ਫਾਰਮਾਸਿਊਟੀਕਲ, ਇਹਨਾਂ ਚੀਜ਼ਾਂ ਬਾਰੇ ਕਿਹਾ ਸੀਗਾ ਕਿ ਤੁਸੀਂ ਐਕਸਟਰਾ ਸਬਸਿਡੀਜ਼ ਦੇ ਰਹੇ ਆ। ਤਾਂ ਹੁਣ ਉਹ ਜਿਹੜੀਆਂ ਟੈਲੀਕਾਮ, ਫਾਰਮਾਸਿਊਟੀਕਲਸ, ਇਹ ਸਾਰੀਆਂ ਆਉਂਦੀਆਂ ਇਹਨਾਂ ਦੇ ਆਪਣੇ ਮੋਦੀ ਜੀ ਦੇ ਆਪਣੇ ਯਾਰਾਂ ਮਿੱਤਰਾਂ ਦੇ ਹੱਥ ਦੇ ਵਿੱਚ, ਤਾਂ ਉਹਨਾਂ ਦਾ ਤਾਂ ਕੁਝ ਕਰ ਨਹੀਂ ਸਕਦੇ। ਸੋ ਵਾਟ ਹੀ ਹੈਜ਼ ਡਨ ਕਿ ਉਹਨਾਂ ਨੇ ਐਗਰੀਕਲਚਰ ਨੂੰ ਵਿੱਚ ਲੈ ਆਂਦਾ ਆ। ਠੀਕ ਹੈ ਜੀ। ਹੁਣ ਐਗਰੀਕਲਚਰ ਦੇ ਜਿਹੜੇ ਪ੍ਰੋਬਲਮ ਕੀ ਆ ਕਿ WTO ਦੇ ਅਕੋਰਡਿੰਗ ਦੋ ਹਿੱਸੇ ਆ, ਇੱਕ ਉਹਨੂੰ ਬੋਲਦੇ ਆ ਗ੍ਰੀਨ ਬਾਕਸ ਤੇ ਇੱਕ ਬੋਲਦੇ ਆ ਐਂਬਰ ਬਾਕਸ। ਗ੍ਰੀਨ ਬਾਕਸ ਦੇ ਵਿੱਚ ਉਹ ਕਲੌਜ਼ਸ ਆਉਂਦੇ ਆ ਜਿਹਦੇ ਵਿੱਚ ਅਗਰ ਕੁਝ ਵੀ ਇੱਧਰ ਉੱਧਰ ਹੋ ਜਾਏ ਤਾਂ ਉਹ ਟ੍ਰੇਡ ਨੂੰ ਡਿਸਟੋਰਟ ਨਹੀਂ ਕਰਦੇ, ਮਤਲਬ ਜੋ ਇਹਨਾਂ ਦਾ ਐਗਰੀਮੈਂਟ ਆ ਉਹ ਤੋੜਦੇ ਨਹੀਂ ਹੈਗੇ। ਐਂਬਰ ਬਾਕਸ ਵਿੱਚ ਉਹ ਆਉਂਦੇ ਆ ਜਿਹਦੇ ਵਿੱਚ ਉਹ ਤੋੜਦੇ ਆ। MSP ਜਿਹੜੀ ਆ ਨਾ, ਉਹ ਐਂਬਰ ਬਾਕਸ ਚ ਆਉਂਦੀ ਆ, ਔਰ ਐਂਬਰ ਬਾਕਸ ਦੇ ਵਿੱਚ ਆਉਣ ਦਾ ਮਤਲਬ ਆ ਕਿ ਉਹਨੂੰ ਕੈਪਿੰਗ ਕਰਨੀ ਪਊਗੀ 10%, ਕਿ ਸਿਰਫ 10% ਹੀ ਜਿਹੜਾ ਹੈਗਾ ਉਹਨੂੰ ਦਿੱਤਾ ਜਾ ਸਕਦਾ ਹੈ। ਹੁਣ ਤੁਸੀਂ ਇਹ ਦੇਖੋ ਕਿ USA ਦੇ ਵਿੱਚ ਸਿਰਫ 2%
ਕਿਸਾਨ ਆ ਜੀ, ਇੰਡੀਆ ਵਿੱਚ 80% ਕਿਸਾਨ 80% ਆ ਜੀ। ਹੁਣ ਜੇ ਤੁਸੀਂ 10% ਟੋਟਲ ਪ੍ਰੋਡਿਊਸ ਦੀ ਗੱਲ ਕਰੋ ਤਾਂ ਉਥੇ 2% ਨੂੰ ਵੀ ਮਿਲ ਗਿਆ ਤੇ ਇੱਧਰ 80% ਨੂੰ ਕਿੱਥੋਂ ਮਿਲੂਗਾ? ਪੋਸੀਬਲ ਨਹੀਂ ਹੈਗਾ। ਬਿਲਕੁਲ ਬਿਲਕੁਲ। ਪਰ ਉਹਨਾਂ ਨੇ ਹੁਣੇ ਕਹਿ ਦਿੱਤਾ ਕਿ ਅਸੀਂ ਇਹ ਕਰਾਂਗੇ ਜੀ। ਹੁਣ ਉਹ WTO ਨੇ ਤੁਹਾਡੇ ਹੱਕ 'ਚ ਇਸ ਕਰਕੇ ਨਹੀਂ ਆਉਣਾ ਕਿਉਂਕਿ ਇਹ ਬਕਾਇਦਾ ਉਹਨਾਂ ਦੇ ਲਈ ਹੀ ਬਣਾਏ ਗਏ ਆ ਜੀ, ਕਿਉਂਕਿ ਫਾਇਦਾ ਉਹਨਾਂ ਨੂੰ ਆ, ਫਾਇਦਾ ਉਹਨਾਂ ਨੂੰ। ਜੀ ਜੀ ਜੀ। ਤਾਂ UN ਅਗਰ ਵਿੱਚ ਆਉਂਦਾ ਆ ਤਾਂ UN ਦੀ ਜਿਹੜੀ ਹਿਊਮਨ ਰਾਈਟਸ ਵਾਲੀ ਜਿਹੜੀ ਸੰਸਥਾ ਆ ਉਹ ਸਾਡੀ ਮਦਦ ਕਰ ਸਕਦੀ ਆ ਜੀ। ਦੈਟ ਇਜ਼ ਇਟ, ਹੈ ਨਾ। ਉਹ ਵੀ ਤਾਂ ਕਿ ਇਹਨਾਂ ਨੂੰ ਪੀਸਫੁਲ ਪ੍ਰੋਟੈਸਟ ਕਰ ਲੈਣ ਦਿਓ ਇਹਨਾਂ ਨੂੰ। ਬਾਕੀ ਸਾਨੂੰ ਆਪਣਾ ਹੀ ਉੱਥੇ ਪ੍ਰੈਸ਼ਰ ਬਣਾਉਣਾ ਪੈਣਾ ਆ, ਸਾਨੂੰ ਆਪਣੇ ਛੋਟੇ ਛੋਟੇ ਪ੍ਰੈਸ਼ਰ ਗਰੁੱਪਸ ਬਣਾਉਣੇ ਪੈਣੇ ਆ, ਬਕਾਇਦਾ ਇੱਕ ਤਰੀਕੇ ਨਾਲ ਇੱਕ ਰਣਨੀਤੀ ਸਿਰਜ ਕੇ ਫਿਰ ਉਹਨਾਂ ਦੇ ਉੱਤੇ ਦਬਾਅ ਪਾਉਣਾ ਪੈਣਾ। ਅਦਰਵਾਈਜ਼ ਬਾਹਰੋਂ UN ਨੇ ਤੁਹਾਡਾ ਸਾਥ ਨਹੀਂ ਦੇਣਾ ਐਡੀ ਛੇਤੀ। ਹਿਊਮਨ ਰਾਈਟਸ ਵਿੱਚ ਦੇ ਸਕਦੇ ਆ ਇਸ ਪਾਰਟਿਕੂਲਰ ਮੁੱਦੇ ਵਿੱਚ ਕਿਉਂਕਿ WTO ਦੇ ਨਾਲ ਕੰਪਲਾਈ ਕਰਦੇ ਆ ਜਿਹੜੇ ਰੂਲ ਬਣਾਏ ਹੋਏ ਆ ਉਹਨਾਂ ਨੇ, ਹੈ ਨਾ। ਸੋ ਜੇ ਮਨੁੱਖੀ ਅਧਿਕਾਰਾਂ ਦੀ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ, ਸੋ ਜੇ ਆਪਾਂ ਆਪਣੀਆਂ ਪਟੀਸ਼ਨ ਜਿੱਦਾਂ ਵੀ ਪਾ ਰਹੇ ਹਾਂ, ਚਾਹੇ ਇੱਥੇ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ ਜਾਂ ਕੈਨੇਡਾ, ਅਮਰੀਕਾ ਜੀ ਸੰਸਦ ਦੇ ਵਿੱਚ ਵੀ ਗੱਲ ਹੁੰਦੀ ਹੈ ਇੱਥੇ, ਜੇ ਆਪਾਂ ਹਿਊਮਨ ਰਾਈਟਸ ਨੂੰ ਲੈ ਕੇ ਦੇਖਦੇ ਹਾਂ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਆਵਾਜ਼ ਜਿਹੜੀ ਆ ਉਹ ਜਿਹੜੀ ਆ ਹੋ ਸਕਦੀ ਸੁਣਵਾਈ ਥੋੜੀ ਬਹੁਤੀ। ਬਿਲਕੁਲ, ਅਗਰ ਕਿਉਂਕਿ ਹਿਊਮਨ ਰਾਈਟਸ ਦਾ ਤਾਂ ਡੈਫੀਨਿਟਲੀ ਹਿਊਮਨ ਰਾਈਟਸ ਵਾਇਓਲੇਸ਼ਨ ਆ ਔਰ ਬੜੀ ਜ਼ਬਰਦਸਤ ਹਿਊਮਨ ਰਾਈਟਸ ਵਾਇਓਲੇਸ਼ਨ ਆ ਕਿ ਤੁਸੀਂ ਆਪਣੇ ਹੀ ਦੇਸ਼ ਦੇ ਵਿੱਚ ਇੱਕ ਬਾਰਡਰ ਤਿਆਰ ਕਰ ਰਹੇ ਆ, ਬਿਲਕੁਲ, ਹੈ ਨਾ। ਉਹਨਾਂ ਲੋਕਾਂ ਨੂੰ ਤੁਸੀਂ ਪਾਣੀ ਕੱਟ ਰਹੇ ਆ ਜੀ। ਪਾਣੀ, ਫੂਡ, ਇਹ ਬੇਸਿਕ ਅਮੈਨਿਟੀਜ਼ ਆ, ਤੁਸੀਂ ਇਹ ਕੱਟ ਨਹੀਂ ਸਕਦੇ ਕਦੀ ਵੀ, ਤੁਸੀਂ ਕੱਟ ਰਹੇ ਆ। ਸੋ ਇਹ ਹਿਊਮਨ ਰਾਈਟਸ ਇਸ਼ੂ ਤਾਂ ਹੈਗਾ, ਬਿਲਕੁਲ। UN ਸਾਡੀ ਹੈਲਪ ਕਰ ਸਕਦਾ ਹਿਊਮਨ ਰਾਈਟਸ ਮਾਮਲੇ ਦੇ ਵਿੱਚ, ਔਰ ਉਹ ਕਰ ਸਕਦਾ ਹੈ ਜੇ ਸਾਡੀ ਆਵਾਜ਼ ਉੱਥੇ ਤੱਕ ਪ੍ਰੋਪਰ ਪਹੁੰਚ ਜਾਏ। ਕੱਲ ਦਾ ਜਿਹੜਾ ਰਿਹਾਨਾ ਨੇ ਉਹ ਜਿਹੜਾ ਟਵੀਟ ਕੀਤਾ ਉਹਦੇ ਕਰਕੇ ਇੱਕ ਲਹਿਰ ਚੱਲੀ ਆ, ਗ੍ਰੇਟਾ ਥਨਬਰਗ ਨੇ ਵੀ ਕਰਤਾ, ਆਮ ਸੌਰੀ, ਉਹ ਇੱਕ ਲਹਿਰ ਚੱਲੀ ਆ, ਉਹਦੇ ਵਿੱਚ ਸਾਡੀ ਹੈਲਪ ਹੋ ਸਕਦੀ ਆ ਜੀ। ਸੋ ਬਿਲਕੁਲ ਜੀ, ਕਈ ਵਾਰੀ ਹੈਰਾਨੀ ਹੁੰਦੀ ਆ, ਇੱਥੇ ਇੱਕ ਸੋਚਣ ਵਿਚਾਰਨ ਦੀ ਗੱਲ ਆ। ਵੈਸੇ ਬਹੁਤ ਵਧੀਆ ਵਿਚਾਰ ਜਿਹੜੇ ਆ ਕਿਰਨ ਜੀ ਨੇ ਦਿੱਤੇ ਹੈਗੇ ਆ। ਗੱਲ ਇਹ ਆ ਕਿ ਕੋਈ ਵੀ ਦੇਸ਼ ਜਿਹੜਾ ਹੈਗਾ, ਜਦੋਂ ਉੱਥੇ ਦਾ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਦਾ ਜਿੱਥੇ ਰਾਜ ਆ, ਜਿੱਥੇ ਪ੍ਰਧਾਨ ਮੰਤਰੀ ਦਾ ਰਾਜ ਆ, ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਦੇਸ਼ ਨੂੰ ਤਰੱਕੀ ਜਿਹੜੀ ਆ ਉਹ ਕਿਵੇਂ ਲੈ ਕੇ ਤਰੱਕੀ ਕਿਵੇਂ ਕਰਨੀ ਆ, ਉੱਥੋਂ ਦੇ ਨਾਗਰਿਕ ਜਿਹੜੇ ਆ ਉਹਨਾਂ ਦਾ ਜੀਵਨ ਜਿਹੜਾ ਉਹ ਸੁਖਾਲਾ ਕਿਵੇਂ ਬਣਾਉਣਾ। ਪਰ ਕਿਤੇ ਨਾ ਕਿਤੇ ਭਾਰਤ ਅਜਿਹਾ ਦੇਸ਼ ਜਿੱਥੇ ਕਿ ਮੈਂ ਕਹੂੰਗੀ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਵੱਖ-ਵੱਖ ਬੋਲੀਆਂ ਦੇ ਲੋਕ ਰਹਿੰਦੇ ਨੇ, ਵੱਖਰੀਆਂ ਸਟੇਟਾਂ ਨੇ, ਹਰ ਇੱਕ ਦਾ ਆਪਣਾ ਸੱਭਿਆਚਾਰ ਆ, ਆਪਣਾ ਧਰਮ ਆ। ਗੱਲ ਇਹ ਆ ਜਾਂਦੀ ਕਿ ਸਾਡੇ ਪ੍ਰਧਾਨ ਮੰਤਰੀ ਆ ਜਿਹੜੇ ਉਹ ਦੇਸ਼ ਦੀ ਉન્નਤੀ ਵੱਲ ਧਿਆਨ ਘੱਟ ਆ, ਤੇ ਉਹਨਾਂ ਦਾ ਧਿਆਨ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਹਿੰਦੂ ਰਾਸ਼ਟਰ ਜਿਹੜਾ ਉਹ ਕਿਵੇਂ ਬਣਾਉਣਾ। ਜੇ ਆਪਾਂ ਗੱਲ ਕਰੀਏ 2014 ਦੇ ਵਿੱਚ ਜਦੋਂ ਇਹ ਸੱਤਾ ਦੇ ਵਿੱਚ ਆਏ ਆ, ਉਸ ਤੋਂ ਬਾਅਦ ਇਹਨਾਂ ਨੇ ਇੱਕੋ ਚੀਜ਼ ਦੇਖੀ ਕਿ ਅਸਲ ਦੇ ਵਿੱਚ ਉਹਨਾਂ ਨੂੰ ਖਤਰਾ ਕਿੱਧਰਲੇ ਪਾਸਿਓਂ ਹੈਗਾ ਤੇ ਕਿਹਨਾਂ ਨੂੰ ਦਬਾਉਣਾ ਆ। ਉਸੇ ਹਿਸਾਬ ਦੇ ਨਾਲ ਉਹਨਾਂ ਨੇ ਰੂਲ ਪਹਿਲਾਂ ਬਣਾਏ। ਜੇ ਆਪਾਂ 370 ਧਾਰਾ ਦੀ ਗੱਲ ਕਰੀਏ, ਉਸ ਤੋਂ ਬਾਅਦ ਵੱਖਰੀਆਂ ਚੀਜ਼ਾਂ ਉਹਨਾਂ ਨੇ ਇਦਾਂ ਦੀਆਂ ਕੀਤੀਆਂ ਜਿਹੜਾ ਕਿ ਦਬਾਇਆ ਜਾ ਸਕੇ। ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜੇ ਕਿਸਾਨੀ ਜਿਹੜੇ ਇਹ ਆਪਾਂ ਜੇ ਇਹ ਕੀਤੇ ਆ ਤਾਂ ਉਸ ਤੋਂ ਬਾਅਦ ਪੰਜਾਬ ਸਭ ਤੋਂ ਪਹਿਲਾਂ ਉੱਠਿਆ, ਬਾਅਦ ਵਿੱਚ ਹੌਲੀ ਬਾਕੀ ਸਟੇਟਾਂ ਜਿਹੜੀਆਂ ਉਹ ਵੀ ਉੱਠੀਆਂ, ਅਜੇ ਹੋਰ ਵੀ ਸਟੇਟਾਂ ਜਿਹੜੀਆਂ ਹੌਲੀ ਜੁੜਦੀਆਂ ਨੇ, ਆ ਰਹੀਆਂ ਨੇ। ਕਿਉਂਕਿ ਜੇ ਆਪਾਂ ਗੱਲ ਕਰੀਏ ਕਾਲੇ ਕਾਨੂੰਨ ਜਿਹੜੇ ਤਿੰਨੇ ਬਣੇ, ਇਹਨਾਂ ਦੇ ਨਾਲ ਜਿਹੜਾ ਨੁਕਸਾਨ ਆ ਉਹ ਪੂਰੇ ਦੇਸ਼ ਨੂੰ ਹੋਣਾ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੋਣਾ। ਕਿਉਂਕਿ ਜੇ ਫੂਡ ਨਹੀਂ ਹੈਗਾ ਉਹਦੇ ਵਿੱਚ, ਜੇ ਆਪਾਂ ਜੇ ਕਹਾਂਗੇ ਅੰਨਦਾਤਾ ਜਿਹੜਾ ਉਹ ਭੁੱਖਾ ਮਰੇਗਾ, ਜੇ ਉਹਦੀ ਜਿਹੜੀ ਆ ਹਾਲਾਤ ਜਿਹੜੇ ਨਹੀਂ ਸੁਧਰਨਗੇ ਤਾਂ ਦੇਸ਼ ਤਰੱਕੀ ਕਰ ਹੀ ਨਹੀਂ ਸਕਦਾ, ਜੋ ਕੁਝ ਮਰਜ਼ੀ ਕਰ ਲੈਣ। ਕਿਸਾਨਾਂ ਨੇ ਤਾਂ, ਮੈਂ ਤੁਹਾਨੂੰ ਦੱਸਾਂ, ਕਿਸਾਨ ਤਾਂ ਫਿਰ ਵੀ ਐਂਡ ਦੇ ਉੱਤੇ ਆਉਣੇ ਆ। ਇਹ ਅਗਰ ਲਾਗੂ ਹੋ ਜਾਂਦੇ ਆ ਨਾ ਇਹ ਵਾਲੇ ਜਿਹੜੇ ਲਾਅ ਆ, ਤਾਂ ਕਿਸਾਨ ਤਾਂ ਅਖੀਰ ਤੇ ਮਰਨੇ ਆ, ਕਿਉਂਕਿ ਕਿਸਾਨ ਘੱਟੋ ਘੱਟ ਆਪਣਾ ਕਮਾਓ, ਆਪਣਾ ਬੀਜ ਆਪਣੇ ਜੋਗਾ ਕਰ ਤਾਂ ਸਕਦੇ ਆ। ਜਿਹੜੇ ਅਗਰ ਇਹ ਹੋ ਜਾਂਦੇ ਆ, ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਇਹਨਾਂ ਨੇ ਲਾਇਆ ਆ, ਬੇਸਿਕਲੀ ਉਹ ਕੀ ਆ, ਜਿਹੜਾ ਮੈਂ ਤੁਹਾਨੂੰ WTO ਦੀ ਗੱਲ ਕਰ ਰਹੀ ਨਾ, ਉਹਦੇ ਵਿੱਚ ਇੱਕ ਗੱਲ ਹੈਗੀ ਡੋਮੈਸਟਿਕ ਸਪੋਰਟ ਦੀ, ਕਿ ਤੁਸੀਂ ਆਪਣੀ ਡੋਮੈਸਟਿਕ ਲੋਕਾਂ ਨੂੰ ਕਿੰਨੀ ਕੁ ਸਪੋਰਟ ਕਰ ਸਕਦੇ, ਕਿੰਨਾ ਕੁ ਸਬਸਿਡਾਈਜ਼ਡ ਫੂਡ ਦੇ ਸਕਦੇ ਆ। ਹੁਣ ਇੰਡੀਆ ਦੇ ਵਿੱਚ ਜਿਹੜੇ ਬਹੁਤਾਤ ਦੇ ਵਿੱਚ ਲੋਕ BPL ਦੇ ਮਤਲਬ ਬਿਲੋ ਪਾਵਰਟੀ ਲਾਈਨ ਰਹਿੰਦੇ ਆ, ਉੱਥੇ ਉਹਨਾਂ ਨੂੰ 2 ਰੁਪਏ ਕਿਲੋ ਜਿਹੜਾ ਆਟਾ ਦਾਲ ਮਿਲਦਾ ਆ। ਹੁਣ ਜਦੋਂ ਗਵਰਨਮੈਂਟ ਨੇ ਖਰੀਦਣਾ ਹੀ ਬੰਦ ਕਰਤਾ, ਹੌਲੀ ਕਰਕੇ ਜਿਹੜੀਆਂ ਉਹ ਮਾਰਕੀਟਸ ਆ ਬੰਦ ਹੋ ਜਾਣੀਆਂ। ਔਰ ਹੌਲੀ ਤੋਂ ਮੇਰਾ ਮਤਲਬ 5 ਸਾਲ ਨਹੀਂ ਆ, ਮਹੀਨੇ ਆ, ਕੁਝ ਮਹੀਨਿਆਂ ਦੇ ਵਿੱਚ ਹੀ ਇਹਨਾਂ ਨੇ ਉਹਨੂੰ ਡਿਲੀਟ ਕਰਨਾ। ਫਿਰ ਇਹਨਾਂ ਨੇ ਕਹਿਣਾ ਅਸੀਂ ਇੰਨੇ ਕੁ ਲੋਕਾਂ ਨੂੰ ਦੇ ਸਕਦੇ ਆ, ਫਿਰ ਇਹਨਾਂ ਨੇ ਕਹਿਣਾ ਤੁਹਾਨੂੰ ਚਲੋ ਇਹ ਨਹੀਂ ਅਸੀਂ ਆਟਾ ਦਾਲ ਨਹੀਂ ਦਿੰਦੇ, ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਦਿਆ ਕਰਾਂਗੇ, ਫਿਰ ਉਹ ਪੈਸੇ ਵੀ ਮਾਈਨਸ ਕਰਨਗੇ। ਸੋ ਹੌਲੀ ਕਰਕੇ ਨਾ ਸਭ ਤੋਂ ਪਹਿਲਾਂ ਇਹਨਾਂ ਨੇ ਨੀਚੇ ਵਾਲਾ ਤਬਕਾ ਮਾਰਨਾ ਹੈ, ਫਿਰ ਮਿਡਲ ਕਲਾਸ ਵੀ ਨਾਲ ਮਾਰਨਾ ਹੈ। ਔਰ ਇਹ ਜਿਹੜੀ ਆਪਾਂ ਗੱਲ ਕਰਦੇ ਨਾ ਹਿੰਦੂ ਰਾਸ਼ਟਰ ਦੀ, ਬੇਸਿਕਲੀ ਆਪਾਂ ਇਹਨੂੰ ਇੱਕ ਗੱਲ ਨੂੰ ਸਮਝ ਲਈਏ ਕਿ ਜਿਹੜਾ ਹਿੰਦੂ ਰਾਸ਼ਟਰ ਹੈ ਉਹ ਹਿੰਦੂ ਰਾਸ਼ਟਰ ਨਾ ਹੋ ਕੇ ਇੱਕ ਖਾਸ ਜਾਤੀ ਦਾ
ਇੱਕ ਜਾਤੀ ਵਿਸ਼ੇਸ਼ ਦਾ ਰਾਸ਼ਟਰ ਹੋਣਾ ਹੈ ਨਾ, ਕਿਉਂਕਿ ਸਹੀ ਗੱਲ ਹੈ ਜਿਹੜੀ ਤੁਸੀਂ ਗੱਲ ਕਰੀ, ਕਿਸਾਨ ਤਾਂ ਹਿੰਦੂ ਵੀ ਨੇ, ਕਿਉਂਕਿ ਉਹ ਵੀ ਸਾਡੇ ਨਾਲ ਜੁੜੇ ਨੇ ਇਸ ਅੰਦੋਲਨ ਬਿਲਕੁਲ ਹੈਗੇ ਆ, ਹਿੰਦੂ ਸਾਡੇ ਨਾਲ ਨੇ। ਔਰ ਜਦੋਂ ਆਪਾਂ ਇੱਕ ਵੀ ਗੱਲ ਕਹਿ ਦਿੰਦੇ ਨਾ ਕਿ ਇਹ ਹਿੰਦੂ ਸਾਰੇ ਜਿਹੜੇ ਆ ਉਹ ਇੱਕੋ ਜਿਹੇ ਨਹੀਂ ਹੈਗੇ, ਹੈ ਨਾ। ਜਿਹੜਾ ਇੱਕ ਖਾਸ ਜਾਤੀ ਹੈ, ਦੇਖੋ ਸਭ ਤੋਂ ਪਹਿਲਾਂ ਇਹਨਾਂ ਨੇ ਮੁਸਲਮਾਨਾਂ ਨੂੰ ਠਹਿਰਾਇਆ ਕਿ ਇਹ ਐਂਟੀ ਨੈਸ਼ਨਲਸ ਨੇ। ਬਿਲਕੁਲ ਇਹਨਾਂ ਨੇ ਪੜ੍ਹਾਈ, ਜਿਹੜੇ ਲੋਕ ਬੱਚੇ ਪੜ੍ਹਦੇ ਆ JNU ਵਾਲੇ, ਇਥੋਂ ਤੱਕ ਕਿ ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਇਹ PhD ਕਰਦੇ ਆ, ਇਹ ਬੁੱਢੇ ਹੋ ਕੇ PhD ਕਰਦੇ ਆ, ਬਲਾ ਬਲਾ ਬਲਾ, ਉਹ ਬੇਸਿਕਲੀ ਕੀ ਆ, ਉਹ ਡੀਮੋਰਲਾਈਜ਼ ਕਰਨ ਦੀ ਇੱਕ ਗੱਲ ਆ ਕਿ ਕੋਈ ਇਹ ਦੱਸਣ। ਪਹਿਲਾਂ ਇਹ ਹੁੰਦਾ ਸੀਗਾ ਕਿ ਲੋਕੀ ਮਾਣ ਮਹਿਸੂਸ ਕਰਦੇ ਸੀ ਦੱਸਣ ਦੇ ਵਿੱਚ ਕਿ ਦੇਖੋ ਮੈਂ PhD ਕਰ ਰਿਹਾ, ਹੁਣ ਉਹਨਾਂ ਨੂੰ ਸ਼ਰਮ ਆਉਂਦੀ ਹੈ ਦੱਸਦਿਆਂ ਕਿ ਮੈਨੂੰ ਇਹਨੇ ਕਹਿਣਾ ਚੱਲ ਤੂੰ ਤਾਂ ਬੁੱਢਾ ਹੈ ਨਾ, ਇਹ ਗੱਲਾਂ ਉੱਥੇ ਚੱਲਦੀਆਂ ਆ। ਸੋ ਉਹਨਾਂ ਨੂੰ ਮਾਈਨਸ ਕੀਤਾ। ਕਿਉਂ? JNU ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਉੱਥੇ ਗਰੀਬ ਘਰਾਂ ਦੇ ਬੱਚੇ ਜ਼ਿਆਦਾ ਪੜ੍ਹਦੇ ਆ। ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਤੁਹਾਡੇ ਤੱਕ ਤਾਂ ਸਿੱਖਾਂ ਦੇ ਨਾਲ ਉਹਨਾਂ ਦਾ ਸ਼ੁਰੂ ਤੋਂ ਹੀ ਜਿਹੜਾ ਉਹ ਇੱਟ ਕੁੱਤੇ ਦਾ ਵੈਰ ਹੈਗਾ, ਇਹ ਟਾਪਾਂ ਆ, ਸਹੀ ਗੱਲ ਇੱਟ ਅਸੀਂ ਆ। ਸੋ ਉਹ ਵੈਰ ਉਹਨਾਂ ਦਾ ਹੈਗਾ ਸਾਡੇ ਨਾਲ, ਔਰ ਉਹ ਰਹਿਣਾ ਆ, ਕਿਉਂਕਿ ਜਿੱਥੇ ਵੀ ਕੁਝ ਗੜਬੜ ਹੋਊਗੀ ਆਪਾਂ ਹੀ ਅੱਗੇ ਸਾਹਮਣੇ ਖੜੇ ਹੋਣਾ ਹੀ ਹੋਣਾ ਹੈ, ਸਾਨੂੰ ਦਬਾਇਆ ਨਹੀਂ ਜਾ ਸਕਦਾ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ। ਸੋ ਇਸ ਕਰਕੇ ਨਾ ਜਿਹੜਾ ਹਿੰਦੂ ਰਾਸ਼ਟਰ ਆ ਉਹ ਹੌਲੀ ਹੌਲੀ ਤੁਹਾਡੇ ਦੇਖਦੇ ਜੇ ਆਹ ਜਿਹੜੇ ਲਾਅ ਆ ਉਹ ਲਾਗੂ ਹੋ ਜਾਂਦੇ ਆ, ਹੈਨਾ, ਜੇ ਕਿਸਾਨ ਪਿੱਛੇ ਹਟ ਜਾਂਦੇ ਆ, ਤਾਂ ਤੁਸੀਂ ਦੇਖਿਓ ਹੌਲੀ ਹੌਲੀ ਹਿੰਦੂ ਰਾਸ਼ਟਰ ਜਿਹੜਾ ਉਹ ਇੱਕ ਖਾਸ ਜਾਤ ਦਾ ਰਾਸ਼ਟਰ ਬਣ ਜਾਊਗਾ। ਉਹਦੇ ਵਿੱਚ ਫਿਰ ਜਿਹੜੇ ਦਲਿਤ ਆ ਉਹਨਾਂ ਨੂੰ ਮਾਈਨਸ ਕੀਤਾ ਜਾਊਗਾ, ਹੈਨਾ। ਫਿਰ ਉਹਨਾਂ ਦੇ ਕਿਉਂਕਿ ਕਈ ਯੂਨੀਵਰਸਿਟੀਜ਼ ਆ UP ਦੇ ਵਿੱਚ ਜਿਹਦੇ ਵਿੱਚ ਤੁਹਾਡੀ ਜਾਤ ਦੇ ਅਕੋਰਡਿੰਗ ਤੁਹਾਨੂੰ ਕਿੱਤੇ ਵਾਸਤੇ ਪੜ੍ਹਾਈ ਵੀ ਕਰਾਈ ਜਾਂਦੀ ਹੈ। ਹੁਣੇ ਸ਼ੁਰੂ ਹੋਇਆ ਹੈ ਕਿ ਜੇ ਕੋਈ ਚਮਾਰ ਕਮਿਊਨਿਟੀ ਦਾ ਹੈਗਾ ਤਾਂ ਫਿਰ ਸਿਰਫ ਬੂਟ ਬਣਾਉਣਾ ਹੀ ਸਿੱਖੇ, ਉਹ ਉਦਾਂ ਵੀ ਕਰ ਰਹੇ ਆ। ਸੋ ਬੇਸਿਕਲੀ ਇਹ ਇੱਕ ਦੁਬਾਰਾ ਜੇ ਤੁਸੀਂ ਆਪਾਂ ਗੱਲ ਕਰੀਏ ਤੇ ਉਹੀ ਚੀਜ਼ ਜੇ ਆਪਾਂ ਸਮ੍ਰਿਤੀ ਦੀ ਗੱਲ ਹੁੰਦੀ ਹੈ, ਉਹ ਚੀਜ਼ ਜਿਹੜੀ ਦੁਬਾਰਾ ਸ਼ੁਰੂ ਹੋ ਰਹੀ ਹੈ ਜੀ ਲਾਗੂ ਉਹਨਾਂ ਦੇ ਕਰਨ ਦਾ ਸਟਾਈਲ ਆ। ਹਿੰਦੂ ਉਹਨਾਂ ਨੇ ਸਿਰਫ ਇਸ ਕਰਕੇ ਕਿਹਾ ਤਾਂ ਕਿ ਸਾਰੇ ਹਿੰਦੂ ਜਿਹੜੇ ਆ ਨਾ ਉਹ ਨਾਲ ਜੁੜੇ ਰਹਿਣ, ਉਹਨਾਂ ਨੂੰ ਲੱਗੇ ਕਿ ਸਾਡੀ ਵੀ ਗੱਲ ਹੋਣੀ ਆ। ਔਰ ਜਿੰਨੀਆਂ ਵੀ ਭੰਨ ਤੋੜਾਂ ਹੁੰਦੀਆਂ ਆ, ਬੇਸ਼ੱਕ ਚਾਹੇ ਉਹ ਬਾਬਰੀ ਮਸਜਿਦ ਚ ਹੋਵੇ, ਜਿੱਥੇ ਮਰਜੀ ਹੋਵੇ, ਬੜਾ ਇੱਕ ਪੇਨਫੁਲ ਵੀ ਹੈ ਔਰ ਬੜਾ ਇੱਕ ਹਾਸੋਹੀਣਾ ਜਿਹਾ ਬਿਆਨ ਵੀ ਹੈ। ਕਿਸੇ ਕੋਲੋਂ ਪੁੱਛਿਆ ਗਿਆ ਸੀਗਾ, ਕਿਸੇ ਪੱਤਰਕਾਰ ਨੇ ਕਿਸੇ ਨੂੰ ਪੁੱਛਿਆ, ਉਹ ਬਾਬਰੀ ਮਸजिद ਦੇ ਬਾਹਰ बैठा ਸੀਗਾ कि राम मंदिर यहाँ बनाओ, तो कहते कि तुम्हारी जात क्या है, कहता हम कुम्हार हैं। तो कहता कि फिर तू अगर मंदिर बन गया तो तू पुजारी लग जाएगा, कहता नहीं वो तो ब्राह्मण ही लगेगा ना। सो साडी मानसिकता इदां दी बना दित्ती गई है उन्हां दी, जी। तो उन्होंने हजे हिंदू राष्ट्र कीता होया, हौली हौली वो हिंदू राष्ट्र माइनस होके एक खास जात दा राष्ट्र बन जाना है, एंड दैट इज व्हाट इज प्रॉब्लमैटिक, है ना। और ਉਹਦੇ ਵਿੱਚ ਵੀ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ, ਜਿਹੜੀ ਉਹ ਬ੍ਰਾਹਮਣ ਵੀ ਆਪਾਂ ਕਹਿੰਦੇ ਆ ਨਾ, ਹੁਣ ਬ੍ਰਾਹਮਣ ਤੇ ਤਮਿਲੀਅਨ ਵੀ ਹੈਗੇ ਆ, ਤਮਿਲਨਾਡੂ ਦੇ ਵਿੱਚ ਵੀ ਬ੍ਰਾਹਮਣ ਆ, ਪਰ ਉਹਨਾਂ ਨੂੰ ਇਹ ਕਹਿੰਦੇ ਬਾਹਰੋਂ ਆਏ ਆ, ਕਿਉਂਕਿ ਉਹ ਆਰੀਅਨ ਸਭਿਅਤਾ ਦੀ ਗੱਲ ਆ ਉੱਥੇ। ਔਰ ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ ਕਿ ਜਿਹੜੀ ਆਰੀਅਨ ਲੋਕਾਂ ਦੀ ਨਾਲ ਜਿਹੜਾ ਇਹਨਾਂ ਪ੍ਰੇਮ ਆ ਨਾ, ਉਹ ਹਿਟਲਰ ਦਾ ਵੀ ਸੀਗਾ, ਕਿਉਂਕਿ ਹਿਟਲਰ ਵੀ ਆਪਣੇ ਆਪ ਨੂੰ ਆਰੀਅਨ ਕਹਿਲਾਉਂਦਾ ਸੀ, ਇਹ ਵੀ ਆਪਣੇ ਆਪ ਨੂੰ ਆਰੀਅਨ ਕਹਿਲਾਉਂਦੇ ਆ। ਸੋ देयर इज अ पैरेलल। तो ਇਹਨਾਂ ਗੱਲਾਂ ਨੂੰ ਸਾਨੂੰ ਬੜੇ ਲੈਵਲ ਦੇ ਉੱਪਰ ਘੋਖਣਾ ਬੜਾ ਜ਼ਰੂਰੀ ਆ। ਅਸੀਂ ਅਕਸਰ ਗੋਦੀ ਮੀਡੀਆ ਕਹਿ ਕੇ ਪੱਲਾ ਝਾੜ ਦਿੰਦੇ ਆ, ਉਹ ਗੋਦੀ ਮੀਡੀਆ ਨਹੀਂ ਹੈਗਾ, ਉਹ ਪੇਡ ਨਹੀਂ ਆਏ, ਮੈਂ ਕਿਤੇ ਹੋਰ ਵੀ ਕਿਹਾ ਆ। ਜੇ ਉਹ ਪੇਡ ਹੁੰਦਾ ਨਾ ਤੇ ਆਪਾਂ ਵੀ ਖਰੀਦ ਲੈਂਦੇ। ਜਿਹੜੇ ਸਿੱਖ ਇੰਨਾ ਸਹੀ ਗੱਲ ਕਰ ਸਕਦੇ ਕਰਕੇ ਲੰਗਰ ਲਾ ਸਕਦੇ ਹੋ, ਗੋਦੀ ਮੀਡੀਆ ਵੀ ਖਰੀਦ ਲੈਂਦੇ, ਪਰ ਉਹ ਖਰੀਦਿਆ ਨਹੀਂ ਜਾਊਗਾ ਕਿਉਂਕਿ ਉਹ ਇੱਕ ਖਾਸ ਮਕਸਦ ਲਈ ਕਹਿ ਸਕਦੇ, ਮਕਸਦ ਔਰ ਖਾਸ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕ ਆ ਜਿਹੜੇ ਉਹਨਾਂ ਦੇ ਉੱਤੇ ਬੈਠੇ ਹੋਏ ਆ, ਔਰ ਉਹ ਉਸੇ ਪ੍ਰੋਪਗੈਂਡਾ ਨੂੰ ਚਲਾ ਰਹੇ ਆ। ਇਹ ਸਮਝਣਾ ਪਊਗਾ, ਗੋਦੀ ਗੁੱਦੀ ਕੁਛ ਨਹੀਂ ਆ, ਉਹ ਇੱਕ ਖਾਸ ਮਕਸਦ ਦੇ ਨਾਲ ਉਹ ਕੰਮ ਕਰ ਰਹੇ ਆ। ਜੀ ਬਿਲਕੁਲ ਜੀ, ਇਹ ਚੀਜ਼ਾਂ ਦੇਖਣ ਨੂੰ ਕੁਝ ਹੋਰ ਲੱਗਦਾ ਤੇ ਹੁੰਦਾ ਕੁਝ ਹੋਰ ਆ। ਚੀਜ਼ਾਂ ਸਮਝਣੀਆਂ ਸਾਨੂੰ ਪੈਣੀਆਂ ਨੇ ਕਿ ਅਸਲ ਦੇ ਵਿੱਚ ਸੱਚਾਈ ਕੀ ਆ, ਕਿਉਂਕਿ ਜੇ ਆਮ ਲੋਕਾਂ ਦੀ ਗੱਲ ਕਰੀਏ, ਉਹਨਾਂ ਦੀ ਸਮਝ ਤੋਂ ਬਾਹਰ ਆ ਇਹ ਸਾਰੀਆਂ ਚੀਜ਼ਾਂ ਕਿ ਇਹ ਸਭ ਕੁਝ ਹੋ ਕੀ ਰਿਹਾ ਆ। ਅਸੀਂ ਹੈਗੇ ਆ ਥੋੜੇ ਜਿਹੇ ਇਮੋਸ਼ਨਲ, ਸਾਡੇ ਸਾਹਮਣੇ ਜੋ ਸੋਸ਼ਲ ਮੀਡੀਆ ਦੇ ਵਿੱਚ ਆਉਂਦਾ ਆ ਜਾਂ ਕੋਈ ਵੀ ਸਾਡੇ ਆਗੂ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਦੇ ਆ ਕਿ ਹਾਂ ਇਹ ਬਹੁਤ ਵਧੀਆ ਕੰਮ ਕਰਦੇ, ਜਿਵੇਂ ਕਿ ਸਾਡੇ ਹੁਣ ਆਪਾਂ ਕਿਸਾਨੀ ਅੰਦੋਲਨ ਦੇ ਵਿੱਚ ਆਗੂ ਕਰੀਏ, ਸੋ ਸਾਡੇ ਲਈ ਸਿਰਫ ਉਹੀ ਤੇ ਉਹਨਾਂ ਲਈ ਅਸੀਂ ਸੋਚ ਰਹੇ ਹਾਂ ਕਿ ਉਹ ਜੋ ਕਰ ਰਹੇ ਨੇ ਸਹੀ ਕਰ ਰਹੇ, ਪਰ ਅੰਦਰਗਤੀ ਜੋ ਇਹ ਸਿਸਟਮੈਟਿਕਲੀ ਸਭ ਕੁਝ ਹੋ ਰਿਹਾ ਆ, ਇਹਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਇਸੇ ਕਰਕੇ ਸਾਡਾ ਇਹ ਸ਼ੋਅ ਕਰਨ ਦਾ ਮਕਸਦ ਹੀ ਇਹ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਾਗਰੂਕਤਾ ਆ ਜਾਵੇ। ਵਿਚਾਰਾਂ ਦਾ ਵਿਵਾਦ ਜਿਹੜਾ ਉਹ ਬਾਅਦ ਵਿੱਚ ਚਲੋ ਕਰ ਲਵਾਂਗੇ, ਪਰ ਫਿਲਹਾਲ ਸਾਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਨੌਜਵਾਨਾਂ ਨੂੰ ਗਦਾਰ ਕਹਿਣ ਦੀ ਬਜਾਏ ਉਹਨਾਂ ਨੂੰ ਨਾਲ ਲੈਣ,
ਨਾਲ ਤੁਰਨ, ਕਿਉਂਕਿ ਜੰਗ ਜਿੱਤਣੀ ਆ। ਬਹੁਤ ਵੱਡਾ ਮੈਂ ਕਹੂੰਗੀ ਕਿ ਇਹ ਅੰਦੋਲਨ ਜਿਹੜਾ ਇਸ ਟਾਈਮ ਸ਼ੁਰੂ ਹੋਇਆ, ਜੇ ਹੁਣ ਵੀ ਅਸੀਂ ਇਹਨਾਂ ਵਿਚਾਰਾਂ ਨੂੰ ਲੈ ਕੇ ਇਸੇ ਤਰ੍ਹਾਂ ਵਿਵਾਦਾਂ ਦੇ ਵਿੱਚ ਫਸੇ ਰਹੇ ਤਾਂ ਇਹਦਾ ਫਾਇਦਾ ਜਿਹੜਾ ਇਹ ਸਰਕਾਰ ਸਮੇਂ ਦੀ ਜਿਹੜੀ ਉਹ ਲੈ ਜਾਵੇਗੀ। ਬਿਲਕੁਲ, ਉਹ ਲੈ ਵੀ ਰਹੇ ਆ ਜੀ। ਉਹਨਾਂ ਨੇ ਜਿਹੜਾ ਸਾਡੀਆਂ ਹੀ ਸਾਡੇ ਆਪਣੇ ਜਿਹੜੇ ਅਸੀਂ ਦਿੱਤੇ ਜੋ ਭਾਵੁਕ ਹੋ ਕੇ ਬਿਆਨ ਦਿੱਤੇ, ਜਾਂ ਕਹਿ ਲਈਏ ਕਿ ਕਿਸੇ ਰਾਜਨੀਤੀ ਵਿੱਚ ਆ ਕੇ ਅਸੀਂ ਬਿਆਨ ਦਿੱਤੇ, ਉਹਨਾਂ ਨੇ ਬਕਾਇਦਾ ਕੈਸ਼ ਕੀਤਾ ਹੈ ਨਾ। ਉਹਨਾਂ ਨੇ ਸਾਡੇ ਜਿਹੜੇ ਮੁੰਡੇ ਆ ਉਹ ਜਿਹੜੇ ਜੇਲ੍ਹ ਦੇ ਵਿੱਚ ਆ, ਹੁਣ ਅਗਰ ਉਸ ਦਿਨ ਉੱਥੇ ਕੁਝ ਆਪਾਂ ਇੰਨਾ ਕੁ ਸਟੈਂਡ ਲੈ ਜਾਂਦੇ ਨਾ, ਇਹ ਨਾ ਵੀ ਕਹਿੰਦੇ ਕਿ ਠੀਕ ਹੋਇਆ, ਆਪਾਂ ਇਹ ਕਹਿ ਦਿੰਦੇ ਕਿ ਕੋਈ ਗੱਲ ਨਹੀਂ, ਅਸੀਂ ਬਕਾਇਦਾ ਅਸੀਂ ਆਪਣੀ ਕਮੇਟੀ ਬਣਾਵਾਂਗੇ, ਅਸੀਂ ਵੀ ਜਾਂਚ ਕਰਾਂਗੇ ਔਰ ਅਸੀਂ ਪੁਲਿਸ ਨੂੰ ਖੁਦ ਉਹ ਲੋਕ ਦੱਸਾਂਗੇ ਜਿਹੜੇ ਸ਼ਰਾਰਤੀ ਆ, ਹੈ ਨਾ। ਇੰਨੀ ਕੁ ਗੱਲ ਆਪਾਂ ਕਰ ਦਿੰਦੇ ਨਾ, ਤੇ ਅੱਜ ਉਹਦਾ ਜਿਹੜਾ ਰੂਪ ਰੇਖਾ ਕੁਝ ਹੋਰ ਹੋਣੀ ਸੀਗੀ। ਅੱਜ ਉਹ ਸਾਡੇ ਮੁੰਡਿਆਂ ਨੂੰ 100-150 ਮੁੰਡਾ ਜਿਹੜਾ ਉਹ ਸਾਡਾ ਅੰਦਰ ਪਿਆ ਆ, ਇੰਜ ਚੁੱਕ ਕੇ ਲੈ ਜਾਂਦੇ ਆ। ਬਹੁਤ ਸਾਰੇ ਲਾਪਤਾ ਹੁੰਦੇ ਆ, ਉਹ ਕਿਉਂ ਹੋ ਜਾਂਦੇ ਆ, ਕਿਵੇਂ ਹੋ ਜਾਂਦੇ ਆ? ਕਿਉਂਕਿ ਉੱਥੇ ਉਹਨਾਂ ਨੇ ਆਪਣਾ ਇੱਕ ਘੇਰਾ ਬਣਾਇਆ ਹੋਇਆ। ਅਸੀਂ ਸਾਡਾ ਜਿਹੜਾ ਦੁਸ਼ਮਣ ਆ, ਅਸੀਂ ਸਮਝ ਲਈਏ ਜਿਹੜਾ ਸਾਡਾ ਦੁਸ਼ਮਣ ਆ ਨਾ, ਉਹ ਬਹੁਤ ਸ਼ਾਤਰ ਵੀ ਆ, ਬਿਲਕੁਲ, ਹੈ ਨਾ, ਔਰ ਉਹ ਕਮੀਨਾ ਵੀ ਆ। ਇਹ ਦੋਵੇਂ ਚੀਜ਼ਾਂ ਬੜਾ ਡੈਡਲੀ ਕੰਬੀਨੇਸ਼ਨ ਆ ਇਹ, ਕਿ ਇੱਕ ਤਾਂ ਚਲਾਕ ਹੋਣਾ ਇੱਕ ਗੱਲ ਹੋਰ ਹੁੰਦੀ ਆ, ਇੱਕ ਉਹ ਬੰਦਾ ਜੋ ਕੁਝ ਵੀ ਕਰ ਸਕਦਾ ਆ, ਹੈ ਨਾ, ਉਹ ਬੜਾ ਖਤਰਨਾਕ ਹੁੰਦਾ ਆ। ਸਾਡੀ ਲੜਾਈ ਉਹਦੇ ਨਾਲ ਆ। ਜੇ ਅਸੀਂ ਆਪਸ 'ਚ ਪਾਟੇ ਰਹੇ ਨਾ, ਫਿਰ ਅਸੀਂ ਕਿਤੇ ਨਹੀਂ ਪਹੁੰਚ ਸਕਦੇ। ਬਿਲਕੁਲ ਜੀ, ਉਮੀਦ ਕਰੂੰਗੀ ਕਿ ਪ੍ਰੋਗਰਾਮ ਤੁਸੀਂ ਜਿਹੜਾ ਪਸੰਦ ਕਰੋਗੇ। ਵਿੱਚ ਕਈਆਂ ਨੂੰ ਪਸੰਦ ਨਹੀਂ ਵੀ ਆਉਣਾ, ਕਿਉਂਕਿ ਕਾਫੀ ਸੱਚੀਆਂ ਗੱਲਾਂ ਜਿਹੜੀਆਂ ਕਹੀਆਂ ਗਈਆਂ ਆ। ਚਲੋ ਜੀ, ਫਿਰ ਵੀ ਕਿਉਂਕਿ ਇਹ ਮੀਡੀਆ ਆ, ਮੀਡੀਆ ਦੇ ਵਿੱਚ ਸਾਡੀ ਕੋਸ਼ਿਸ਼ ਇਹੀ ਆ ਕਿ ਤੁਹਾਡੇ ਤੱਕ ਹਰ ਇੱਕ ਗੱਲ ਪਹੁੰਚਾਉਣੀ, ਸੋਚ ਸਮਝ ਕੇ ਫੈਸਲਾ ਤੁਸੀਂ ਲੈਣਾ। ਸੋ ਪਰ ਠੀਕ ਆ, ਫਿਰ ਵੀ ਮੈਂ ਗੁਰੂ ਮਹਾਰਾਜ ਦੀ ਕਿਰਪਾ ਕਹੂੰਗੀ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੇ ਇਹ ਅੰਦੋਲਨ ਨਹੀਂ ਸ਼ੁਰੂ ਕੀਤਾ ਸੀ। ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਮੈਂ ਇੱਥੇ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗੀ, ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਕਿਵੇਂ ਸਾਰੇ ਲੋਕ ਜਿਹੜੇ ਉਹ ਇਕੱਠੇ ਹੋ ਗਏ ਆ, ਇਹ ਗੁਰੂ ਮਹਾਰਾਜ ਦਾ ਜਿਹੜਾ ਵਰਤਾਰਾ ਸੀ, ਉਹਨਾਂ ਦੀ ਕਿਰਪਾ ਦੇ ਨਾਲ। ਆਪਾਂ ਗੱਲ ਕਰਾਂਗੇ ਕਿ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਇਹ ਚੱਲਿਆ ਸੀਗਾ। ਅੱਜ ਜੇ ਆਪਾਂ ਗੱਲ ਕਰੀਏ, ਭਾਵੇਂ ਉਤਾਰ ਚੜਾ ਇੰਨੇ ਆਏ ਨੇ, ਵਿਚਾਰਾਂ ਦਾ ਵਿਵਾਦ ਇੰਨਾ ਹੋਇਆ ਆ, ਉਸ ਤੋਂ ਬਾਅਦ ਫਿਰ ਵੀ ਕਲਾ ਵਰਤੀ ਆ। ਉਸ ਤੋਂ ਬਾਅਦ ਜੇ ਆਪਾਂ ਭਾਵੇਂ ਰਕੇਸ਼ ਡਕੈਤ ਦੀ ਗੱਲ ਕਰੀਏ, ਉਹ ਖੜੇ ਹੋਏ ਨੇ, ਉਹਨਾਂ ਦੇ ਅਥਰੂਆਂ ਦੇ ਨਾਲ ਫਿਰ ਦੁਬਾਰਾ ਹਰਾ ਭਰਾ ਜਿਹੜਾ ਹੋਇਆ ਹੈਗਾ ਇਹ ਅੰਦੋਲਨ, ਇਹ ਵੀ ਗੁਰੂ ਮਹਾਰਾਜ ਦੀ ਕਲਾ ਹੀ ਮੈਂ ਕਹੂੰਗੀ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀ ਮੈਂ ਇਹ ਕਹੂੰਗੀ ਕਿ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਜਿੱਤ ਸਾਨੂੰ ਫੇਰ ਹੀ ਮਿਲਣੀ ਆ, ਜੇ ਅਸੀਂ ਇਕੱਠੇ ਹੋਏ। ਸਾਡੇ ਜਿੰਨੇ ਵੀ ਇਤਿਹਾਸਕਾਰ ਨੇ, ਅੱਜ ਬਹੁਤ ਹੀ ਵਧੀਆ ਇੰਟਰਵਿਊ ਮੈਂ ਇਤਿਹਾਸਕਾਰ ਭਾਈ ਅਜਮੇਰ ਸਿੰਘ ਜੀ ਦੀ ਅੱਜ ਇੰਟਰਵਿਊ ਸੁਣ ਰਹੀ ਸੀ। ਬਹੁਤ ਹੀ ਵਧੀਆ ਤੱਥਾਂ ਦੇ ਆਧਾਰ ਤੇ ਬਹੁਤ ਹੀ ਵਧੀਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ, ਸੁਣਿਓ ਜਰੂਰ। ਅੱਜ ਵੀ ਟੀਵੀ ਦੇ ਉੱਤੇ ਵੀ ਦਿਖਾਇਆ, ਜਿਨ੍ਹਾਂ ਨੇ ਨਹੀਂ ਵੀ ਦੇਖੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ, ਅਸੀਂ ਉਹਨਾਂ ਤੱਕ ਲਿੰਕ ਜਿਹੜਾ ਜਰੂਰ ਪ੍ਰੋਵਾਈਡ ਕਰਾਵਾਂਗੇ। ਸੁਣਿਓ ਜਰੂਰ, ਕਿਉਂਕਿ ਸਾਡੇ ਇਤਿਹਾਸਕਾਰ ਨੇ ਪੂਰੀ ਖੋਜ ਪੜਤਾਲ ਕਰਕੇ ਫਿਰ ਤੁਹਾਡੇ ਸਾਹਮਣੇ ਜਿਹੜੀਆਂ ਉਹ ਗੱਲਾਂ ਲਿਆਉਂਦੇ ਨੇ। ਸੋ ਬਿਲਕੁਲ ਜੀ, ਮਾਫੀ ਚਾਹੂੰਗੀ ਕਿਉਂਕਿ ਸਮਾਂ ਜਿਹੜਾ ਉਹ ਵੀ ਕਿਰਨ ਜੀ ਵੈਸੇ ਤਾਂ ਦਿਲ ਤਾਂ ਕਰਦਾ, ਕਿਉਂਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਹੋਰ ਆਪਾਂ ਗੱਲਾਂ ਕਰ ਸਕਦੇ ਆ ਇਸ ਵਾਰ ਤੇ, ਪਰ ਕੋਸ਼ਿਸ਼ ਕਰਾਂਗੇ ਕਿ ਫਿਰ ਕਿਸੇ ਦਿਨ ਇਸੇ ਤਰ੍ਹਾਂ ਹੀ ਜਿਹੜਾ ਸ਼ੋਅ ਜਿਹੜਾ ਉਹ ਲੈ ਕੇ ਆਈਏ। ਜਾਣ ਤੋਂ ਪਹਿਲਾਂ ਇੱਕੋ ਹੀ ਮੈਂ ਆਖਰੀ ਸਵਾਲ ਤੁਹਾਨੂੰ ਕਰੂੰਗੀ ਕਿ ਹੁਣ ਅੱਗੇ ਦੀ ਜਿਹੜੇ ਆਪਾਂ ਗੱਲ ਕਰੀਏ, ਭਾਵੇਂ ਤੁਸੀਂ ਗੱਲ ਕੀਤੀ ਕਿ ਅਜਿਹੀ ਵਿਚਾਰਧਾਰਾ ਸਟੇਜ ਤੇ ਇਸ ਟਾਈਮ ਸੰਭਾਲੀ ਬੈਠੀ ਆ ਕਿ ਹੋ ਸਕਦਾ ਖਤਰਨਾਕ ਵੀ ਹੋਵੇ, ਪਰ ਆਮ ਲੋਕਾਂ ਦੀ ਸਮਝ ਤੋਂ ਬਾਹਰ ਆ। ਤੁਹਾਡੇ ਖਿਆਲ ਨਾਲ ਹੁਣ ਅੱਗੇ ਜਿਹੜੀ ਆ ਅਗਵਾਈ ਜਾਂ ਅੱਗੇ ਕਿਵੇਂ ਜਿਹੜੇ ਆ ਹੋ ਸਕਦਾ ਕਿ ਇਹ ਜਿਹੜੇ 3 ਕਾਲੇ ਕਾਨੂੰਨ ਨੇ ਇਹ ਕਿਵੇਂ ਰੱਦ ਜਿਹੜੇ ਕਰਵਾਏ ਜਾ ਸਕਦੇ ਨੇ? ਦੇਖੋ, ਇਹਦੇ ਵਾਸਤੇ ਜਿਹੜਾ ਇਹਦੇ ਨਾਲ ਮੈਂ ਤੁਹਾਡਾ ਜਿਹੜਾ ਤੁਸੀਂ ਇੱਕ ਗੱਲ ਕੀਤੀ ਕਿ ਕੁਝ ਲੋਕਾਂ ਨੂੰ ਨਹੀਂ ਵੀ ਚੰਗਾ ਲੱਗਣਾ ਹੈ ਨਾ ਜਿਹੜਾ ਪ੍ਰੋਗਰਾਮ, ਜੇ ਨਹੀਂ ਵੀ ਚੰਗਾ ਲੱਗੂਗਾ ਨਾ, ਸਟਿਲ ਮੈਂ ਇਹ ਕਹੂੰਗੀ ਕਿ ਤੁਸੀਂ ਆਪਣੇ ਆਪ ਦੇ ਵਿੱਚ ਜੋ ਵੀ ਮੈਂ ਕਿਹਾ ਆ, ਤੁਸੀਂ ਕੱਲੀ ਗੱਲ ਨੂੰ ਆਪਣੇ ਕੋਲ ਲਿਖ ਲਿਓ ਔਰ ਫਿਰ ਉਹਦੇ ਉੱਤੇ ਥਿੰਕ ਅਬਾਊਟ ਇਟ, ਸੋਚ ਲਿਓ। ਐਂਡ ਅਗਰ ਤੁਹਾਨੂੰ ਲੱਗੇ ਕਿ ਆਹ ਗੱਲ ਗਲਤ ਬੋਲੀ ਗਈ ਆ, ਤੱਥ ਲਿਆ ਕੇ ਦਿਓ, ਲੌਜਿਕ ਲਿਆ ਕੇ ਦਿਓ, ਐਂਡ ਮੈਂ ਆਨਸਰੇਬਲ ਆ। ਬਿਲਕੁਲ। ਅਗਲੀ ਗੱਲ ਜਿਹੜੀ ਤੁਸੀਂ ਮੈਨੂੰ ਇਹ ਗੱਲ ਆਖੀ ਹੈ ਨਾ ਕਿ ਕਿੱਦਾਂ ਕੀਤਾ ਜਾ ਸਕਦਾ, ਉਹਦਾ ਬੈਸਟ ਵੇ ਆਊਟ ਇਹ ਆ ਕਿ ਅਸੀਂ ਚਾਹੇ ਸਾਡੇ ਅੰਦਰੂਨੀ ਜਿੰਨੀ ਮਰਜ਼ੀ ਪਾੜੇ ਹੋਣ, ਬਿਲਕੁਲ, ਹੈ ਨਾ, ਚਾਹੇ ਅਸੀਂ ਕਮਰੇ ਦੇ ਵਿੱਚ ਬੈਠ ਕੇ, ਸਾਡੇ ਬਜ਼ੁਰਗ ਆ ਸਾਰੇ, ਉਹ ਚਾਹੇ ਕਮਰੇ ਦੇ ਵਿੱਚ ਬੈਠ ਕੇ ਆਪਣੇ ਜਿਹੜੇ ਮੁੰਡੇ ਆ ਉਹਨਾਂ ਦੇ 2 ਲਾ ਵੀ ਦਿਆ ਕਰਨ ਕਿ ਭਾਈ ਤੂੰ ਅੰਦਰ ਬੈਠ ਕੇ ਸਟੇਜ ਦੇ ਉੱਤੋਂ ਜੋ ਤੁਹਾਡਾ ਇੱਕ ਮੈਸੇਜ ਜਾਵੇ ਉਹ ਇਹ ਜਾਵੇ ਕਿ ਇਹ ਇਕੱਠੇ ਆ। ਬਿਲਕੁਲ, ਹੈ ਨਾ। ਬਿਲਕੁਲ। ਜਿਸ ਦਿਨ ਤੁਹਾਡੀ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਨਾ ਵੀ ਇਹ ਇਕੱਠੇ ਆ, ਕਦੀ ਇਹ ਸੋਚ ਕੇ ਦੇਖੋ ਜਦੋਂ ਤੁਸੀਂ 27 ਤਰੀਕ ਨੂੰ ਆਏ ਸੀਗੇ ਨਾ ਤਾਂ ਗਵਰਨਮੈਂਟ ਕੋਲ ਇੱਕ ਆਈਡੀਆ ਗਿਆ ਸੀਗਾ ਕਿ ਇਕੱਠੇ ਆ ਸਾਰੇ, ਬਿਲਕੁਲ, ਚਾਹੇ ਜੋ ਵੀ ਉੱਥੇ ਸਾਰੇ ਇੱਕ ਦੂਜੇ ਦੇ ਨਾਲ ਸੀ, ਤਾਂ ਉਸ ਟਾਈਮ ਦੇ ਉੱਤੇ ਉਹਨਾਂ ਦੀਆਂ ਉਸ ਟਾਈਮ ਤੇ ਨਰਿੰਦਰ ਤੋਮਰ ਹੁਣੀ ਆ ਕੇ ਬੈਠੇ ਰਹਿੰਦੇ ਸੀਗੇ, ਤੁਹਾਡੀ ਵੇਟ ਕਰਦੇ ਸੀ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਣ ਲੱਗਾ ਕਿ ਇਹਨਾਂ ਦੇ ਵਿੱਚ ਪਾੜੇ ਆ ਤੇ ਤੁਸੀਂ ਜਾ ਕੇ ਬੈਠੇ ਰਹਿੰਦੇ ਰਹੇ। ਤੋਮਰ ਹੁਣੀ ਜਿਹੜੇ 1.5 ਘੰਟਾ ਲੇਟ ਆਉਂਦੇ। ਸਹੀ ਗੱਲ।
ਇਸ ਟਾਈਮ ਦੇ ਉੱਪਰ ਸਿਰਫ ਇੱਕੋ ਹੀ ਤਰੀਕਾ ਆ, ਉਹ ਆ ਏਕਤਾ। ਸਹੀ ਗੱਲ। ਸ਼ਾਂਤੀ ਤਾਂ ਹੈ ਹੀ ਹੈ ਕਿ ਆਪਾਂ ਸ਼ਾਂਤੀ ਬਿਲਕੁਲ ਬਣਾ ਕੇ ਰੱਖੀਏ, ਪਰ ਅਸੀਂ ਇਕੱਠੇ ਹੋ ਜਾਈਏ। ਜੇ ਇੱਕ ਪਾਸੇ 200 ਬੰਦਾ ਆਉਂਦਾ ਨਾ ਤੇ ਆਪਣੇ ਇਧਰੋਂ ਚਲ ਜਾਓ, ਕੋਈ ਗੱਲ ਨਹੀਂ। ਔਰ ਉਹਨਾਂ 'ਚ ਇੰਨੀ ਹਿੰਮਤ ਹੈ ਨਹੀਂ ਆ, ਉਹ ਬਹੁਤ ਡਰਪੋਕ ਕਿਸਮ ਦੇ ਲੋਕ ਆ, ਉਹ ਫਟਾਫਟ ਭੱਜ ਜਾਣਗੇ। ਪਰ ਜਿੱਦਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਨਾ ਕਿ ਇਹ ਸਾਰੇ ਟਿਕਰੀ, ਸਿੰਘੂ, ਗਾਜ਼ੀਪੁਰ ਇਹ ਸਾਰੇ ਇਕੱਠੇ ਹੀ ਆ, ਉਸ ਤੋਂ ਵਿਦਿਨ ਅ ਵੀਕ ਤੁਸੀਂ ਮੇਰੇ ਕੋਲ, ਮੈਂ ਗਰੰਟੀ ਦਿੰਨੀ ਆ, ਲਿਖ ਕੇ ਦਿੰਨੀ ਆ ਕਿ ਤੁਹਾਡੇ ਕੋਲੇ ਫੈਸਲਾ ਆ ਜਾਊਗਾ ਤੇ ਇਹ ਉਹ ਰਿਪੀਲ ਹੋ ਗਏ, ਕਿਉਂਕਿ ਉਹਨਾਂ ਨੂੰ ਕਰਨੇ ਪੈਣੇ ਆ, ਰਿਪੀਲ ਹੋਣੇ ਹੀ ਹੋਣੇ ਆ। ਉਸ ਤੋਂ ਬਿਨਾਂ ਉਹਨਾਂ ਦਾ ਤੁਸੀਂ ਨਾ ਮੰਨ ਜਿਓ, ਬਾਕੀ ਉਹ ਰਿਪੀਲ ਜ਼ਰੂਰ ਕਰਨਗੇ। ਬਿਲਕੁਲ ਜੀ। ਸੋ ਮਾਫੀ ਚਾਹੁੰਦੀ ਆ ਜੀ ਜੇ ਕਿਸੇ ਨੂੰ ਵੀ ਕੋਈ ਵੀ ਗੱਲ ਜਿਹੜੀ ਆ ਉਹ ਚੁੱਭੀ ਹੋਵੇ ਤਾਂ, ਪਰ ਸੱਚ ਆ ਜੀ, ਸੱਚ ਹਮੇਸ਼ਾ ਕੌੜਾ ਹੁੰਦਾ ਆ। ਤੇ ਹੁਣ ਮੈਨੂੰ ਸਮਾਂ ਵੀ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਕਿ ਹੋਰ ਪ੍ਰੋਗਰਾਮ ਨੂੰ ਅੱਗੇ ਵਧਾਈਏ। ਸੋ ਗੁਰੂ ਮਹਾਰਾਜ ਕਿਰਪਾ ਕਰਨਗੇ, ਜੇ ਏਕਤਾ ਰਹੀ, ਇਕੱਠੇ ਰਹੇ ਤਾਂ ਇਹ ਜਿਹੜੇ ਅੰਦੋਲਨ ਆ ਜ਼ਰੂਰ ਅਸੀਂ ਰੱਦ ਕਰਵਾਵਾਂਗੇ। ਬਸ ਇੱਕੋ ਚੀਜ਼, ਜਿੱਦਾਂ ਕਿਰਨ ਜੀ ਨੇ ਗੱਲ ਬਹੁਤ ਵਧੀਆ ਕੀਤੀ ਹੈ ਵੀ ਜੇ ਨੌਜਵਾਨ ਗਲਤ ਕਿਤੇ ਲੱਗਦੇ ਵੀ ਨੇ, ਭਾਵੇਂ ਉਹਨਾਂ ਦੇ ਇੱਕ ਛੱਡ ਵੀ ਦੋ, ਪਰ ਉਹ ਅੰਦਰ ਲੈ ਜਾ ਕੇ ਸਮਝਾਉਣਾ, ਬੱਚਿਆਂ ਨੂੰ ਅਸੀਂ ਅੰਦਰਗਤੀ ਸਮਝਾਉਣਾ। ਇਹ ਨਹੀਂ ਕਿ ਰੋਲਾ ਪਾ ਕੇ ਅਸੀਂ ਲੋਕਾਂ ਨੂੰ ਇਹ ਦਿਖਾਈਏ ਕਿ ਸਾਡੇ ਵਿੱਚ ਫੁੱਟ ਪੈ ਚੁੱਕੀ ਆ। ਸੋ ਬਿਲਕੁਲ ਜੀ, ਹੁਣ ਦੋ ਜੀ ਇਜਾਜ਼ਤ, ਫਿਰ ਕਿਸੇ ਦਿਨ ਇਸੇ ਤਰ੍ਹਾਂ ਹੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਚੱਲਦਾ ਰਿਹਾ, ਪਰ 26 ਜਨਵਰੀ ਤੋਂ ਬਾਅਦ ਇੱਕ ਵੱਖਰਾ ਰੂਪ ਜਿਹੜਾ ਸਾਹਮਣੇ ਆਇਆ, ਤੋਂ ਬਾਅਦ ਇੱਕਦਮ ਸਾਡੇ ਵਿਚਾਰ ਜਿਹੜੇ ਬਦਲੇ। ਸਾਡੇ ਨਾ ਪੰਜਾਬੀਆਂ ਦੀ ਇੱਕ ਪ੍ਰੋਬਲਮ ਆ, ਸਾਨੂੰ ਇੱਕ ਚੀਜ਼ ਜਿਹੜੀ ਇੱਕ ਸਾਡੇ ਹੱਥ 'ਚ ਫੜਾ ਦਿੱਤੀ ਜਾਵੇ ਨਾ, ਅਸੀਂ ਉਹਦੇ ਪਿੱਛੇ ਅੰਨ੍ਹੇਵਾਹ ਤੁਰ ਪੈਂਦੇ। ਸਾਡੀ ਇੱਕ ਗੱਲ ਇੱਕ ਹੋਰ ਵੀ, ਬੇਸ਼ੱਕ ਕਿਸੇ ਨੂੰ ਬੁਰੀ ਵੀ ਲੱਗ ਸਕਦੀ ਆ, ਪਰ ਇਹ ਗੱਲ ਸੱਚ ਆ ਕਿ ਅਸੀਂ ਕਿਸੇ ਨੂੰ ਸਿਰ ਤੇ ਚੜਾਉਣ ਲੱਗਿਆਂ ਵੀ 1 ਮਿੰਟ ਲਾਉਣੇ ਆ, ਲੱਗਿਆਂ ਵੀ 1 ਮਿੰਟ ਹੀ ਲਾਉਣੇ ਆ। ਤੇ ਫੇਲੀਅਰ ਔਰ ਸਕਸੈਸ ਦੋਵੇਂ ਤੁਹਾਡੇ ਹੁੰਦੇ ਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਚੰਗਾ ਹੋ ਗਿਆ ਤੇ ਬੱਲੇ ਬੱਲੇ ਸਾਡੀ ਹੋ ਜੇ, ਤੇ ਜੇ ਮਾੜਾ ਹੋ ਗਿਆ ਤੇ ਆਪਾਂ ਫੜ ਕੇ ਕਿਸੇ ਹੋਰ ਦੇ ਸਿਰ ਮਾਰ ਦਈਏ। ਦੈਟ ਇਜ਼ ਨਾਟ ਪੋਸੀਬਲ। ਇਹ ਜਿਹੜਾ ਤੁਹਾਡੇ ਘਰ ਦੇ ਵਿੱਚ ਥੋੜਾ ਜਿਹਾ ਅਥਰਾ ਬੱਚਾ ਹੋਊਗਾ ਨਾ, ਤੁਸੀਂ ਉਹਦੀ ਉਂਗਲ ਫੜ ਕੇ ਹਮੇਸ਼ਾ ਰੱਖੋਗੇ, ਵੀ ਪਤਾ ਹੈ ਕਿ ਉਹਨੇ ਸ਼ਰਾਰਤ ਕਰਨੀ ਆ। ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਕਿਸੇ ਨਾਲ ਲੱਗਦੀ ਆ, ਪਰ ਉਹ ਤੁਹਾਡੇ ਘਰ ਦੇ ਸਾਹਮਣੇ ਖੜੇ ਬੜਕਾ ਮਾਰਦੇ ਪਏ ਆ, ਤੁਸੀਂ ਬਕਾਇਦਾ ਉਹਨਾਂ ਨੂੰ ਰੋਕਣ ਜਾਓਗੇ ਜਾਂ ਉਹਨਾਂ ਨਾਲ ਗੱਲਬਾਤ ਕਰਨ ਜਾਓਗੇ, ਜਾਂ ਤੁਸੀਂ ਸੋਚੋਗੇ ਵੀ ਪਹਿਲਾਂ ਮੇਰੇ ਘਰ ਨੂੰ ਅੱਗ ਲਾ ਲੈਣ ਦਿਓ ਫਿਰ ਮੈਂ ਆਉਂਗਾ, ਉਸ ਤੋਂ ਬਾਅਦ ਜਿਹੜਾ ਫਿਰ ਮੈਂ ਕਹੂੰਗਾ ਕਿ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਈ। ਹੁਣ ਜਿਹੜਾ ਬੰਦਾ ਪਹਿਲੀ ਵਾਰੀ ਦਿੱਲੀ ਗਿਆ ਆ, ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਸੜਕ ਕਿੱਧਰ ਨੂੰ ਜਾਂਦੀ ਹੈ? ਸੋ ਉਹ ਜਿੱਧਰ ਨੂੰ ਕਹੀ ਗਏ ਕਿ ਇੱਧਰ ਨੂੰ ਚੱਲ ਜਾਓ, ਉਹ ਚਲੇ ਗਏ। ਜਿਹੜੀ ਪੁਲਿਸ ਹੈ ਉਹ ਉਹਨਾਂ ਨੂੰ ਆਪਣੀ ਗੱਡੀਆਂ ਦੇ ਵਿੱਚ ਲੈ ਕੇ ਲਾਲ ਕਿਲੇ ਛੱਡ ਕੇ ਆਈ। ਇਹ ਸੀਗਾ ਕਿ ਜਿਹੜੀ ਗਵਰਨਮੈਂਟ ਨੇ ਇੱਕ ਟਰੈਪ ਸੈੱਟ ਕੀਤਾ ਸੀ, ਉਸ ਟਰੈਪ ਦੇ ਵਿੱਚ ਸਾਰੇ ਫਸ ਗਏ। ਬਹੁਤਾ ਜਿਹੜਾ ਅਸੀਂ ਰੌਲਾ ਪਾ ਲਿਆ ਨਾ, ਤਿਰੰਗਾ ਤਿਰੰਗਾ ਤਿਰੰਗਾ, ਨਾ ਤਾਂ ਉੱਥੇ ਤਿਰੰਗੇ ਨੂੰ ਹੱਥ ਲਾਇਆ ਗਿਆ, ਉੱਥੇ ਇੱਕ ਖਾਲੀ ਪੋਲ ਦੇ ਉੱਤੇ ਇੱਕ ਨਿਸ਼ਾਨ ਸਾਹਿਬ ਜਿਹੜੇ ਉਹ ਚਲਾਏ ਗਏ, ਤੇ ਨਾਲ ਹੀ ਉਹਦੇ ਕਿਸਾਨੀ ਦਾ ਝੰਡਾ ਵੀ ਚਲਾਇਆ ਗਿਆ। ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਤੇ ਬਿਆਨ ਵੀ ਬਦਲਣੇ ਸ਼ੁਰੂ ਹੋ ਗਏ, ਇੱਥੋਂ ਤੱਕ ਕਿ ਕਈ ਜਿਹੜੇ ਉਹਨਾਂ ਦੇ ਨਾਲ ਦੇ ਜਿਹੜੇ ਮੈਂ ਕਹੂੰਗੀ ਬਲੀ ਦਾ ਬੱਕਰਾ ਦੀਪ ਸਿੱਧੂ ਨੂੰ ਬਣਾਇਆ ਗਿਆ, ਉਹਦੇ ਨਾਲ ਦੇ ਜਿਹੜੇ ਸੀਗੇ ਉਹਨਾਂ ਵੱਲੋਂ ਉਸ ਟਾਈਮ ਜਿਹੜਾ ਉਹਨੂੰ ਗਦਾਰ ਕਰਾਰ ਦਿੱਤਾ ਗਿਆ। ਡਰਪੋਕ ਲੋਕ ਆ, ਅਸੀਂ ਆਪਣੇ ਉੱਤੇ ਇੱਕ ਖੱਲ ਪਾਈ ਬੈਠੇ ਆ ਕਿ ਅਸੀਂ ਬਹੁਤ ਬਹਾਦਰ ਹੁੰਦੇ ਆ, ਅਸੀਂ ਗਾਣਿਆਂ ਦੇ ਵਿੱਚ ਆਹ ਕਰ ਦਾਂਗੇ ਉਹ ਕਰ ਦਾਂਗੇ, ਅਸਲ ਦੇ ਵਿੱਚ ਅਸੀਂ ਖੋਖਲੇ ਲੋਕ ਆ। ਨਾ ਸਾਡੇ ਚੋਂ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਇੰਡੀਅਨ ਫਲੈਗ ਕੋਡ ਆ ਉਹ ਕਹਿੰਦਾ ਕੀ ਆ। ਤਿਰੰਗੇ ਦੀ ਉੱਥੇ ਕੋਈ ਬੇਅਦਬੀ ਨਹੀਂ ਹੋਈ। ਲਾਲ ਕਿਲਾ ਨੈਸ਼ਨਲ ਹੈਰੀਟੇਜ ਆ, ਉਹ ਮੋਦੀ ਹੁਣਾਂ ਦੇ ਆਪਣੇ ਘਰ ਦਾ ਨਹੀਂ ਹੈ। ਔਰ ਹੁਣ ਜਿਹੜੇ ਸਕੇਪ ਗੋਟ ਆ ਨਾ, ਉਹ 2 ਮੁੰਡੇ ਬਣ ਗਏ, ਲੱਖਾ ਤੇ ਕਿ ਉਸ ਨੌਜਵਾਨ ਨੇ ਉਹ ਗੱਲਾਂ ਸਾਹਮਣੇ ਰੱਖੀਆਂ ਜਿਹੜੀਆਂ ਕਿ ਸ਼ਾਇਦ ਸਾਡੇ ਜਥੇਬੰਦੀਆਂ ਦੇ ਆਗੂ ਜਿਹੜੇ ਕਿ ਸਾਲਾਂ ਤੋਂ ਜਿਹੜਾ ਪ੍ਰਬੰਧ ਸੰਭਾਲ ਰਹੇ ਨੇ, ਉਹਨਾਂ 'ਚ ਵੀ ਹਿੰਮਤ ਉਹ ਗੱਲਾਂ ਸਾਹਮਣੇ ਲਿਆ ਕੇ ਰੱਖਣ ਦੀ ਨਹੀਂ ਜਿਹੜੀ ਉਸ ਨੌਜਵਾਨ ਨੇ ਲਿਆਂਦੀ। ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਚੱਲਦਾ ਰਿਹਾ, ਪਰ 26 ਜਨਵਰੀ ਤੋਂ ਬਾਅਦ ਇੱਕ ਵੱਖਰਾ ਰੂਪ ਜਿਹੜਾ ਸਾਹਮਣੇ ਆਇਆ, ਤੋਂ ਬਾਅਦ ਇੱਕਦਮ ਸਾਡੇ ਵਿਚਾਰ ਜਿਹੜੇ ਬਦਲੇ। ਸਾਡੇ ਨਾ ਪੰਜਾਬੀਆਂ ਦੀ ਇੱਕ ਪ੍ਰੋਬਲਮ ਆ, ਸਾਨੂੰ ਇੱਕ ਚੀਜ਼ ਜਿਹੜੀ ਇੱਕ ਸਾਡੇ ਹੱਥ 'ਚ ਫੜਾ ਦਿੱਤੀ ਜਾਵੇ ਨਾ, ਅਸੀਂ ਉਹਦੇ ਪਿੱਛੇ ਅੰਨ੍ਹੇਵਾਹ ਤੁਰ ਪੈਂਦੇ। ਸਾਡੀ ਇੱਕ ਗੱਲ ਇੱਕ ਹੋਰ ਵੀ, ਬੇਸ਼ੱਕ ਕਿਸੇ ਨੂੰ ਬੁਰੀ ਵੀ ਲੱਗ ਸਕਦੀ ਆ, ਪਰ ਇਹ ਗੱਲ ਸੱਚ ਆ ਕਿ ਅਸੀਂ ਕਿਸੇ ਨੂੰ ਸਿਰ ਤੇ ਚੜਾਉਣ ਲੱਗਿਆਂ ਵੀ 1 ਮਿੰਟ ਲਾਉਣੇ ਆ, ਲੱਗਿਆਂ ਵੀ 1 ਮਿੰਟ ਹੀ ਲਾਉਣੇ ਆ। ਤੇ ਫੇਲੀਅਰ ਔਰ ਸਕਸੈਸ ਦੋਵੇਂ ਤੁਹਾਡੇ ਹੁੰਦੇ ਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਚੰਗਾ ਹੋ ਗਿਆ ਤੇ ਬੱਲੇ ਬੱਲੇ ਸਾਡੀ ਹੋ ਜੇ, ਤੇ ਜੇ ਮਾੜਾ ਹੋ ਗਿਆ ਤੇ ਆਪਾਂ ਫੜ ਕੇ ਕਿਸੇ ਹੋਰ ਦੇ ਸਿਰ ਮਾਰ ਦਈਏ। ਦੈਟ ਇਜ਼ ਨਾਟ ਪੋਸੀਬਲ। ਇਹ ਜਿਹੜਾ ਤੁਹਾਡੇ ਘਰ ਦੇ ਵਿੱਚ ਥੋੜਾ ਜਿਹਾ ਅਥਰਾ ਬੱਚਾ ਹੋਊਗਾ ਨਾ, ਤੁਸੀਂ ਉਹਦੀ ਉਂਗਲ ਫੜ ਕੇ ਹਮੇਸ਼ਾ ਰੱਖੋਗੇ, ਵੀ ਪਤਾ ਹੈ ਕਿ ਉਹਨੇ ਸ਼ਰਾਰਤ ਕਰਨੀ ਆ। ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਕਿਸੇ ਨਾਲ ਲੱਗਦੀ ਆ, ਪਰ ਉਹ ਤੁਹਾਡੇ ਘਰ ਦੇ ਸਾਹਮਣੇ ਖੜੇ ਬੜਕਾ ਮਾਰਦੇ ਪਏ ਆ, ਤੁਸੀਂ ਬਕਾਇਦਾ ਉਹਨਾਂ ਨੂੰ ਰੋਕਣ ਜਾਓਗੇ ਜਾਂ ਉਹਨਾਂ ਨਾਲ ਗੱਲਬਾਤ ਕਰਨ ਜਾਓਗੇ, ਜਾਂ ਤੁਸੀਂ ਸੋਚੋਗੇ ਵੀ ਪਹਿਲਾਂ ਮੇਰੇ ਘਰ ਨੂੰ ਅੱਗ ਲਾ ਲੈਣ ਦਿਓ ਫਿਰ ਮੈਂ ਆਉਂਗਾ, ਉਸ ਤੋਂ ਬਾਅਦ ਜਿਹੜਾ ਫਿਰ ਮੈਂ ਕਹੂੰਗਾ ਕਿ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਈ। ਹੁਣ ਜਿਹੜਾ ਬੰਦਾ ਪਹਿਲੀ ਵਾਰੀ ਦਿੱਲੀ ਗਿਆ ਆ, ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਸੜਕ ਕਿੱਧਰ ਨੂੰ ਜਾਂਦੀ ਹੈ? ਸੋ ਉਹ ਜਿੱਧਰ ਨੂੰ ਕਹੀ ਗਏ ਕਿ ਇੱਧਰ ਨੂੰ ਚੱਲ ਜਾਓ, ਉਹ ਚਲੇ ਗਏ। ਜਿਹੜੀ ਪੁਲਿਸ ਹੈ ਉਹ ਉਹਨਾਂ ਨੂੰ ਆਪਣੀ ਗੱਡੀਆਂ ਦੇ ਵਿੱਚ ਲੈ ਕੇ ਲਾਲ ਕਿਲੇ ਛੱਡ ਕੇ ਆਈ। ਇਹ ਸੀਗਾ ਕਿ ਜਿਹੜੀ ਗਵਰਨਮੈਂਟ ਨੇ ਇੱਕ ਟਰੈਪ ਸੈੱਟ ਕੀਤਾ ਸੀ,
ਉਸ ਟਰੈਪ ਦੇ ਵਿੱਚ ਸਾਰੇ ਸਾਰੇ ਫਸ ਫਸ ਗਏ। ਬਹੁਤਾ ਜਿਹੜਾ ਅਸੀਂ ਰੌਲਾ ਪਾ ਲਿਆ ਨਾ, ਤਿਰੰਗਾ ਤਿਰੰਗਾ ਤਿਰੰਗਾ, ਨਾ ਤਾਂ ਉੱਥੇ ਤਿਰੰਗੇ ਨੂੰ ਹੱਥ ਲਾਇਆ ਗਿਆ, ਜੀ ਜੀ ਉੱਥੇ ਇੱਕ ਖਾਲੀ ਪੋਲ ਦੇ ਉੱਤੇ ਇੱਕ ਨਿਸ਼ਾਨ ਸਾਹਿਬ ਜਿਹੜੇ ਆ ਉਹ ਚਲਾਏ ਜੀ। ਗਏ ਤੇ ਨਾਲ ਹੀ ਉਹਦੇ ਕਿਸਾਨੀ ਦਾ ਝੰਡਾ ਵੀ ਚਲਾਇਆ ਗਿਆ। ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਤੇ ਬਿਆਨ ਵੀ ਬਦਲਣੇ ਸ਼ੁਰੂ ਹੋ ਗਏ, ਇੱਥੋਂ ਤੱਕ ਕਿ ਕਈ ਜਿਹੜੇ ਉਹਨਾਂ ਦੇ ਨਾਲ ਦੇ ਜਿਹੜੇ ਮੈਂ ਕਹੂੰਗੀ ਬਲੀ ਦਾ ਬੱਕਰਾ ਦੀਪ ਸਿੱਧੂ ਨੂੰ ਬਣਾਇਆ ਗਿਆ, ਉਹਦੇ ਨਾਲ ਦੇ ਜਿਹੜੇ ਸੀਗੇ ਉਹਨਾਂ ਵੱਲੋਂ ਉਸ ਟਾਈਮ ਜਿਹੜਾ ਉਹਨੂੰ ਗਦਾਰ ਕਰਾਰ ਦਿੱਤਾ ਗਿਆ। ਡਰਪੋਕ ਲੋਕ ਆ, ਅਸੀਂ ਆਪਣੇ ਉੱਤੇ ਇੱਕ ਖੱਲ ਪਾਈ ਬੈਠੇ ਆ ਕਿ ਅਸੀਂ ਬਹੁਤ ਬਹਾਦਰ ਹੁੰਦੇ ਆ, ਅਸੀਂ ਗਾਣਿਆਂ ਦੇ ਵਿੱਚ ਆਹ ਕਰ ਦਾਂਗੇ ਉਹ ਕਰ ਦਾਂਗੇ, ਅਸਲ ਦੇ ਵਿੱਚ ਅਸੀਂ ਖੋਖਲੇ ਲੋਕ ਆ। ਨਾ ਸਾਡੇ ਚੋਂ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਇੰਡੀਅਨ ਫਲੈਗ ਕੋਡ ਆ ਉਹ ਕਹਿੰਦਾ ਕੀ ਆ। ਜੀ। ਤਿਰੰਗੇ ਦੀ ਉੱਥੇ ਕੋਈ ਬੇਅਦਬੀ ਨਹੀਂ ਹੋਈ। ਲਾਲ ਕਿਲਾ ਨੈਸ਼ਨਲ ਹੈਰੀਟੇਜ ਆ, ਉਹ ਮੋਦੀ ਹੁਣਾਂ ਦੇ ਆਪਣੇ ਘਰ ਦਾ ਨਹੀਂ ਹੈ। ਜੀ। ਔਰ ਹੁਣ ਜਿਹੜੇ ਸਕੇਪ ਗੋਟ ਆ ਨਾ, ਉਹ ਜੀ। ਦੋ ਮੁੰਡੇ ਬਣੇ, ਇੱਕ ਹਾਂਜੀ। ਲੱਖਾ ਤੇ ਇੱਕ ਦੀਪ। ਕਿ ਉਸ ਨੌਜਵਾਨ ਨੇ ਉਹ ਗੱਲਾਂ ਸਾਹਮਣੇ ਰੱਖੀਆਂ ਜਿਹੜੀਆਂ ਕਿ ਸ਼ਾਇਦ ਸਾਡੇ ਜਥੇਬੰਦੀਆਂ ਦੇ ਆਗੂ ਜਿਹੜੇ ਕਿ ਸਾਲਾਂ ਤੋਂ ਜਿਹੜਾ ਪ੍ਰਬੰਧ ਸੰਭਾਲ ਰਹੇ ਨੇ ਉਹਨਾਂ 'ਚ ਵੀ ਹਿੰਮਤ